ਪ੍ਰਭ ਆਸਰਾ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗੇ ਵੈਸਨ ਪਾਈਐ। ਇਨਸਾਨੀਅਤ ਦਾ ਰਿਸ਼ਤਾ ਬਹੁਤ ਵੱਡਾ ਹੈ ਪਰ ਪਗਾਉਣਾ ਬੜਾ ਮੁਸ਼ਕਲ। ਘੈਂਟ ਪੰਜਾਬ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਿਆਰ ਕਰਨ ਵਾਲੇ ਦੋਸਤੋ, ਸਾਡੇ ਹਫ਼ਤਾਵਾਰੀ ਸ਼ੋਅ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਵਿੱਚ ਤੁਹਾਡਾ ਭਰਪੂਰ ਸਵਾਗਤ ਹੈ। ਮੈਂ ਹੋਸਟ ਕਮਲਜੀਤ ਸਿੰਘ ਬਨਵੈਦ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ। ਪਾਣੀ ਵਾਂਗ ਜੀਉ ਨਹੀਂ ਜਿੰਦੇ, ਪਾਣੀ ਵਾਂਗ ਵਿਆਹ, ਡਿੱਗਣ ਵੇਲੇ ਝਰਨਾ ਬਣ ਜਾ, ਤੁਰਨ ਵੇਲੇ ਦਰਿਆ। ਖੂਬਸੂਰਤ ਦਿਲ, ਖੂਬਸੂਰਤ ਮਨ, ਖੂਬਸੂਰਤ ਰੂਹਾਂ ਰੱਬ ਦੀ ਬਖਸ਼ਿਸ਼ ਹੁੰਦੀਆਂ ਹਨ। ਹਰੇਕ ਕੌਮ ਨੂੰ, ਹਰੇਕ ਧਰਮ ਨੂੰ ਉਸ ਬਖਸ਼ਣਹਾਰ ਨੇ ਇਹੋ ਜਿਹੀਆਂ ਰੂਹਾਂ ਬਖਸ਼ੀਆਂ ਹਨ। ਪਰ ਸਿੱਖ ਧਰਮ ਦੀ ਗੱਲ ਤਾਂ ਹੈ ਹੀ ਵਿਲੱਖਣ। ਭਾਈ ਕਨ੍ਹੱਈਆ ਤੋਂ ਲੈ ਕੇ ਬਾਅਦ ਵਿੱਚ ਭਗਤ ਪੂਰਨ ਸਿੰਘ ਦਾ ਨਾਂ ਲਿਆ ਜਾ ਸਕਦਾ। ਇਸੇ ਮਾਲਾ ਦੇ ਦੋ ਸੁੱਚੇ ਮੋਤੀ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਅਤੇ ਭੈਣ ਜੀ ਰਜਿੰਦਰ ਕੌਰ ਨਾਲ ਤੁਹਾਡੀ ਮੈਂ ਜਾਣ ਪਛਾਣ ਕਰਾਉਣ ਜਾ ਰਿਹਾ ਹਾਂ। ਭੈਣ ਜੀ, ਭਾਜੀ, ਤੁਹਾਡਾ ਸਾਡੇ ਪ੍ਰੋਗਰਾਮ ਤੁਣਕਾ ਤੁਣਕਾ ਵਿੱਚ ਸਵਾਗਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਭਾਜੀ, ਇਹ ਪ੍ਰਭ ਆਸਰਾ ਦੇ ਮੁੱਖ ਦੁਆਰ ਤੇ ਵੜਦਿਆਂ ਹੀ ਅਚਾਨਕ ਤੁਹਾਡੇ ਦਰਸ਼ਨ ਹੋ ਗਏ। ਬੜੀ ਰੂਹ ਖੁਸ਼ੀ ਤੁਹਾਡੇ ਦਰਸ਼ਨ ਕਰਕੇ। ਜਦੋਂ ਮੈਂ ਥੋੜ੍ਹਾ ਹੋਰ ਅੰਦਰ ਆਇਆ ਤਾਂ ਮੈਨੂੰ ਇਹ ਲੱਗਾ ਕਿ ਰੱਬ ਦਾ ਦੂਜਾ ਘਰ ਆ, ਅਤੇ ਤੁਸੀਂ ਜਿਹੜਾ ਰੱਬ ਦਾ ਦੂਜਾ ਘਰ ਆ ਇਹਨੂੰ ਸ਼ੁਰੂਆਤ ਕਰਨ ਵੇਲੇ ਜਾਂ ਕਿਵੇਂ ਦਾ ਸਬੱਬ ਬਣਿਆ ਸ਼ੁਰੂ ਕਰਨ ਦਾ? ਇਹ ਚੀਜ਼ ਜਿਵੇਂ ਤੁਹਾਡਾ ਬਹੁਤ ਵਧੀਆ ਇਹ ਸਵਾਲ ਹੈ। ਪਹਿਲੀ ਗੱਲ ਤਾਂ ਮੇਰੇ ਜੋ ਦਿਲ 'ਚੋਂ ਆਵਾਜ਼ ਆ ਰਹੀ ਹੈ ਕਿ ਤੁਸੀਂ ਅੱਜ ਰੱਬ ਦੇ ਉਹ ਬੰਦਿਆਂ ਦੀ ਗੱਲ ਕਰਨ ਲੱਗੇ ਹੋ ਜਿਹੜੇ ਕੁਝ ਕਾਰਨਾਂ ਕਰਕੇ ਬੇਵਸੇ ਲਾਚਾਰ ਹੋ ਗਏ ਹੈ ਨਾ, ਜਿਹੜੇ ਇੱਕ ਵੌਇਸਲੈਸ ਹੈਗੇ ਹੈ ਨਾ, ਉਹਨਾਂ ਨੂੰ ਤੁਸੀਂ ਅੱਜ ਇੰਨੀ ਮਹੱਤਤਾ ਦੇ ਕੇ ਅੱਜ ਉਹਨਾਂ ਦੇ ਹਾਲਾਤਾਂ ਨੂੰ, ਉਹਨਾਂ ਦੀਆਂ ਦਰਦ ਭਰੀਆਂ ਕਹਾਣੀਆਂ ਨੂੰ, ਹਕੀਕਤਾਂ ਨੂੰ ਸਮਾਜ ਦੇ ਸਾਹਮਣੇ ਅੱਜ ਤੁਸੀਂ ਰੱਖਣ ਦੇ ਲਈ ਐਡਾ ਵੱਡਾ ਉਪਰਾਲਾ ਕੀਤਾ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਸਲੂਟ ਕਰਦਾ, ਤੁਹਾਡੀ ਸਮੁੱਚੀ ਟੀਮ ਨੂੰ ਸਲੂਟ ਕਰਦਾ। ਇਹਦੇ ਵਿੱਚ ਜਦੋਂ ਪ੍ਰੋਫੈਸ਼ਨਲੀ ਦਾਸ ਕਮਿਸਟ ਹੈ ਅਤੇ ਹਾਲਾਤ ਇੱਦਾਂ ਦੇ ਸਮਾਜ ਦੇ ਵਿੱਚ ਮਤਲਬ ਜਦੋਂ ਸਾਹਮਣੇ ਆਏ ਕਿ ਆਪਣੇ ਹੀ ਜਿਹੜੇ ਮਹਿਸੂਸ ਹੋ ਰਹੇ ਸੀ, ਜਿਵੇਂ ਜਿਵੇਂ ਨਾ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇੱਕ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਜੀਵਨ ਦਾ ਸੱਚ, ਜਗਤ ਦਾ ਸੱਚ, ਵੀ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਜ਼ਨਸ, ਰਾਤ ਨੂੰ ਵੀ ਲੰਮੇ ਲੰਮੇ ਸਮੇਂ ਤੱਕ ਹੈ ਨਾ ਬਿਜ਼ਨਸ ਦੇ ਵਿੱਚ ਹੀ ਬਿਜ਼ੀ ਰਹਿਣਾ। ਪਰ ਉਹਦੇ ਵਿੱਚ ਬਾਰ-ਬਾਰ ਖਿਆਲ ਇਹ ਆਉਂਦੇ ਰਹੇ ਕਿ ਜੀਵਨ ਇਹੋ ਹੀ ਹੈ ਅਤੇ ਜਿਸ ਤਰੀਕੇ ਨਾਲ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਜਦੋਂ ਜੀਵਨ ਦੇ ਸੱਚ ਨੂੰ ਅਤੇ ਜਗਤ ਦੇ ਸੱਚ ਨੂੰ ਹੈ ਨਾ ਜਾਣਨ ਦੀ ਕੋਸ਼ਿਸ਼ ਕੀਤੀ, ਭਾਵੇਂ ਉਹਦੀ ਕਲੈਰਿਟੀ ਤਾਂ ਨਹੀਂ ਸੀ ਪ੍ਰੋਪਰ ਹੁੰਦੀ ਹੈ ਨਾ, ਇਹਦਾ ਮਤਲਬ ਮੇਨ ਹੈ ਕਿ ਇਹ ਰਹੱਸ ਹੈ ਨਾ, ਪਰ ਸਾਡਾ ਐਟੀਟਿਊਡ ਉਹਦੇ ਪ੍ਰਤੀ ਜ਼ਰੂਰ ਬਦਲ ਗਿਆ ਵੀ ਜਿਹਨੂੰ ਮੈਂ ਲਾਈਫ ਕਹਿ ਰਿਹਾ ਹੈਗਾ ਮੇਰੇ ਪ੍ਰਤੀ ਅਤੇ ਸੰਸਾਰ ਦੇ ਪ੍ਰਤੀ ਹੈ ਨਾ, ਜਿਹੜੇ ਚਿਰਾਂ ਤੋਂ ਬੇਗਾਨੇ ਲੱਗਦੇ ਸੀ ਉਹ ਆਪਣੇ ਮਹਿਸੂਸ ਹੋਣ ਲੱਗੇ ਵੀ ਸਾਰੇ ਇੱਕ ਨੂੰ ਬਿਲੋਂਗ ਕਰਦੇ ਆ। ਮੇਰੀ ਹੋਣ ਦੇ ਪਿੱਛੇ ਜੋ ਹੈ ਉਹੀ ਸਭ ਦੀ ਹੋਣ ਦੇ ਪਿੱਛੇ ਹੈ। ਇਹ ਸਟਰੋਂਗਲੀ ਜਦੋਂ ਫੀਲ ਹੋਇਆ ਅਤੇ ਫਿਰ ਇਹੋ ਜਿਹੀਆਂ ਘਟਨਾਵਾਂ ਜਦੋਂ ਸਾਹਮਣੇ, ਜਿਵੇਂ ਨਾ ਜਦੋਂ ਬੰਦਾ ਚੰਗੀ ਤਰ੍ਹਾਂ ਟ੍ਰੈਫਿਕ ਦੇ ਨਿਯਮਾਂ ਨੂੰ ਪੜ੍ਹ ਲੈਂਦਾ ਨਾ, ਫਿਰ ਜਦੋਂ ਉਹਦੇ ਸਾਹਮਣੇ ਰੈੱਡ ਲਾਈਟ ਆਉਂਦੀ ਹੈ ਨਾ ਅਤੇ ਉਸੇ ਵੇਲੇ ਮੈਸੇਜ ਉਹਨੂੰ ਰਿਸੀਵ ਹੁੰਦਾ, ਭਾਈ ਇੱਥੇ ਬ੍ਰੇਕ ਲਗਾਉਣੇ ਹੈ, ਲਾਈਟ 'ਤੇ ਰੁਕਣਾ ਹੈਗਾ, ਗਰੀਨ 'ਤੇ, ਯੈਲੋ 'ਤੇ ਹੈ ਨਾ, ਕੀ ਕਰਨਾ ਹੈਗਾ, ਕਿਉਂਕਿ ਉਹਨੇ ਚੰਗੀ ਤਰੀਕੇ ਨਾਲ ਉਹ ਚੀਜ਼ ਨੂੰ ਥੋੜ੍ਹਾ ਜਿਹਾ ਪੜ੍ਹ ਲਿਆ ਹੁੰਦਾ, ਸਮਝਿਆ ਹੁੰਦਾ। ਇਸੇ ਤਰੀਕੇ ਨਾਲ ਜਦੋਂ ਜੀਵਨ ਦਾ ਸੱਚ ਜਿਹੜਾ ਹੈਗਾ ਥੋੜ੍ਹਾ ਜਿਹਾ ਵਿਚਾਰਿਆ ਹੁੰਦਾ, ਸਮਝਿਆ ਹੁੰਦਾ, ਅਤੇ ਉਸ ਦੀ ਵੀ ਜਿਹੜੀ ਇਕੁਐਲਿਟੀ ਦਾ ਮੈਸੇਜ ਹੈ ਨਾ, ਜਿਵੇਂ ਤੁਸੀਂ ਗੁਰਬਾਣੀ ਦੀ ਪਹਿਲਾਂ ਹੈ ਨਾ ਇਲਾਹੀ ਜਿਹੜਾ ਇੱਕ ਪ੍ਰਿੰਸੀਪਲ ਹੈਗਾ ਹੈ ਨਾ, ਵੀ ਸ੍ਰਿਸ਼ਟੀ ਦੀ ਪ੍ਰਕਿਰਤੀ ਕੀ ਹੈਗੀ ਹੈ ਨਾ, ਵੀ ਸਾਡਾ ਜਿਹੜਾ ਵੀ ਕੋਈ ਵੀ ਔਰਗਨ ਹੈਗਾ ਜਦੋਂ ਇਹ ਖਰਾਬ ਹੋ ਜਾਏ ਤਾਂ ਜਿਨ੍ਹਾਂ ਨੂੰ ਅਸੀਂ ਯੂਰਪੀਅਨ ਕਹਿੰਦੇ ਹੈਗੇ ਆ, ਜਾਂ ਜਿਨ੍ਹਾਂ ਨੂੰ ਹੈ ਨਾ ਅਸੀਂ ਭਾਵੇਂ ਅਫਰੀਕਾ ਵਾਲਾ ਬੰਦਾ ਕੋਈ ਵੀ ਹੈਗਾ, ਉਹਦੀ ਸਾਨੂੰ ਅੱਖ ਕੱਢ ਕੇ ਪਾਈ ਜਾ ਸਕਦੀ, ਸਾਡੀ ਉਹਨਾਂ ਨੂੰ ਪਾਈ ਜਾ ਸਕਦੀ। ਇੱਦਾਂ ਲੱਗ ਰਿਹਾ ਵੀ ਇੱਕ ਗੱਡੀ ਦੀ ਲਾਈਟ ਦੂਜੀ ਗੱਡੀ ਦੀ ਲਾਈਟ ਉਸੇ ਦੂਜੇ ਮਾਡਲ ਨੂੰ ਨਹੀਂ ਪਾਈ ਜਾਂਦੀ, ਨੈਕਸਟ ਈਅਰ 'ਚ ਪਾਈ। ਇਟ ਮੀਨਸ ਮਤਲਬ ਵੀ ਸਾਡਾ ਬਣਾਉਣ ਵਾਲਾ, ਸਾਡੇ ਅੰਦਰਲਾ ਸਿਸਟਮ ਜਿਹੜਾ ਹੈਗਾ, ਜਿਹੜਾ ਕਿ ਪਰੇ ਦੀ ਸ਼ਕਤੀ ਦੀ ਕਮਾਂਡ ਫੋਲੋ ਕਰ ਰਿਹਾ। ਅਸੀਂ ਬੇਚੈਨ ਨਹੀਂ ਹੋਣਾ ਚਾਹੁੰਦੇ ਪਰ ਫਿਰ ਵੀ ਬੇਚੈਨ ਹੋ ਜਾਂਦੇ ਹਾਂ। ਇਟ ਮੀਨਸ ਸਾਡਾ ਜਿਹੜਾ ਸਿਸਟਮ ਹੈਗਾ ਜੋ ਸਾਡੇ ਅੰਦਰ ਚੱਲ ਰਿਹਾ ਹੈਗਾ ਉਹ ਸਾਰਿਆਂ ਦਾ ਹੀ ਨਾ, ਉਹਨੂੰ ਬਣਾਉਣ ਵਾਲਾ ਅਤੇ ਓਪਰੇਟ ਕਰਨ ਵਾਲੀ ਇੱਕ ਸੁਪਰੀਮ ਪਾਵਰ ਉਹ ਇੱਕੋ ਹੀ ਹੈ, ਮਤਲਬ ਸਾਰੇ ਇੱਕ ਨੂੰ ਬਿਲੋਂਗ ਕਰਦੇ। ਇਹ ਚੀਜ਼ ਜਦੋਂ ਫੀਲ ਹੋਈ ਸਟਰੋਂਗਲੀ, ਫਿਰ ਜਿਹੜੇ ਬੇਬਸ ਤੇ ਲਾਚਾਰ ਹਾਂ ਫਿਰ ਉਹ ਫੀਲ ਹੋਣ ਲੱਗ ਗਿਆ। ਫਿਰ ਮਨ ਦੇ ਵਿੱਚ ਖਿਆਲਾਂ ਦਾ ਹੜ ਆ ਜਾਂਦਾ ਸੀ। ਕਈ ਵਾਰ ਤਾਂ ਪੇਰੈਂਟਸ ਦੇ ਬਣਾਏ ਹੋਏ ਘਰਾਂ ਦੇ ਵਿੱਚ ਵੀ ਲਿਆਂਦੇ, ਮਤਲਬ ਮਨ ਉਚਾਟ ਹੋਣ ਲੱਗ ਗਿਆ। ਦੇਖ ਕੇ ਮਨ ਦੇ ਵਿੱਚ ਸਵਾਲ ਆਉਂਦਾ ਸੀ ਵੀ ਆਪਣੇ ਹੀ ਰੁਲ ਰਹੇ ਹੈ, ਵੀ ਮੇਰੇ ਆਪਣੇ ਜਿਹੜੇ ਹੈ ਪਰਿਵਾਰ ਦੇ ਮੈਂਬਰ, ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ, ਸਾਡੇ ਸਭ ਦਾ ਬਾਪ, ਇੱਕ ਪਿਤਾ ਇੱਕ ਸਕੇ ਹਮ ਬਾਰਿਕ ਹੈ।
ਇਹ ਨਾ ਚੀਜ਼ ਪੜ੍ਹਨ ਤੋਂ ਅੱਗੇ ਜਾ ਕੇ ਫੀਲ ਹੋਈ, ਸਟਰੋਂਗਲੀ ਫੀਲ ਹੋਈ। ਉਹ ਗੱਲ ਵੱਖਰੀ ਹੈ ਵੀ ਕਈ ਜਗ੍ਹਾ ਤੇ ਲਾਈਕ ਉਹ ਚੀਜ਼ ਨੂੰ ਐਜ਼ ਇਟ ਇਜ਼ ਜਿਹੜੀ ਅੰਦਰੋਂ ਆਵਾਜ਼ ਆ ਰਹੀ ਹੈ ਉਹ ਇੰਪਲੀਮੈਂਟ ਕਰਨ ਦੇ ਵਿੱਚ ਮੁਸ਼ਕਲਾਂ ਵੀ ਹਨ ਆਉਂਦੀਆਂ ਸੀ। ਤੇ ਉਸ ਵੇਲੇ ਆਵਾਜ਼ ਆਉਂਦੀ ਸੀ, ਮਤਲਬ ਕੀ ਕੋਈ ਹੈ ਹੈਲਪਲਾਈਨ, ਕੀ ਕੋਈ ਹੈ ਐਸੀ ਟੀਮ ਜਿਹਨੂੰ ਮੈਂ ਫ਼ੋਨ ਕਰ ਸਕਦਾ, ਕੋਈ ਹੈ ਐਸਾ ਡਿਪਾਰਟਮੈਂਟ, ਕੋਈ ਹੈ ਐਸਾ ਅਧਿਕਾਰੀ ਜਿਹਨੂੰ ਮੈਂ ਫ਼ੋਨ ਕਰ ਸਕਦਾ। ਫਿਰ 100 ਨੰਬਰ 'ਤੇ ਫ਼ੋਨ ਕਰਨਾ, ਆ ਜਾਣਾ ਉਹਨੇ ਕਹਿਣਾ ਅਸੀਂ ਕੁਛ ਨਹੀਂ ਕਰ ਸਕਦੇ। ਫਿਰ ਕਈ ਵਾਰ ਸੀਨੀਅਰ ਅਧਿਕਾਰੀ ਨੂੰ ਫ਼ੋਨ ਕਰਨਾ, ਕੁਛ % ਹੱਲ ਹੋਣਾ, ਕਈ ਵਾਰ ਹੋਣਾ, ਕਈ ਵਾਰ ਨਾ ਹੋਣਾ। ਕਈ ਵਾਰ ਰਾਤ ਨੂੰ ਫਿਰ ਰੇਲਵੇ ਸਟੇਸ਼ਨ 'ਤੇ ਲੈ ਕੇ ਬਹਿ ਜਾਣਾ, ਰਾਤ ਨੂੰ ਉੱਥੇ ਰੇਲਵੇ ਸਟੇਸ਼ਨ 'ਤੇ ਹੀ ਬੈਠੇ ਰਹਿਣਾ। ਫਿਰ ਪਰਮਾਤਮਾ ਅੱਗੇ ਵੀ ਇਹ ਪਰਮਾਤਮਾ ਕੋਈ ਐਸੀ ਹੈ ਮਾਲਿਕ ਸ਼ਕਤੀ ਦਿਓ ਵੀ ਇਹਨਾਂ ਨੂੰ ਠੀਕ ਹੋਣ ਦਾ ਮੌਕਾ ਮਿਲ ਸਕੇ, ਜਿਹੜੇ ਕੁਝ ਡਿਪਰੈਸ਼ਨ ਕਰਕੇ, ਮਾਨਸਿਕ ਤਣਾਅ ਕਰਕੇ ਡਿਪਰੈਸ਼ਨ 'ਚ ਪਹੁੰਚ ਕੇ ਆਪਣੇ ਘਰ ਦੇ ਰਸਤੇ ਭੁੱਲ ਗਏ। ਮੈਂ ਉਹਨਾਂ ਬੰਦਿਆਂ ਨੂੰ ਜੋ ਪੁੱਛਿਆ, ਮੇਰੇ ਸਾਹਮਣੇ ਆਏ, ਉਸ ਵੇਲੇ ਮੈਂ ਮੈਡੀਕਲ 'ਤੇ ਬੈਠਿਆ ਸੀ। ਮੈਂ ਕਿਹਾ ਤੁਸੀਂ ਕੀ ਕੰਮ ਕਰ ਰਹੇ ਹੋ? ਕਹਿੰਦਾ ਵੀ ਮੈਂ ਵੈਸੇ ਮਕੈਨੀਕਲ ਇੰਜੀਨੀਅਰ ਹਾਂ। ਉਹਨੇ 3 ਕਮੀਜ਼ਾਂ ਪਾਈਆਂ ਹੋਈਆਂ। ਅੱਛਾ ਜੀ। ਤੇ ਬੜੀ ਅੱਛੀ ਉਹਦੀ ਫਲੂਐਂਸੀ ਇੰਗਲਿਸ਼ ਦੇ ਵਿੱਚ, ਇੰਨੀ ਅੱਛੀ ਇੰਗਲਿਸ਼ ਬੋਲ ਰਿਹਾ ਹੈ ਨਾ। ਤੇ ਉਹਦੀ ਗੱਲਬਾਤ ਤੋਂ ਬੜਾ ਅੰਦਾਜ਼ਾ ਲੱਗ ਰਿਹਾ ਸੀ ਵੀ ਬੜਾ ਅੱਛਾ, ਮਤਲਬ ਇਹ ਵਾਕਈ ਨੇ ਮਕੈਨੀਕਲ ਇੰਜੀਨੀਅਰ ਵੀ ਹੋਏਗਾ। ਤੇ ਉਸ ਤੋਂ ਇਲਾਵਾ ਉਹਨੇ ਕਾਫੀ ਅੱਛੀ ਸਟੱਡੀ ਹੋਰ ਵੀ, ਇੱਕ ਜਿਹਨੂੰ ਅਸੀਂ ਕਹੀਏ ਵੀ ਜੀਵਨ ਦੇ ਸੱਚ ਨੂੰ ਵੀ ਕਾਫੀ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਸੇ ਕਾਰਨ ਕਰਕੇ ਡਿਸਟਰਬ ਹੋ ਗਿਆ। ਉਹਦੇ ਲਈ ਜਦੋਂ ਕੋਸ਼ਿਸ਼ ਕੀਤੀ ਹਸਪੀਟਲ, ਉਹ ਕਹਿੰਦੇ ਅਸੀਂ ਮੈਡੀਸਨ ਲਿਖ ਸਕਦੇ ਹਾਂ, ਇਸ ਤੋਂ ਅੱਗੇ ਕੁਛ ਨਹੀਂ ਕਰ ਸਕਦੇ। ਮੈਂ ਕਿਹਾ ਰਾਤ ਨੂੰ ਕਿੱਥੇ ਰਹੇਗਾ? ਮੈਂ ਉਹਨੂੰ ਪੁੱਛਿਆ ਰਾਤ ਕਿੱਥੇ ਸੀ? ਕਹਿੰਦਾ ਸੜਕ 'ਤੇ। ਮੈਂ ਕਿਹਾ ਖਾਣਾ ਵੀ ਤੁਸੀਂ ਮਤਲਬ ਸਵੇਰੇ ਖਾਣਾ ਖਾਧਾ? ਕਹਿੰਦਾ ਨਹੀਂ। ਤੇ ਫਿਰ ਅਸੀਂ ਮਤਲਬ ਮੇਰਾ ਕਹਿਣ ਤੋਂ ਭਾਵ ਉਹਦੇ ਲਈ ਫਿਰ ਗੱਲ ਕੀ, ਜਦੋਂ ਲੈ ਕੇ ਤੁਰੇ ਕੋਈ ਹੱਲ ਨਹੀਂ ਸੀ ਦਿਖ ਰਿਹਾ ਵੀ ਕਿਹਨੂੰ ਫੋਨ ਕਰਾਂ। ਜੋ ਤੁਹਾਡੀਆਂ ਗੱਲਾਂ ਹੁਣ ਤੱਕ ਦੀਆਂ ਲੱਗੀਆਂ, ਇਹਦਾ ਮਤਲਬ ਇਹ ਲੱਗਾ ਕਿ ਤੁਸੀਂ ਪਹਿਲਾਂ ਕੈਮਿਸਟ ਦਾ ਕੰਮ ਕਰਦੇ ਸੀ। ਹਾਂਜੀ, ਠੀਕ ਹੈ ਗੱਲ ਇਹ। ਤੇ ਫਿਰ ਉੱਥੋਂ ਤੁਹਾਡਾ ਜਿਹੜਾ ਤੁਸੀਂ ਮਨੁੱਖਤਾ ਦਾ ਦਰਦ ਦੇਖਿਆ, ਕਿਉਂਕਿ ਤੁਹਾਡਾ ਜਿਹੜਾ ਸ਼ਾਪ ਸੀ ਉਹ ਹਸਪੀਟਲ ਸੀ, ਫਤਿਹਗੜ੍ਹ ਹਸਪੀਟਲ ਦੇ ਸਾਹਮਣੇ। ਹੈ ਨਾ, ਤੁਹਾਨੂੰ ਉੱਥੋਂ ਜਿਹੜਾ ਮਨੁੱਖਤਾ ਦਾ ਦਰਦ ਮਹਿਸੂਸ ਹੋਇਆ, ਉਸ ਤੋਂ ਬਾਅਦ ਤੁਸੀਂ ਇਸ ਪਾਸੇ ਤੁਰੇ? ਹਾਂਜੀ, ਫਿਰ 2 ਕਮਰੇ ਕਿਰਾਏ ਤੇ ਲੈ ਕੇ ਇਹ ਘਰ ਸ਼ੁਰੂ ਹੋ ਗਿਆ, ਜਿਸ ਦੇ ਵਿੱਚ ਅੱਛਾ ਤੁਸੀਂ ਪ੍ਰਭ ਆਸਰਾ ਟਰਸਟ ਪਹਿਲਾਂ 2 ਕਮਰਿਆਂ ਦੇ ਘਰ ਸ਼ੁਰੂ ਕੀਤਾ? ਹਾਂਜੀ, ਉੱਥੇ ਫਤਿਹਗੜ੍ਹ ਸਾਹਿਬ ਨਹੀਂ, ਇਹ ਚੰਡੀਗੜ੍ਹ ਦੇ ਵਿੱਚ ਕੀਤਾ, ਕਿਉਂਕਿ ਡਿਪਰੈਸ਼ਨ ਦੇ ਕੇਸ ਜਿੰਨੇ ਵੀ ਸੀ ਉਹਨਾਂ ਦੇ ਲਈ ਸਾਈਕੈਟ੍ਰਿਸਟ ਦੇ ਲਈ ਅਰੇਂਜਮੈਂਟ ਜਿਹੜਾ ਸੀ ਉਹ ਸਾਨੂੰ ਪੰਜਾਬ 'ਚ ਨਹੀਂ ਲੱਭਦਾ ਕਿਤੇ ਵੀ। ਉਹ ਫਿਰ ਹਾਂਜੀ, ਵੱਡੀ ਅਸੀਂ ਕਾਫੀ ਦੇ ਲਈ ਕੋਸ਼ਿਸ਼ਾਂ ਕੀਤੀਆਂ। ਬੜੇ ਸਰਕਾਰੀ ਹਸਪੀਟਲਾਂ ਦੇ ਡਾਇਰੈਕਟਰ ਉਸ ਵੇਲੇ ਦੇ, ਜੋ PGI ਦੇ ਸੀ, 32 ਦੇ ਹਸਪੀਟਲ ਦੇ, ਬਹੁਤ ਉਹਨਾਂ ਨਾਲ ਗੱਲਬਾਤ ਨੇੜੇ ਹੋ ਕੇ ਵੀ ਕੀ ਹੱਲ ਹੈਗਾ, ਕੀ ਤੁਹਾਡੇ ਕੋਲ ਲਿਆ ਸਕਦੇ ਆ? ਕਹਿੰਦੇ ਨਹੀਂ, ਇੱਦਾਂ ਨਹੀਂ ਲਿਆ ਕੇ ਤੁਸੀਂ ਸਾਡੇ ਕੋਲ ਛੱਡ ਨਹੀਂ ਸਕਦੇ, ਕਿਉਂਕਿ ਜਿਨ੍ਹਾਂ ਦੇ ਨਾਲ ਕੋਈ ਨਹੀਂ ਹੈ ਉਹਨਾਂ ਲਈ ਸਾਡੇ ਕੋਲ ਕੋਈ ਐਸਾ ਅਰੇਂਜਮੈਂਟ ਹੈ ਕਿ ਬਿਨਾਂ ਸ਼ਰਤ ਅਸੀਂ ਦਾਖਲ ਕਰਕੇ ਉਹਨਾਂ ਨੂੰ ਟ੍ਰੀਟਮੈਂਟ ਦੇ ਸਕੀਏ। ਮੈਂ ਕਿਹਾ ਆਪਣੇ ਦੇਸ਼ ਦੇ ਨਾਗਰਿਕ ਹਾਂ, ਆਪਣੇ ਦੇਸ਼ ਦੇ ਹਸਪੀਟਲ 'ਚ ਨਹੀਂ ਰਹਿ ਸਕਦੇ? ਕਹਿੰਦੇ ਨਹੀਂ, ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਅਰੇਂਜਮੈਂਟ ਨਹੀਂ ਹੈ। ਫਿਰ ਜਦੋਂ ਧਾਰਮਿਕ ਕੇਂਦਰਾਂ ਤੇ, ਇੱਕ ਧਰਮ ਦੇ ਕੇਂਦਰ ਤੇ ਨਹੀਂ, ਅਲੱਗ-ਅਲੱਗ ਧਰਮ ਦੇ ਕੇਂਦਰਾਂ ਦੇ ਬਹੁਤ ਉੱਚ ਜਿਹੜੇ ਬੜੇ ਸਤਿਕਾਰਯੋਗ ਹਨ ਸ਼ਖਸੀਅਤਾਂ ਨੂੰ ਮਿਲੇ, ਪਰ ਕੋਈ ਜਦੋਂ ਢੁਕਵਾਂ ਹੁੰਗਾਰਾ ਨਹੀਂ ਮਿਲਿਆ, ਫਿਰ ਪਰਮਾਤਮਾ ਦਾ, ਮਾਲਕ ਦਾ ਓਟ ਆਸਰਾ ਤੱਕ ਕੇ 2 ਕਮਰੇ ਕਿਰਾਏ ਤੇ ਲੈ ਕੇ ਉਹਨਾਂ ਬੇਬਸ ਤੇ ਲਾਚਾਰ ਨਾਗਰਿਕ ਜਿਹੜੇ ਕਿ ਕੁਛ ਕਾਰਨ ਕਰਕੇ ਡਿਪਰੈਸ਼ਨ ਚਲੇ ਗਏ, ਮਾਨਸਿਕ ਰੋਗਾਂ ਤੋਂ ਪੀੜਤ ਹੋ ਗਏ, ਡਿਮੈਂਸ਼ੀਆ ਕਰਕੇ, ਡਿਪਰੈਸ਼ਨ ਕਰਕੇ, ਇੰਟੈਲੈਕਚੁਅਲ ਡਿਸੇਬਿਲਿਟੀ ਕਰਕੇ, ਟ੍ਰੈਜਡੀ ਕਰਕੇ, ਇਨਜਸਟਿਸ ਕਰਕੇ, ਟਾਰਚਰ ਕਰਕੇ ਨਾ, ਉਹ ਉਹਨਾਂ ਦੇ ਲਈ ਫਿਰ ਵੀ ਉਹਨੂੰ ਠੀਕ ਹੋਣ ਦਾ ਮੌਕਾ ਮਿਲ ਸਕੇ, ਜਿਹਨਾਂ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲ ਰਿਹਾ। ਫਿਰ ਉਹ 2 ਕਮਰੇ ਕਿਰਾਏ ਤੇ ਲੈ ਕੇ ਜਦੋਂ ਸ਼ੁਰੂ ਹੋਇਆ, ਫਿਰ ਉਹ ਮਤਲਬ ਕਹਿ ਲਓ ਵੀ ਉੱਥੇ ਪੁਲਿਸ ਵੱਲੋਂ ਵੀ ਅਲੱਗ-ਅਲੱਗ ਜਗ੍ਹਾ ਤੋਂ, ਹੈ ਨਾ, ਹਸਪੀਟਲਾਂ ਵੱਲੋਂ ਵੀ ਜਿਵੇਂ ਕੇਸ ਆਉਣ ਲੱਗੇ, ਤੇ ਫਿਰ ਸਾਨੂੰ ਬੜੀ ਜਲਦੀ ਉਹਨੂੰ ਸ਼ਿਫਟ ਕਰਨਾ ਪਿਆ ਖਰੜ ਦੇ ਵਿੱਚ, ਖੁੱਲੀ ਜਗ੍ਹਾ ਥੋੜੀ ਜਿਹੀ ਲੈ ਕੇ ਇੱਕ ਕੋਠੀ ਕਿਰਾਏ ਤੇ ਲਈ। ਉਹਦੇ ਵਿੱਚ ਉਸ ਵੇਲੇ 25 ਮਤਲਬ ਨਾਗਰਿਕ ਦਾਖਲ ਸੀ, ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ, ਸੜਕ ਤੋਂ ਇੱਕ ਮੈਨੂੰ ਬਜ਼ੁਰਗ ਮਿਲਿਆ। ਤੇ ਉਹਦੇ ਵਿੱਚ ਐਕਸੀਡੈਂਟਲ ਕੇਸ ਜਿਹੜਾ ਕਿ ਮਤਲਬ ਚੰਡੀਗੜ੍ਹ ਫੁੱਟਪਾਥ ਦੇ ਉੱਤੇ ਪਿਆ ਸੀ। ਮੈਨੂੰ ਫੋਨ ਆਇਆ, ਦੀਵਾਲੀ ਵਾਲਾ ਦਿਨ ਸੀ, ਮਤਲਬ ਉਹਦੇ ਥੱਲੇ ਦਰਖਤ ਦੇ ਥੱਲੇ ਪਿਆ, ਉੱਪਰ ਕੀੜੇ ਆਏ ਹੋਏ ਹਨ। ਤੇ ਉੱਥੇ ਜਾ ਕੇ ਅਸੀਂ ਫੋਨ ਕੀਤਾ, ਤੇ ਜਿਹੜੀ ਪੁਲਿਸ ਸੀ ਉਹ ਕਹਿੰਦੇ ਮੈਂ ਕਿਹਾ ਜੇ ਤੁਸੀਂ ਇਹਨੂੰ ਹਸਪੀਟਲ ਨਹੀਂ ਸ਼ਿਫਟ ਕਰ ਸਕਦੇ, ਸਾਡੇ ਕੋਲ ਸ਼ਿਫਟ ਕਰ ਦਿਓ। ਉਸ ਵੇਲੇ ਸਾਡੇ ਕੋਲ ਐਂਬੂਲੈਂਸ ਨਹੀਂ ਸੀ ਹੈਗੀ, ਤੇ ਉਸ ਵੇਲੇ ਸਾਡੇ ਕੋਲ ਇੱਕ 10 ਪਹਿਲਾਂ ਸਾਡੇ ਕੋਲ ਆਪਣੀ ਮਰੂਤੀ ਹੁੰਦੀ ਸੀ, ਫਿਰ ਅਸੀਂ 10 ਸੀਟਰ ਇੱਕ ਜਿਹੜੀ ਸੀ ਮਹਿੰਦਰਾ ਜੀਪ ਲਈ। ਉਹਦੇ ਵਿੱਚ ਫਿਰ ਸਾਡੇ ਕੋਲ ਉਹਨੂੰ ਰੱਖਣ 'ਚ ਮੁਸ਼ਕਿਲ ਆ ਰਹੀ ਸੀ, ਪਰ ਉਹ ਕਹਿੰਦੇ ਉਹਨਾਂ ਨੇ ਆਪਣੇ ਹੈੱਡ ਆਫਿਸ 'ਤੇ ਫੋਨ ਕੀਤਾ, ਕਹਿੰਦੇ ਇੱਦਾਂ ਇੱਕ ਨਾਗਰਿਕ ਪਿਆ ਹੈਗਾ 24 ਸਾਲ ਦਾ, ਹਾਲਤ ਇਹਦੀ ਕਾਫੀ ਖਰਾਬ ਹੈਗੀ ਹੈ, ਵੀ ਇਹ ਕਹਿੰਦੇ ਸਾਡੇ ਕੋਲ ਸ਼ਿਫਟ ਕਰ ਦਿਓ ਉੱਥੇ। ਉਹ ਕਹਿੰਦੇ ਨਹੀਂ, ਅਸੀਂ ਆਪਣੇ ਏਰੀਆ ਤੋਂ ਬਾਹਰ ਨਹੀਂ ਜਾ ਸਕਦੇ। ਇਸ ਤਰ੍ਹਾਂ ਦੇ ਹਾਲਾਤ ਸੀ। ਤੇ ਕੁੱਲ ਮਿਲਾ ਕੇ ਜੀ ਉੱਥੇ ਫਿਰ ਇੱਕ ਜਿਹੜਾ ਸੱਜਣ ਲੰਘ ਰਿਹਾ ਸੀ ਨਾ, ਨਾਲੀ ਮੰਦਰ ਮਸਜਿਦ ਸਾਰੇ ਉਸ ਲਾਈਨ ਦੇ ਵਿੱਚ ਹੈਗੇ, ਪਰ ਇੱਕ ਉੱਥੇ ਜਦੋਂ ਮੇਰੇ ਕੋਲ ਭੱਜ ਕੇ ਆਇਆ ਨਾ ਬੰਦਾ, ਕਹਿੰਦਾ ਬਾਈ ਜੀ ਛੱਡ ਕੇ ਨਾ ਜਾਵੇ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਵੀ ਇਹ ਮਰ ਜਾਊਗਾ, ਮੇਰੇ ਤੋਂ ਦੇਖ ਨਹੀਂ ਹੁੰਦਾ। ਭਾਵੇਂ ਉਹ ਜਦੋਂ ਮੈਨੂੰ ਦੱਸਿਆ ਨਾਲ ਆ ਨਾ ਬੰਦੇ ਜਿਹੜੇ ਉੱਥੇ ਇਕੱਠੇ ਹੋਏ, ਉਹ ਨਸ਼ਾ ਕਰਦਾ, ਕਹਿੰਦੇ ਕੁਛ ਨਾ ਕੁਛ ਮਤਲਬ ਸ਼ਰਾਬ ਪੀ ਲੈਂਦਾ ਹੈ ਥੋੜ੍ਹੀ ਜਿਹੀ, ਪਰ ਉਹ ਕਹਿੰਦੇ ਵੀ ਇਹਨੂੰ ਰੋਟੀ ਖਿਲਾ ਕੇ ਜਾਂਦਾ ਪਹਿਲਾਂ, ਤਾਂ ਫਿਰ ਆਪ ਰੋਟੀ ਖਾਂਦਾ, ਇਸ ਕਰਕੇ ਇਹ ਬਚਿਆ ਹੋਇਆ। ਅਦਰਵਾਈਜ਼ ਕਹਿੰਦੇ 11 ਦਿਨ ਤੋਂ ਇੱਥੇ ਪਿਆ ਏ। ਤੇ ਉਹਦੇ ਨਾਲ ਨੇਲਸ ਥੱਲਿਓਂ ਲੈ ਕੇ ਬਾਹਾਂ ਤੱਕ ਉੱਪਰ ਉਹਦਾ ਐਕਸੀਡੈਂਟ ਹੋ ਗਿਆ ਸੀ, ਉਹ ਪਾਈਆਂ ਹੋਈਆਂ ਸੀ। ਤੇ ਚਲੋ ਉਹ ਵੀ ਉੱਥੇ ਦਾਖਲ ਸੀ।
ਇੱਕ ਲੇਡੀ ਮਿਲੀ 22 ਸਾਲ ਦੀ, ਨਾਲ ਛੋਟਾ ਜਿਹਾ ਬੱਚਾ 9 ਮਹੀਨੇ ਦਾ, ਉਹ ਵੀ ਉੱਥੇ ਦਾਖਲ ਸੀ। ਅਸੀਂ ਕੋਸ਼ਿਸ਼ ਕੀਤੀ ਸੀ ਪ੍ਰਸ਼ਾਸਨ ਦੀ ਹੈਲਪ ਨਾਲ ਵੀ ਕਿਤੇ ਉਹ ਮਤਲਬ ਜਿਹੜਾ ਜਿਵੇਂ ਚਾਈਲਡ ਕੇਅਰ ਇੰਸਟੀਚਿਊਟ ਹੁੰਦੇ ਉੱਥੇ ਦਾਖਲ ਹੋ ਜਾਵੇ, ਕਿਸੇ ਨਾਰੀ ਨਿਕੇਤਨ 'ਚ ਦਾਖਲ ਹੋ ਜਾਵੇ, ਪਰ ਕੋਈ ਅਰੇਂਜਮੈਂਟ ਨਾ ਹੋਣ ਕਰਕੇ ਸਾਰੇ ਮੈਂਬਰ ਉੱਥੇ ਸੀ। ਇੱਕ ਸੱਜਣ ਨੇ ਦੇਖਿਆ ਨਾ ਜਦੋਂ ਖਰੜ ਤੋਂ ਹੀ, ਸਰਦਾਰ ਕੁਲਦੀਪ ਸਿੰਘ ਨੇ, ਉਹ ਕਹਿੰਦਾ ਇੰਨੇ ਮੈਂਬਰ ਤੁਸੀਂ ਇੱਥੇ ਮਤਲਬ ਦਾਖਲ ਕੀਤੇ ਹੋਏ ਆ। ਥੋੜਾ ਜਿਹਾ ਮਹੱਲੇ 'ਚ ਉਦਾਂ ਵੀ ਤੁਹਾਨੂੰ ਪਤਾ ਵੀ ਹੈ ਨਾ, ਰੈਜ਼ੀਡੈਂਸ਼ੀਅਲ ਏਰੀਆ 'ਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਆ। ਇੱਕ ਬਜ਼ੁਰਗ ਸੀ ਜਦੋਂ ਸੜਕ ਤੋਂ ਮਿਲੇ, ਉਹਨੇ ਬੜੀ ਆਪਣੀ ਕਹਿੰਦਾ ਵੀ ਮੈਨੂੰ ਟੋਆ ਪੱਟ ਲੈ ਤੇ ਮੈਨੂੰ ਦੱਬ ਦੇ ਤੇ ਐਦਾਂ ਕਰਦੇ ਹਨ। ਜਦੋਂ ਉਹਨੂੰ ਲਿਜਾ ਕੇ ਅਸੀਂ ਉੱਥੇ ਰੱਖਿਆ, ਕਹਿੰਦਾ ਮੈਨੂੰ ਹਸਪੀਟਲ ਲੈ ਗਏ, ਦਵਾਈ ਉਹਦੀ ਸ਼ੁਰੂ ਕੀਤੀ, ਥੋੜੀ ਦੇਰ 'ਚ ਇੰਪਰੂਵ ਹੋਇਆ। ਉਹਨੇ ਬੜੀਆਂ ਦਰਦ ਭਰੀਆਂ ਕਹਾਣੀਆਂ ਸੁਣਾਈਆਂ, ਕਹਿੰਦਾ ਹੇ ਪਰਮਾਤਮਾ ਤੇਰੇ ਨਾਂ ਤੇ ਘਰ ਤਾਂ ਰੋਜ਼ ਨਵੇਂ ਬਣ ਰਹੇ, ਕਹਿੰਦਾ ਪਰ ਤੇਰੇ ਬੰਦੇ ਜਿਹੜੇ ਨਿਆਸਰੇ ਤੇ ਲਾਚਾਰ ਹੈ ਉਹ ਰੋਲ ਕੇ ਮਰ ਰਹੇ ਹੈ। ਹੇ ਮਾਲਕ ਤੇਰੇ ਘਰਾਂ ਨੂੰ ਸੋਨਾ ਲਾ ਕੇ ਸ਼ਿੰਗਾਰਿਆ ਜਾ ਰਿਹਾ, ਪਰ ਤੇਰਾ ਬੰਦਾ ਜਿਹੜਾ ਨਿਆਸ ਰਿਹਾ ਉਹ ਦੁਰਕਾਰਿਆ ਜਾ ਰਿਹਾ। ਵੀ ਕੈਸਾ ਧਰਮ ਹੈ ਇਹ, ਰੂਹਾਨੀਅਤ ਕੈਸੀ ਹੈ, ਉਹਦੀ ਫੀਲਿੰਗ ਜਿਹੜੀ ਸੀ ਵੀ ਕੈਸਾ ਧਰਮ ਹੈ, ਰੂਹਾਨੀਅਤ ਕੈਸੀ ਹੈ, ਕੈਸੀ ਸੇਵਾ ਹੈ, ਇਨਸਾਨੀਅਤ ਕੈਸੀ ਹੈ। ਵੀ ਦਇਆ ਦੇ ਵਿੱਚੋਂ ਤਾਂ ਧਰਮ ਜਨਮ ਲੈਂਦਾ, ਵੀ ਦਇਆ ਦਾ ਕਲ ਵੱਧਦਾ ਜਾ ਰਿਹਾ। ਅੱਜ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਤੇ ਲੋਕਤੰਤਰ ਦੇਸ਼ ਦੇ ਵਿੱਚ ਇੱਕ ਲਾਚਾਰ ਨਾਗਰਿਕ ਰੋਲ ਕੇ ਮਰਦਾ ਜਾ ਰਿਹਾ, ਕਿਉਂਕਿ ਉਹਦੇ ਲਈ ਦਰਵਾਜ਼ੇ ਬੰਦ ਹੋਣੇ ਨਾ। ਜਦੋਂ ਤੁਸੀਂ ਸ਼ੁਰੂਆਤ ਕੀਤੀ 2 ਕਮਰਿਆਂ ਤੋਂ, ਫਿਰ ਖਰੜ ਆ ਗਏ ਹੈ ਨਾ, ਥੋੜੇ ਵੱਡੇ ਘਰ ਵਿੱਚ, ਇਹ ਸ਼ੁਰੂ ਤੋਂ ਹੀ ਆਪਣੀ ਪੋਕਟ ਜਾਂ ਤੁਹਾਨੂੰ ਕੁਦਰਤੀ ਕੋਈ ਦਾਨੀ ਸੱਜਣ ਟੱਕਰ ਗਿਆ ਸੀ, ਜਾਂ ਤੁਹਾਡੇ ਕੋਈ ਇਹੋ ਜਿਹਾ ਹੈ ਜਿਹਨੇ ਤੁਹਾਡਾ ਬੈਕ ਖੜਿਆ ਹੋਇਆ ਬੰਦਾ? ਬੈਕ ਤੇ ਇਹ ਖੜੇ ਸੀ ਜੀਵਨ ਸਾਥੀ ਜੀ, ਇਹਨਾਂ ਨੇ ਕਿਰਾਇਆ ਜਿਹੜਾ ਸੀ, ਸ਼ਾਪਸ ਚੱਲਦੀਆਂ ਸੀ ਜਿਹੜੀਆਂ ਮੈਡੀਕਲ, ਇਹਨਾਂ ਕੋਲੋਂ ਅਸੀਂ ਕਿਰਾਇਆ ਲੈ ਕੇ ਕੋਠੀਆਂ ਦਾ ਕਿਰਾਇਆ ਦਿੰਦੇ ਰਹੇ। ਮਤਲਬ ਇਹਨਾਂ ਕੋਲੋਂ ਮਤਲਬ ਕਿ ਇਹ ਕੈਮਰਾ ਸ਼ਾਪ ਸੰਭਾਲਦੇ ਸੀ? ਇਹ ਸੰਭਾਲਦੇ ਸੀ। ਜਿਹੜੀਆਂ ਇਹਨਾਂ ਦੀਆਂ ਐਫਡੀਆਂ ਸੀ, ਜੋ ਕੁਝ ਵੀ ਹੈਗਾ ਸੀ, ਮਤਲਬ ਕਿ ਜੀ ਪਰਮਾਤਮਾ ਦੀ ਕਿਰਪਾ ਨਾਲ ਇੱਕ ਮਾਈਂਡ ਸੈਟ ਸੀ ਵੀ ਜਿਹੜੇ ਸਾਡੇ ਨਾਂ ਤੇ ਪਲਾਟ ਹੈ, ਜੋ ਕੁਛ ਹੈ, ਵੀ ਜਿੰਨੀ ਦੇਰ ਮਤਲਬ ਜੋ ਕੁਛ ਵੀ ਹੈਗਾ ਉਹ ਸਾਰਾ ਕੁਛ ਜੇ ਲੱਗ ਕੇ ਵੀ ਨਾਗਰਿਕ ਜਿਹੜੀਆਂ ਬਚ ਜਾਣ, ਵੀ ਇਸ ਤੋਂ ਸਸਤਾ ਸੌਦਾ ਸਾਡੇ ਲਈ ਹੋਰ ਕੋਈ ਨਹੀਂ ਹੈ। ਜ਼ਮੀਰ ਤੇ ਬੋਝ ਰੱਖ ਕੇ ਜੀਣਾ ਬਹੁਤ ਮੁਸ਼ਕਲ ਹੋ ਗਿਆ ਸੀ। ਤੇ ਜਦੋਂ ਤੇਲ ਪਾਉਣਾ ਇਹਨਾਂ ਕੋਲੋਂ ਪੈਸੇ ਲੈ ਜਾਣੇ, ਤੇ ਜਦੋਂ ਕਿਰਾਇਆ ਦੇਣਾ ਇਹਨਾਂ ਕੋਲੋਂ ਪੈਸੇ ਲੈ ਲੈਣੇ, ਜਦੋਂ ਹਸਪੀਟਲ ਲੈ ਕੇ ਜਾਣਾ ਇਹਨਾਂ ਕੋਲ ਲੈ ਲੈਣੇ ਹਨ। ਤੇ ਇਸ ਤਰ੍ਹਾਂ ਦੇ ਮਤਲਬ ਫਿਰ ਹੌਲੀ ਹੌਲੀ ਜਿਹੜੇ ਸੱਜਣ ਸੀ ਨਾ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਹਨ। ਤੇ ਫਿਰ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਖਰੜ ਦੇ ਵਿੱਚ ਇੱਕ ਸੱਜਣ ਸੀ ਕੁਲਦੀਪ ਸਿੰਘ, ਉਹਨਾਂ ਦਾ ਪਲਾਟ ਪਿਆ ਸੀ ਇੱਥੇ ਪਟਿਆਲੇ ਦੇ ਵਿੱਚ, ਜਿੱਥੇ ਪ੍ਰਭ ਆਸਰਾ ਇਹਨਾਂ ਦਾ ਘਰ ਬਣਿਆ ਪੱਕੇ ਤੌਰ ਤੇ। 12 ਵਿਸਵੇ ਦਾ ਪਲਾਟ, ਉਹਨੇ ਹਾਲਾਤ ਦੇਖ ਕੇ ਕਹਿੰਦਾ ਜੀ ਤੁਸੀਂ, ਮੈਂ ਤਾਂ ਬਾਅਦ ਚ ਬਣਾਵਾਂਗਾ, ਤੁਸੀਂ ਇੱਥੇ ਬਣਾਓ ਇਹਨਾਂ ਨੇ ਆਸਰੇ ਪੁਰਾਣੀਆਂ ਲਈ। ਤੇ ਚਲੋ ਜੀ ਗੱਲ ਕੀ, ਉਹਨੇ ਉਸੇ ਵੇਲੇ ਉਹ ਜਿਉਂਦੇ ਨੇ ਹਲੇ? ਹਾਂਜੀ ਹੁਣ ਵੀ ਇਸ ਵੇਲੇ? ਹਾਂਜੀ ਤੁਹਾਨੂੰ ਜੁੜੇ ਹੋਏ ਹਾਂਜੀ। ਅੱਛਾ ਜੀ। ਤੇ ਫਿਰ ਇੱਥੇ ਅਸੀਂ ਅਧੂਰੀ ਜੀ ਮਤਲਬ ਫਟਾਫਟ ਸੰਗਤ ਦੇ ਸਹਿਯੋਗ ਦੇ ਨਾਲ ਤੇ ਬਿਲਡਿੰਗ ਬਣਾਉਣੀ ਸ਼ੁਰੂ ਕਰ ਦਿੱਤੀ। 12 ਵਿਸਵੇ ਦਾ ਪਲਾਟ ਜਿਹੜਾ ਸੀ, ਦੇਖੀ ਹੋਈ ਹੈ ਬਹੁਤ ਛੋਟੀ, ਹਾਂਜੀ, ਬਸ ਉਹ ਬਣਾ ਕੇ ਫਟਾਫਟ ਅਸੀਂ ਅਧੂਰੀ ਜੀ ਬਿਲਡਿੰਗ 'ਚ ਸ਼ਿਫਟ ਕਰ ਲਿਆ। ਇੱਥੇ ਜਾਣੀ ਇਹ ਸੀ ਵੀ ਕਿਸੇ ਹੋਰ ਨੂੰ ਡਿਸਟਰਬੈਂਸ ਨਹੀਂ ਸੀ ਹੋ ਰਹੀ, ਖੁੱਲਾ ਜਿਹਾ ਏਰੀਆ ਸੀ। ਤੇ ਫਿਰ ਫਟਾਫਟ ਨਾਲ ਹੀ ਇੱਕ ਹੋਰ ਪਲਾਟ ਲਿਆ, ਫਿਰ ਇੱਕ ਹੋਰ ਪਲਾਟ ਲਿਆ, ਸੜਕ ਨੂੰ ਟੱਚ ਕਰ ਗਏ। ਪਿੱਛੇ ਬੀਬੀਆਂ ਨੇ ਜਿੱਥੇ ਹੁਣ ਹੈ ਨਾ ਪਰਲੀ ਸਾਈਡ ਤੇ ਕੋਈ ਲਗਭਗ 200 ਬੀਬੀ ਹੋਣੀ ਹੈ ਨਾ, ਤੇ ਉੱਥੇ ਫਿਰ ਮਤਲਬ ਫਿਰ ਇੱਕ ਹੋਰ ਪਲਾਟ ਲੈ ਕੇ ਇੱਦਾਂ ਛੋਟੇ ਛੋਟੇ ਪਲਾਟ ਲੈਂਦੇ ਰਹੇ ਤੇ ਇਹਨੂੰ ਜੋੜ ਕੇ ਅੱਜ ਲਗਭਗ ਅੱਜ ਤੱਕ ਸਾਡੇ ਕੋਲ ਕੋਈ 1890 ਦੇ ਕਰੀਬ ਨਾਗਰਿਕ ਦਾਖਲ ਹੋਏ। ਮੈਂ ਪਹਿਲਾਂ 2 ਲਾਈਨਾਂ ਕਹਿੰਦਾ ਸੀਗੀਆਂ, ਦਰਿਆ ਦੀ ਗੱਲ ਕੀਤੀ ਸੀ, ਪਰ ਤੁਸੀਂ ਤਾਂ ਸਮੁੰਦਰ ਹੋ ਤੇ ਤੁਸੀਂ ਇੱਥੇ ਤੁਹਾਡੇ ਕੋਲ 1890 ਪੁਰਾਣੀ ਆ ਜਿਹੜੇ ਦਾਖਲ ਹੋਏ ਅੱਜ ਤੱਕ। ਪਰ ਤੁਸੀਂ ਮੇਰੇ ਖਿਆਲ ਇੱਕ ਚੁੰਨੀ ਲੱਗ ਗਈ ਉਹ ਤੋਂ, ਹਾਂਜੀ, ਲਾਂਡਰਾਂ ਤੋਂ ਫਤਿਹਗੜ੍ਹ ਸਾਹਿਬ ਰੋਡ ਤੇ ਚੁੰਨੀ ਰੋਡ ਤੇ ਉੱਥੇ ਇਹਦੀ ਬ੍ਰਾਂਚ ਵੀ ਹੋ ਸਕਦੀ ਹੈ। ਹਾਂਜੀ, ਉੱਥੇ ਮੇਲ ਸੈਕਸ਼ਨ ਸਾਡੇ ਸ਼ਿਫਟ ਕੀਤੇ ਹੋਏ ਕੁਝ। ਅੱਛਾ ਜੀ। ਜਿਨ੍ਹਾਂ ਦੇ ਵਿੱਚ ਡਿਪਰੈਸ਼ਨ ਦੇ ਕੇਸ ਜ਼ਿਆਦੇ ਹੈ। ਅੱਛਾ ਜੀ। ਤੇ ਉਸ ਤੋਂ ਇਲਾਵਾ ਇੱਥੇ ਵੀ ਹੈਗੀਆਂ ਕੁਝ ਸ਼ੈੱਡਾਂ ਵਿੱਚ ਪਾਉਣੇ ਪੈ ਰਹੇ ਆ ਸਾਨੂੰ, ਬੀਬੀਆਂ ਨੂੰ ਵੀ ਕਈਆਂ ਲਈ ਟੈਂਪਰੇਰੀ ਸ਼ੈੱਡ ਪਾ ਕੇ। ਤੇ ਆਲੇ ਦੁਆਲੇ ਅਸੀਂ ਕੀਤਾ ਤਾਂ ਪ੍ਰੋਟੈਕਸ਼ਨ ਲਈ ਬਹੁਤ ਕੁਛ ਹੈ, ਪਰ ਫਿਰ ਵੀ ਸ਼ੈੱਡ ਤਾਂ ਸ਼ੈੱਡ ਹੀ ਹੁੰਦੇ ਆ, ਭਾਵੇਂ ਐਗਜ਼ੌਸਟ ਵਿੱਚ ਬਥੇਰੇ ਲਾਏ ਹੋਏ ਆ ਤੇ ਕੂਲਰ ਵੱਡੇ ਵੱਡੇ ਲਾਏ ਹੋਏ ਆ, ਪਰ ਸ਼ੈੱਡਾਂ ਦੇ ਵਿੱਚ ਇੱਕ ਬੈੱਡ ਤੇ ਦੋ ਨੂੰ ਵੀ ਮਜਬੂਰੀ ਕਰਨ ਪਾਉਣਾ ਪੈ ਰਿਹਾ, ਅਦਰਵਾਈਜ਼ ਉਹ ਸੜਕ ਦੇ ਉੱਤੇ ਹੈ। ਤੁਸੀਂ ਉਹ ਕਿਹਾ ਉਹ ਮੇਲ ਸੈਕਸ਼ਨ ਹੈ ਹਨਾ, ਇੱਥੇ ਬੀਬੀਆਂ ਵੀ ਆ ਤੇ ਬੱਚੇ ਵੱਡੇ ਵੀ ਇੱਥੇ ਵੀ ਹੈਗੇ ਆ। ਥੋੜਾ ਮੈਨੂੰ ਦੱਸੋਗੇ ਤੁਸੀਂ ਤੁਹਾਡੇ ਕੋਲੇ ਕਿਹੜੇ ਵਾਰਡ ਆ ਜਾਂ ਕਿਸ ਤਰ੍ਹਾਂ ਦੇ ਲੋਕ ਸਾਡੇ ਕੋਲੇ? ਸਾਡੇ ਕੋਲ ਮਤਲਬ ਜੇ ਕਹੀਏ ਆਪਾਂ ਅਨਵਾਂਟਿਡ ਚਾਈਲਡ ਜਿਹੜਾ ਹੁੰਦਾ ਨਾ, ਅਨਵੈਡਿਡ ਮਦਰ ਕਹਿ ਲਓ ਹੈ ਨਾ। ਅੱਛਾ, ਉਹਨਾਂ ਦੇ ਅਣਵਿਆਹੀਆਂ ਮਾਵਾਂ ਦੇ ਜਿਹੜੇ ਬੱਚੇ ਆ, ਉਹਨਾਂ ਦੇ ਵੀ, ਜਿਹੜੇ ਵਿਆਹੀਆਂ ਉਹਨਾਂ ਦੇ ਵੀ, ਜਿਹੜੇ ਮਤਲਬ ਜਿਹੜੇ ਬੱਚੀ ਪੈਦਾ ਹੋ ਗਈ ਤਾਂ ਨਹੀਂ ਰੱਖਣਾ ਚਾਹੁੰਦੇ, ਜਿਨ੍ਹਾਂ ਨੂੰ ਨਹੀਂ ਚਾਹੁੰਦੇ ਉਹਨਾਂ ਨੂੰ ਝਾੜੀਆਂ ਦੇ ਵਿੱਚ ਡਸਟਬਿਨਾਂ 'ਚ ਗੇਰ ਦਿੰਦੇ ਸੀ। ਉਹਨਾਂ ਲਈ ਮਤਲਬ ਜਿਵੇਂ ਇਹਨਾਂ ਨੇ ਕੀ ਮਤਲਬ ਕਿਹਾ ਵੀ ਆਪਾਂ ਨੂੰ ਭੰਗੂੜਾ ਜਿਹੜਾ ਹੈਗਾ ਹੈ ਨਾ, ਕਰੈਡਲ ਜਿਹੜਾ ਹੈ ਵੀ ਲਗਾਉਣਾ ਚਾਹੀਦਾ ਵੀ ਬੱਚਿਆਂ ਨੂੰ। ਹਾਂਜੀ, ਫਿਰ ਇਹਦੇ ਵਿੱਚ ਨਾ ਲੜਕੀਆਂ ਵੈਸੇ ਗਿਣਤੀ ਦੇ ਰੂਪ 'ਚ ਦੇਖੀਏ ਲੜਕੀਆਂ ਜ਼ਿਆਦਾ ਆਈਆਂ ਤੇ ਤੁਰੰਤ ਉਹਨਾਂ ਨੂੰ ਫਿਰ ਅਸੀਂ ਹਸਪੀਟਲ ਲੈ ਕੇ ਜਾਂਦੇ ਹਾਂ। ਤੇ ਭਾਵੇਂ ਉਹ ਜਿੰਨਾ ਮਰਜ਼ੀ ਟਾਈਮ ਹੋਵੇ, ਉਹਦੇ 'ਚ ਇੱਕ ਬੈਲ ਵੀ ਲੱਗੀ ਹੋਈ ਹੈ ਵਿੱਚ, ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹਦੇ ਉੱਤੇ ਕੈਮਰਾ ਅਸੀਂ ਕੋਈ ਨਹੀਂ ਲਾਇਆ ਹੋਇਆ, ਸੈਂਸਰ ਲੱਗੇ ਹੋਏ, ਗੇਟ ਤੇ 24 ਘੰਟੇ ਬੰਦਾ ਹੁੰਦਾ। ਤੇ ਤੁਰੰਤ ਬੱਚੇ ਦਾ ਜਿਹੜਾ ਹੈਗਾ ਅਸੀਂ ਉਹਨੂੰ ਚੱਕ ਕੇ ਹਸਪੀਟਲ ਸ਼ਿਫਟ ਕਰਦੇ ਹਾਂ।
ਫਿਰ ਨਾਲ ਦੀ ਨਾਲ ਹੀ ਪੁਲਿਸ ਰਿਪੋਰਟ ਕਰਦੇ ਆ, ਨਾਲ ਦੀ ਨਾਲ ਹੀ ਫਿਰ ਚਾਈਲਡ ਵੈਲਫੇਅਰ ਕਮੇਟੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫਿਸਰ ਨੂੰ ਹਾਂਜੀ। ਇਨਫੋਰਮ ਕਰ ਦਿੰਦੇ ਆ ਤਾਂ ਕਿ ਲੀਗਲ ਪ੍ਰੋਸੀਜਰ 'ਚ ਪੈ ਜਾਵੇ ਉਹ। ਜੇ ਉਹ ਐਲੀਜੀਬਲ ਹੁੰਦਾ ਅਡਾਪਸ਼ਨ ਦੇ ਲਈ ਫਿਰ ਉਹਨੂੰ ਜਿਹੜੇ ਅਡਾਪਸ਼ਨ ਸੈਂਟਰ ਹੈ ਉਹਨਾਂ 'ਚ ਭੇਜ ਦਿੱਤਾ ਜਾਂਦਾ। ਇਸ ਤਰ੍ਹਾਂ ਕਾਫੀ ਬੱਚੇ ਹੈਗੇ ਆ ਜਿਹੜੇ ਕਿ ਅਡਾਪਸ਼ਨ ਦੇ ਲਈ ਇੱਥੋਂ ਗਏ ਹੋਏ ਆ, ਤੇ ਬੱਚਿਆਂ ਦੇ ਕਾਫੀਆਂ ਦੇ ਵਾਰਸ ਵੀ ਸਾਨੂੰ ਮਿਲੇ ਆ। ਪੁਲਿਸ ਦੇ ਥਰੂ ਡਾਇਰੈਕਟ ਵੀ ਕੇਸ ਆਉਂਦੇ ਆ, ਚਾਈਲਡ ਵੈਲਫੇਅਰ ਕਮੇਟੀ ਦੇ ਥਰੂ ਵੀ ਕੇਸ ਆਉਂਦੇ, ਤੇ ਇਹ ਉਸ ਤੋਂ ਬਾਅਦ ਫਿਰ ਲੜਕੀਆਂ ਵੀ ਇਦਾਂ ਹੀ। ਤੇ ਕੁਛ ਹੈਗੇ ਆ ਵੀ ਜਿਵੇਂ ਫਰੀਦਕੋਟ ਕੀ, ਫਾਜ਼ਿਲਕਾ ਕੀ, ਬਠਿੰਡੇ ਦੇ ਕ੍ਰੈਡਲ ਦੇ ਵਿੱਚ ਰੈੱਡ ਕਰਾਸ ਦੇ ਕ੍ਰੈਡਲ 'ਚ ਆ ਗਿਆ ਬੱਚਾ, ਕੋਈ ਕ੍ਰੈਡਲ ਦੇ ਨੀਚੇ ਰਹਿ ਗਿਆ ਬੱਚੇ ਨੂੰ, ਕੋਈ ਬੱਚਾ ਸੈਰੀਬਰਲ ਪਲਸੀ ਤੋਂ ਪੀੜਤ ਹੈ, ਇੰਟੈਲੈਕਚੁਅਲ ਡਿਸੇਬਿਲਿਟੀ ਤੋਂ ਪੀੜਤ ਹੈ, ਉਹ ਬੱਚੇ ਫਿਰ ਸਾਡੇ ਕੋਲ ਦਾਖਲ ਹੋ ਜਾਂਦੇ ਆ। ਦੇ ਕੇਸਿਸ ਵੀ ਕਰ ਅੱਛਾ, ਮਤਲਬ ਆਪਾਂ ਜੇ ਹੁਣ ਮੈਨੂੰ ਜਿਹੜੀ ਗੱਲ ਲੱਗੀ ਹੈ ਇਹ ਕਿ ਜਿਹੜੀਆਂ ਸਰਕਾਰਾਂ ਆ ਉਹ ਵੀ ਤੁਹਾਡੇ ਤੇ ਨਿਰਭਰ ਕਰਨ ਲੱਗ ਗਈਆਂ, ਕਹਿ ਲਈਏ ਆਪਾਂ ਇਹ। ਮਤਲਬ ਹੁਣ ਮੈਂ ਤੁਹਾਡੇ ਸਾਹਮਣੇ ਹਾਲਾਤ ਰੱਖ ਰਿਹਾ ਹਾਂਜੀ ਵੀ ਜੇ ਇਲਾਜ ਵੀ ਕਰਾਉਣਾ ਨਾ, ਹੁਣ ਮੰਨ ਲਓ ਚੰਡੀਗੜ੍ਹ ਦੀ ਵੀ ਗੱਲ ਕਰੀਏ, ਪੰਜਾਬ ਤਾਂ ਤੁਹਾਨੂੰ ਪਤਾ ਪੰਜਾਬ ਨਾਲੋਂ ਚੰਡੀਗੜ੍ਹ ਜ਼ਿਆਦਾ ਫੈਸਿਲਿਟੀ ਹੈ। ਜੀ ਜੀ ਚੰਡੀਗੜ੍ਹ ਦੇ ਹਸਪੀਟਲ 'ਚੋਂ ਹੁਣ ਵੀ ਕਿੰਨੀਆਂ ਈਮੇਲਸ ਆਈਆਂ ਪਈਆਂ ਜੀ, 32 ਹਸਪੀਟਲ ਦੀਆਂ ਗਵਰਨਮੈਂਟ ਮੈਡੀਕਲ ਕਾਲਜ ਹਸਪੀਟਲ ਦੀਆਂ, 32 ਦੀਆਂ ਵੀ, ਪੀਜੀਆਈ ਦੀਆਂ ਵੀ। ਅੱਛਾ ਜੀ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਇੱਕ ਵਾਰ ਆਪਰੇਟ ਤਾਂ ਕਰ ਦਿਓ, ਤੁਹਾਡੇ ਕੋਲ ਜਿਹੜਾ ਨਾਗਰਿਕ ਆਇਆ, ਕਹਿੰਦੇ ਆਪਰੇਟ ਸਾਡੇ ਕੋਲ ਇਹਦੇ ਨਾਲ ਤਾਂ ਕੋਈ ਹੈ ਨਹੀਂ, ਕਹਿੰਦੇ। ਅੱਛਾ ਜੀ ਤੇ ਮੈਂ ਕਿਹਾ ਫਿਰ ਇਹਨੂੰ ਪ੍ਰਭ ਆਸਰਾ ਤਾਂ ਸਾਡੇ ਕੋਲ ਜੇ ਹਸਪੀਟਲ ਹੈ ਨਹੀਂ ਐਡਾ ਵੱਡਾ। ਅੱਛਾ ਜੀ ਕਹਿੰਦੇ ਜੇ ਤੁਸੀਂ ਦਾ ਇਲਾਜ, ਡਾਇਲੌਗ ਦਾ ਤੁਸੀਂ ਐਟੀਟਿਊਡ ਦੇਖਿਓ, ਜੇ ਤੁਸੀਂ ਇਲਾਜ ਕਰਾਉਣਾ ਨਾਗਰਿਕ ਦੇਸ਼ ਦਾ, ਜੀ ਜੀ ਤੇ ਕੋਈ ਚੱਕ ਕੇ ਉੱਥੇ ਉਹਨੂੰ 22 ਸਾਲ ਦੇ ਲੜਕੇ ਨੂੰ ਲੈ ਗਿਆ, ਐਕਸੀਡੈਂਟ ਹੋਇਆ ਉਹਦਾ, ਹੈ ਨਾ, ਤੇ ਕਿਸੇ ਕਾਰਨ ਮੈਮਰੀ ਜਿਹੜੀ ਡਿਸਟਰਬ ਹੋ ਗਈ, ਹੈ ਨਾ, ਤੇ ਉਸ ਬੰਦੇ ਦਾ ਹੁਣ ਆਪਰੇਸ਼ਨ ਕਰਨੇ ਸੀ। ਕਹਿੰਦੇ ਇਹਦੇ ਤਾਂ ਆਪਰੇਸ਼ਨ 4 ਤੋਂ 5 ਆਪਰੇਸ਼ਨ ਹੋਣੇ ਆ। ਮੈਂ ਕਿਹਾ ਇੱਕ ਤਾਂ ਕਰ ਦਿਓ, ਅਸੀਂ ਕਿੱਦਾਂ ਉੱਥੇ ਲੈ ਕੇ ਜਾਵਾਂਗੇ ਇੱਦਾਂ। ਤੇ ਕਹਿੰਦੇ ਫਿਰ ਤੁਸੀਂ ਤੇ ਪੈਸੇ ਜਮ੍ਹਾਂ ਕਰਾ ਦਿਓ। ਇੱਥੋਂ ਨਹੀਂ ਭੇਜਿਆ ਹੋਇਆ, ਹਸਪੀਟਲ ਦੇ ਵਿੱਚ ਪਹੁੰਚਿਆ ਹੋਇਆ, ਤੇ ਫਿਰ ਉਹਨਾਂ ਦੇ ਪੈਸੇ ਉਹਨਾਂ ਨੇ ਜਮ੍ਹਾਂ ਕਰਾਏ 42,000 ਰੁਪਇਆ। ਉਹਨਾਂ ਨੇ ਰਸੀਦ ਵੀ ਸਾਨੂੰ ਦਿੱਤੀ, ਤੇ ਉਹਦਾ ਉੱਥੇ ਮਤਲਬ ਆਪਰੇਸ਼ਨ ਕਰਵਾ ਕੇ ਫਿਰ ਉਹਨੂੰ ਸ਼ਿਫਟ ਕੀਤਾ ਇੱਥੇ। ਮੈਨੂੰ ਇੱਕ ਦੱਸਿਓ ਹੋਰ ਥੋੜੀ ਜਿਹੀ ਜਿਹੜੀ ਮੇਰੇ ਮਨ 'ਚ ਆਇਆ ਖਿਆਲ, ਜਿਹੜੀ ਤੁਹਾਡੀ ਸੇਵਾ ਦੀ ਭਾਵਨਾ ਆ, ਕਦੇ ਇਦਾਂ ਵੀ ਹੋਇਆ ਕਿ ਕੋਈ ਪਹਿਲਾਂ ਪਰਿਵਾਰ ਤੁਹਾਡੇ ਕੋਲੇ ਬੰਦਾ ਛੱਡ ਗਿਆ ਹੋਵੇ, ਜਾਂ ਪਰਿਵਾਰ ਨੂੰ ਇਹ ਪਤਾ ਲੱਗਾ ਵੀ ਸਾਡਾ ਬੰਦਾ ਉੱਥੇ ਪਿਆ, ਤੇ ਉਹ ਤੁਹਾਡੀ ਭਾਵਨਾ ਦੇਖ ਕੇ ਉਹਦੇ ਮਨ ਨੂੰ ਸੱਟ ਲੱਗੀ ਹੋਵੇ ਤੇ ਉਹ ਲੈ ਕੇ ਆਵੇ ਘਰੇ ਆਪਣੇ ਵਾਪਸ, ਕੋਈ ਇਹੋ ਜਿਹਾ ਵੀ ਹੋਇਆ ਕੇਸ? ਆਪਣੇ ਮਤਲਬ ਇੱਕ ਤਾਂ ਕ੍ਰੈਡਲ 'ਚ ਵੀ ਬੱਚੇ ਨੂੰ ਇਦਾਂ ਹੋਇਆ। ਅੱਛਾ ਜੀ ਕ੍ਰੈਡਲ 'ਚ ਛੱਡ ਗਏ ਪਹਿਲਾਂ, ਜੀ ਤੇ ਉਸ ਤੋਂ ਬਾਅਦ ਫਿਰ ਲਾਈਕ ਉਹਨਾਂ ਦੇ ਸੱਟ ਲੱਗੀ। ਅੱਛਾ ਜੀ। ਤੇ ਦੂਜੇ ਪਾਸੇ ਇਹ ਹੋਇਆ ਕਿ ਕਾਫੀ ਮੈਂਬਰ ਹੈਗੇ ਜਿਹੜੇ ਕਿ ਲਗਭਗ 1200 ਦੇ ਕਰੀਬ ਨਾਗਰਿਕ ਐਸੇ ਹੈ ਜਿਨ੍ਹਾਂ ਦੇ ਜਿਹੜੇ ਵਾਰਸਾਂ ਦੇ ਹਵਾਲੇ ਹੋ ਗਏ। ਉਹਦੇ ਵਿੱਚ ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਅੱਛਾ ਜੀ, ਤੇ ਇੱਕ ਨਹੀਂ ਬਹੁਤ ਸਾਰੇ ਕੇਸ ਖਰੜ ਤੋਂ ਜਦੋਂ ਆਪਾਂ ਲਾਂਡਰਾ ਵੱਲ ਜਾਂਦੇ ਆ, ਇਸ ਰੋਡ ਦੇ ਉੱਤੋਂ ਮਿਲੇ। ਇੱਕ ਤੇ ਲਾਂਡਰਾ ਤੋਂ ਜਦੋਂ ਸਾਡੇ ਕੋਲ ਪ੍ਰਸ਼ਾਸਨ ਲੈ ਕੇ ਆਇਆ, ਕਹਿੰਦੇ ਇਸ ਪਾਗਲ ਲੜਕੀ ਨੇ ਬੜਾ ਪਰੇਸ਼ਾਨ ਕੀਤਾ। ਮੈਂ ਕਿਹਾ ਇਹਨੂੰ ਪਾਗਲ ਕਿਉਂ ਕਹਿੰਦੀ, ਤਾਂ ਸਟ੍ਰੈਸ ਨਾਲ ਹੋ ਜਾਂਦਾ ਇੱਦਾਂ। ਤੇ ਨਹੀਂ ਇਹਨੇ ਖਾਣਾ ਠੀਕ ਖਾ ਲਿਆ, ਚਲੋ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਨਹੀਂ ਇਸ ਗੱਲ ਨੂੰ ਜੇਕਰ ਵਿਚਾਰਨ ਦੀ ਕੋਸ਼ਿਸ਼ ਕਰ ਰਹੇ, ਅਸੀਂ ਉਹਨੂੰ ਦਾਖਲ ਕਰਕੇ ਸਾਡੇ ਸਾਈਕੈਟਰਿਸਟ ਜਿਹੜੇ ਹੈਗੇ ਉਹਨਾਂ ਵੱਲੋਂ ਅਸੀਂ ਟ੍ਰੀਟਮੈਂਟ ਸੇਮ ਟਾਈਮ ਸ਼ੁਰੂ ਕਰ ਦਿੰਦੇ ਹਾਂ। ਜੇ ਜ਼ਿਆਦਾ ਸਾਨੂੰ ਪ੍ਰੋਬਲਮ ਲੱਗਦੀ, ਸਲਾਹ ਲੈ ਕੇ ਉਸੇ ਵੇਲੇ ਡਾਕਟਰ ਸਾਡੇ ਕੋਲ ਇੱਥੇ ਹੀ ਹੁੰਦੇ ਹੀ ਹੈ, ਤੇ ਉਹਨਾਂ ਨੂੰ ਫਸਟ ਏਡ ਦੇ ਕੇ ਅਸੀਂ ਹਸਪੀਟਲ ਸ਼ਿਫਟ ਕਰ ਦਿੰਦੇ ਹਾਂ। ਤੇ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ। ਥੋੜੀ ਦੇਰ ਬਾਅਦ ਹੀ ਉਹਨਾਂ ਨੂੰ ਇੱਕ ਨੰਬਰ ਯਾਦ ਆਇਆ, ਉਹਨਾਂ ਨੇ ਅਸੀਂ ਫੋਨ ਕੀਤਾ, ਬ੍ਰਦਰ ਨੂੰ ਮਿਲ ਗਿਆ, ਬ੍ਰਦਰ ਉਸੇ ਵੇਲੇ ਭੱਜਿਆ ਆ, ਤੇ ਉਹਦੇ ਕੋਲ ਜਿਹੜੇ ਇਸ਼ਤਿਹਾਰ, ਪੁਲਿਸ ਦੀ ਰਿਪੋਰਟ, ਤੇ ਮਤਲਬ ਜਗ੍ਹਾ ਜਗ੍ਹਾ ਤੇ ਲਗਾ ਕੇ ਉਹ ਲੱਭ ਰਿਹਾ ਸੀ। ਮੈਂ ਕਿਹਾ ਵੀ ਕਾਰਨ ਕੀ ਹੋਇਆ, ਕਿੱਦਾਂ ਉਹ ਅਥਰੂ ਬਹਾ ਕੇ ਬਾਹਾਂ ਪਸਾਰ ਕੇ ਮਤਲਬ ਕਿੱਦਾਂ ਮਿਲਿਆ ਆਪਣੀ ਸਿਸਟਰ ਨੂੰ, ਤਾਂ ਨਹੀਂ ਦੱਸਿਆ ਜਾ ਸਕਦਾ। ਮੈਂ ਕਿਹਾ ਕਾਰਨ ਕੀ ਬਣਿਆ, ਕਹਿੰਦੇ ਮਦਰ ਦੀ ਅਚਨਚੇਤ ਡੈਥ ਹੋ ਗਈ, ਇਹ ਬਰਦਾਸ਼ਤ ਨਹੀਂ ਕਰ ਸਕੀ। ਕਹਿੰਦੇ ਕਾਲਜ ਗਈ ਸੀ, ਬਸ ਵਾਪਸੀ ਨਹੀਂ ਆਈ। ਮੈਂ ਕਿਹਾ ਕਾਲਜ ਕੀ ਕਰਦੀ ਹੈ, ਕਹਿੰਦੇ ਇਹਨੇ MSc ਜੂਲੋਜੀ ਕੀਤੀ, ਹੁਣ ਲੈਕਚਰਰ ਲੱਗੀ ਹੈ। ਮਤਲਬ ਉਹ ਸੜਕ ਤੇ ਵਿਚਾਰੀ, ਮਤਲਬ ਉਹਦੀ ਹਾਲਤ ਇਦਾਂ ਦੀ ਬਣੀ ਹੋਈ ਸੀ ਵੀ ਕਿਸੇ ਨੂੰ ਤਰਸ ਆਉਂਦਾ ਸੀ ਰੋਟੀ ਖਿਲਾ ਦਿੰਦਾ ਸੀ, ਕਿਸੇ ਨੂੰ ਤਰਸ ਆਉਂਦਾ ਸੀ ਉਹਨੂੰ ਕੱਪੜੇ ਦੇ ਦਿੰਦਾ ਸੀ। ਪਤਾ ਨਹੀਂ ਤੁਸੀਂ ਨਾ ਡਿਸਕਲੋਜ਼ ਕਰ ਸਕੇ, ਕੋਈ ਨਾ ਕਰ ਸਕੋ। ਕੁਝ ਇਹੋ ਜਿਹੇ ਲੋਕ ਵੀ ਆ ਜਿਨ੍ਹਾਂ ਨੇ ਸਾਰੀ ਉਮਰ ਬਹੁਤ ਘਾਲਣਾ ਘਾਲੀ ਹੋਵੇ ਬੱਚਿਆਂ ਲਈ, ਪਰਿਵਾਰ ਲਈ, ਜਾਂ ਦੇਸ਼ ਲਈ, ਜਾਂ ਕੌਮ ਲਈ, ਪਰ ਅੰਤ ਉਹਨਾਂ ਨੂੰ ਰੋਲਣਾ ਪੈ ਗਿਆ ਹੋਵੇ। ਸਾਡੇ ਕੋਲ ਕੋਈ ਇਹੋ ਜਿਹਾ ਨਾ, ਜੇ ਦੱਸਣਾ ਚਾਹੋ ਤਾਂ, ਜੇ ਨਹੀਂ ਤਾਂ ਕੋਈ ਸਾਨੂੰ ਥੋੜ੍ਹੀ ਇਹੀ ਦੱਸ ਦੂੰਗੇ ਵੀ ਇਹੋ ਜਿਹੇ ਲੋਕ ਵੀ ਸਾਡੇ ਕੋਲੇ ਜਿਨ੍ਹਾਂ ਦੇ ਸਰਕਾਰ ਕਹਿ ਲਓ ਜਿਹੜੇ ਸੈਂਟਰ ਦੇ ਵਿੱਚ, ਜਿਨ੍ਹਾਂ ਨੇ ਬਹੁਤ ਉਹਨਾਂ ਦੇ ਨਾਲ ਕੰਮ ਕੀਤਾ, ਤੇ ਜਿਨ੍ਹਾਂ ਨੇ ਧਾਰਮਿਕ ਖੇਤਰ ਦੇ ਵਿੱਚ ਬਹੁਤ ਕੰਮ ਕੀਤਾ, ਗੁਰੂ ਘਰਾਂ ਦੇ ਵਿੱਚ ਵੱਡੇ ਪੱਧਰ ਤੇ, ਜਿਹਨੂੰ ਵੀ ਜਿਹੜਾ ਵੀ ਆਉਂਦਾ ਸੀ ਉਹੀ ਪਛਾਣ ਲੈਂਦਾ ਸੀ। ਇਹੋ ਜਿਹੇ ਸੱਜਣ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਨੇ ਬੜੀ ਕਮਾਈ ਕੀਤੀ, ਤੇ ਮਤਲਬ ਧਾਰਮਿਕ ਖੇਤਰ ਦੇ ਵਿੱਚ ਬਹੁਤ ਸੇਵਾ ਕੀਤੀ। ਫਿਰ ਉਸ ਤੋਂ ਨਾਲ ਪੋਲੀਟੀਕਲ ਜਿਹੜਾ ਸੀ, ਉਹਨਾਂ ਨੇ ਕਾਫੀ ਜ਼ਿਆਦਾ, ਜਿਹੜਾ ਵੀ ਕੋਈ ਬੰਦਾ ਆਵੇ ਤੇ ਸੀਨੀਅਰ ਬੰਦੇ ਜਿਹੜੇ ਕੁਛ ਆਏ, ਤੇ ਉਹਨਾਂ ਨੇ ਉਸੇ ਵੇਲੇ ਪਛਾਣ ਲੈਣਾ ਵੀ ਅੱਛਾ ਇਹ ਮਤਲਬ ਹੈ ਨਾ। ਇਸ ਤਰੀਕੇ ਨਾਲ ਮੇਰਾ ਕਹਿਣ ਤੋਂ ਭਾਵ ਉਹ ਬੰਦਿਆਂ ਨੂੰ ਜਿਸ ਵੇਲੇ ਉਹ ਆਪਣੀ ਸੰਭਾਲ ਤੋਂ ਸੇਵਾ ਮਤਲਬ ਗੁਰਦੁਆਰਿਆਂ 'ਚ ਵੀ ਸੇਵਾ ਕਰਦੇ ਰਹੇ, ਆਪਣੇ ਪਰਿਵਾਰ ਦੇ ਪ੍ਰਤੀ ਸਾਰੀਆਂ ਡਿਊਟੀਆਂ ਨਿਭਾਈਆਂ, ਪ੍ਰੋਪਰਟੀ ਬਣਾਈ, ਸਾਰਾ ਕੁਛ ਕੀਤਾ। ਅਖੀਰਲੇ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਜਿਵੇਂ ਸੇਵਾ ਕਰਦੇ ਸੀ, ਸੇਵਾ ਕਰਦੇ ਉਹਨਾਂ ਦੀ ਹਾਲਤ ਜ਼ਿਆਦਾ ਵਿਗੜੀ, ਤੇ ਪ੍ਰਭ ਆਸਰਾ 'ਚ ਦਾਖਲ ਹੋ ਗਏ।
ਪ੍ਰਭ ਆਸਰਾ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਉਸ ਵੇਲੇ ਜਿਸ ਵੇਲੇ ਉਹਨਾਂ ਕੋਲ ਤੁਰਿਆ ਵੀ ਨਹੀਂ ਸੀ ਜਾਂਦਾ, ਇੱਥੇ ਉਹਨਾਂ ਦਾ ਟ੍ਰੀਟਮੈਂਟ, ਕਾਫੀ ਟ੍ਰੀਟਮੈਂਟ 32 ਹਸਪੀਟਲ ਤੋਂ ਡਾਕਟਰ ਰਾਜ ਬਹਾਦਰ ਤੁਸੀਂ ਜਾਣਦੇ ਹੀ ਹਨ, ਉਹਨਾਂ ਤੋਂ ਕਾਫੀ ਦੇਰ ਕਰਾਉਂਦੇ ਰਹੇ। ਪਰ ਉਹਨਾਂ ਨੇ ਵੀ ਬਹੁਤ ਮਤਲਬ ਗੁਰਬਾਣੀ ਕੰਠ ਉਹਨਾਂ ਨੂੰ ਹੈ ਨਾ, ਤੇ ਬੜਾ ਮਤਲਬ ਉਹ ਫੀਲ ਕਰਦੇ ਸੀ, ਕਹਿੰਦੇ ਵੀ ਮੈਨੂੰ ਕਦੇ ਸੋਚਿਆ ਵੀ ਨਹੀਂ ਸੀ ਵੀ ਅਖੀਰਲਾ ਸਮਾਂ ਇਸ ਤਰੀਕੇ ਨਾਲ ਮੇਰੇ ਨਾਲ ਇਹ ਕੁਝ ਹੋਏਗਾ। ਤੇ ਇਸ ਤਰ੍ਹਾਂ ਦੀਆਂ ਇੱਕ ਨਹੀਂ ਹੈ ਜਿਨ੍ਹਾਂ ਦੇ 25-25 ਏਕੜ ਜ਼ਮੀਨ ਜਿਹੜੀ ਹੈਗੀ ਹੈ ਚਮਕੌਰ ਸਾਹਿਬ ਦੇ ਵਿੱਚ ਸੀ। ਅੱਛਾ ਜੀ। ਤੇ ਕਿਸੇ ਕਾਰਨ ਕੋਈ ਹਾਲਾਤ ਐਸੇ ਬਣੇ, ਜ਼ਮੀਨ ਵੇਚਣੀ ਪਏ, ਵੇਚ ਕੇ ਉਹ ਕੁਛ ਹੋਰ ਕਰਨ ਲੱਗੇ, ਬਿਜ਼ਨਸ ਕਰਨ ਲੱਗੇ, ਉਹ ਬੱਚੇ ਨੂੰ ਕਿਤੇ ਕਰਵਾ ਦਿੱਤਾ ਤੇ ਬੱਚੇ ਨੂੰ ਪੈਸੇ ਦੇ ਦਿੱਤੇ, ਬੱਚੇ ਨੇ ਬੁਰੀ ਤਰ੍ਹਾਂ ਫਿਰ ਉਹਨੂੰ ਇਗਨੋਰ ਕਰ ਦਿੱਤਾ, ਰੁਲਦਾ ਪ੍ਰਭ ਆਸਰਾ ਸੰਸਥਾ ਚ ਆ ਗਿਆ। ਕੋਈ ਇਹੋ ਜਿਹਾ ਸ਼ਖਸ ਵੀ ਸੀਗਾ ਇੱਥੇ ਜਿਹੜਾ ਇੱਥੇ ਰਿਹਾ ਹੋਵੇ, ਠੀਕ ਹੋਇਆ ਹੋਵੇ ਤੇ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਇਸ ਰਾਹ ਤੁਰ ਪਿਆ ਹੋਵੇ? ਕੋਈ ਇਹੋ ਜਿਹਾ ਸ਼ਖਸ ਵੀ ਹੈ ਜਾਂ ਤੁਹਾਡੀ ਇੱਛਾ ਹੈ ਕੋਈ ਇਹੋ ਜਿਹਾ ਕੁਛ ਫਲ ਲੱਗਣਾ ਚਾਹੀਦਾ ਤੁਹਾਡੀ ਇਸ ਦੇ ਵਿੱਚ ਹੋਣਾ ਬਹੁਤ ਮਤਲਬ ਕਹਿ ਲਓ ਵੀ ਇਹ ਚੀਜ਼ ਜਿਹੜੀ ਹੈ ਤੁਸੀਂ ਮਹਿਸੂਸ ਕਰਦੇ ਹੀ ਹੈ ਕਿ ਇਸ ਮਾਰਗ ਦੇ ਉੱਤੇ ਉਹਨਾਂ ਦੀ ਸੋਚ ਤਾਂ ਕਾਫੀ ਬਦਲਦੀ ਹੈ। ਪਰ ਇਸ ਮਾਰਗ ਦੇ ਉੱਤੇ ਜਿੰਨੀ ਰੱਬ ਉਹਨਾਂ ਨੂੰ ਸਮਰੱਥਾ ਬਖਸ਼ਦਾ ਉਨੀ ਉਹ ਕੋਸ਼ਿਸ਼ ਕਰਦੇ ਆ। ਐਟੀਟਿਊਡ ਤਾਂ ਬਦਲਦਾ ਹੀ ਹੈ। ਚੰਡੀਗੜ੍ਹ ਦੀ ਬੀਬੀ ਜਿਹੜੀ ਹੈਗੀ ਹੈ ਸਾਡੇ ਕੋਲ ਜੀਰਕਪੁਰ ਤੋਂ ਕੋਈ ਛੱਡ ਕੇ ਗਿਆ, ਤੇ ਜਿਨ੍ਹਾਂ ਦੇ ਫਾਦਰ ਨੇ ਪਤਾ ਨਹੀਂ ਕਿੰਨੀ ਕੁ ਡੋਨੇਸ਼ਨ ਗੱਡੀਆਂ ਜਿਹੜੀਆਂ ਧਰਮ ਪ੍ਰਚਾਰ ਦੇ ਲਈ ਤਾਂ ਮਤਲਬ ਲੋੜਵੰਦਾਂ ਦੇ ਲਈ ਦਿੱਤੀਆਂ ਹੋਈਆਂ ਸੀ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਜਦੋਂ ਅਖੀਰ ਨੂੰ ਚੜ੍ਹਾਈ ਕਰਕੇ ਦੁਨੀਆ ਤੇ ਨਹੀਂ ਰਹੇ ਤੇ ਉਸ ਤੋਂ ਬਾਅਦ ਉਹ ਡਿਪਰੈਸ਼ਨ, ਸਟ੍ਰੈਸ ਕਰਕੇ ਡਿਪਰੈਸ਼ਨ ਚਲੇ ਗਏ ਤੇ ਹਾਲਾਤ ਇਹ ਬਣ ਗਏ ਕਿ ਉਹ ਸੜਕਾਂ ਤੇ ਰੋਣ ਲੱਗੇ। ਤੇ ਉਹਨਾਂ ਨੇ ਫਿਰ ਮਤਲਬ ਸੜਕ ਤੋਂ ਚੱਕ ਕੇ ਕਿਸੇ ਨੇ 3 ਵੀਲਰ ਵਾਲਾ ਲੈ ਕੇ ਸਾਡੇ ਕੋਲ ਆ ਗਿਆ। ਹਾਲਤ ਇੰਨੀ ਗੰਭੀਰ ਸੀ ਕਿ ਬਸ ਜੁੜੇ ਪਏ ਸੀ ਬਿਲਕੁਲ ਹੀ। ਤੇ ਪੰਜੀ ਜਿਵੇਂ ਭਾਜੀ ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਦੀ ਬੈਕਬੋਨ ਬਣ ਕੇ ਰਹੇ ਹੋ, ਇਹ ਤੁਸੀਂ ਪਰਿਵਾਰ ਵੀ ਚਲਾ ਰਹੇ ਹੋ, ਤੁਸੀਂ ਬਿਜ਼ਨਸ ਵੀ ਦੇਖ ਰਹੇ ਹੋ, ਇਹ ਸਾਰਾ ਕੁਝ ਕਿਵੇਂ ਤੁਸੀਂ ਬੈਲੈਂਸ ਕਰਦੇ ਹੋ? ਜੀ ਕਰਨ ਕਰਾਉਣ ਆਪੇ ਆਪ ਮਾਨਸ ਕੇ ਕਿਸਨਾ ਹੀ ਹੱਥ, ਪਰਮਾਤਮਾ ਦੀ ਕਿਰਪਾ ਨਾਲ ਸਾਰਾ ਚੱਲ ਰਿਹਾ। ਇੱਕ ਸਿਸਟਮ ਬਣਾਇਆ ਹੈ ਵੀ ਜਿਹੜਾ ਦੁਕਾਨ ਦਾ ਸਾਰਾ ਹੈਗਾ ਉਹਨੂੰ ਠੇਕੇ ਤੇ ਦੇ ਕੇ ਕੋਈ ਇੱਕ ਫਿਕਸ ਕੀਤਾ ਹੋਇਆ, ਉਹ ਫਿਕਸ ਅਮਾਊਂਟ ਆ ਜਾਂਦੀ ਹੈ ਜਦੋਂ ਲੋੜ ਪੈਂਦੀ ਹੈਗੀ ਆ। ਬੇਟੇ ਇੱਕ ਤਾਂ ਡਿਗਰੀਆਂ 2 ਕਰ ਚੁੱਕਿਆ ਹੈਗਾ, ਛੋਟਾ ਹਜੇ 10th ਵਿੱਚ ਹੈਗਾ। ਤੇ ਥੋੜਾ ਕਿਉਂਕਿ ਇਹ ਬੱਚੇ ਹੀ ਇਕੱਲਾ ਨਹੀਂ ਹੈਗੇ ਜਿਹੜੇ ਇੱਥੇ ਜਿੰਨੇ ਵੀ ਆਉਂਦੇ ਆ ਸਾਡੇ, ਉਹ ਸਾਰੇ ਹੀ ਫੈਮਿਲੀ ਮੈਂਬਰਸ ਆ। ਇਕੱਲੇ 1 ਜਾਂ 2 ਪ੍ਰਤੀ ਸਾਡੀ ਜ਼ਿੰਮੇਵਾਰੀ ਨਹੀਂ ਹੈ, ਸਾਰਿਆਂ ਪ੍ਰਤੀ ਜ਼ਿੰਮੇਵਾਰੀ ਹੈ। ਉਹਨੂੰ ਸਾਰਿਆਂ ਨੂੰ ਥੋੜਾ ਟਾਈਮ ਡਿਵਾਈਡ ਕਰਕੇ ਹੀ ਅਸੀਂ ਇੱਕ ਪਰਿਵਾਰ ਬਣ ਸਕਦੇ ਹਾਂ। ਤੇ ਉਸੇ ਦੀ ਕੋਸ਼ਿਸ਼ ਕਰਦੇ ਹਾਂ, ਏਕ ਪਿਤਾ ਏਕਸ ਕੇ ਹਮ ਬਾਰ ਤੂੰ ਮੇਰਾ ਗ੍ਰਹਾਈ। ਭਾਈ ਸਾਹਿਬ ਨੇ ਕਿਹਾ ਸਾਨੂੰ ਸੀਗਾ ਕਿ ਸਲੂਟ ਤੁਹਾਡੀ ਟੀਮ ਨੂੰ, ਪਰ ਸਲੂਟ ਤੁਹਾਨੂੰ ਮੈਂ ਕਰਨਾ ਚਾਹੁੰਦਾ। ਪਰ ਤੁਸੀਂ ਇਹਦੇ ਬਾਵਜੂਦ ਵੀ ਤੁਸੀਂ ਇੱਕ ਧੀ ਵੀ ਹੋ, ਇੱਕ ਮਾਂ ਵੀ ਹੋ, ਇੱਕ ਪਤਨੀ ਵੀ ਹੋ, ਤੁਹਾਨੂੰ ਸਾਰੇ ਫਰਜ਼ ਤਾਂ ਨਿਭਾਉਣੇ ਪੈਂਦੇ ਆ। ਠੀਕ ਹੈ, ਫਿਰ ਸਾਰਾ ਕੁਝ ਬੱਚਿਆਂ ਨੂੰ ਟਾਈਮ ਦੇਣਾ। ਜੇ ਤੁਸੀਂ ਕਹਿੰਦੇ ਬੱਚੇ ਸੰਭਾਲ ਰਹੇ ਆ, ਕੁਝ ਡਿਗਰੀਆਂ ਕਰ ਲਈਆਂ, ਬੱਚਿਆਂ ਨੂੰ ਤੁਸੀਂ ਵਧੀਆ ਪਾਲਣ ਪੋਸ਼ਣ ਦਿੱਤਾ ਹੋਊ, ਟਾਈਮ ਦਿੱਤਾ ਹੋਊਗਾ, ਭਾਈ ਸਾਹਿਬ ਨੂੰ ਟਾਈਮ ਦਿੰਦੇ ਹੋਗੇ ਹੈ ਨਾ। ਇਹ ਸਾਰੇ ਸਮੇਂ ਦੀ ਵੰਡ ਜਾਂ ਆਪਾਂ ਕਿਵੇਂ ਕਹਿ ਲਈਏ, ਕਿਵੇਂ ਸਾਰਾ ਕੁਝ ਇੱਧਰ ਵੀ ਧਿਆਨ ਉੱਧਰ ਵੀ ਧਿਆਨ, ਉਹ ਵੀ ਸਾਰਾ ਕੁਝ ਕਿਵੇਂ ਮੈਨੇਜ ਕਰਦੇ ਹੋ? ਵੀ ਜੀ ਇੱਕ ਜਦੋਂ ਇਹ ਅਸੀਂ ਪਰਮਾਤਮਾ ਦੀ ਡਿਊਟੀ ਸਮਝ ਕੇ ਕਰ ਰਹੇ ਹਾਂ, ਸਾਡਾ ਫਰਜ਼ ਹੈਗਾ। ਬਸ ਉਸ ਫਰਜ਼ ਦੇ ਤਹਿਤ ਜਿੱਥੇ ਜਿੰਨਾ ਸਮਾਂ ਥੋੜਾ ਡਿਵਾਈਡ ਕਰਕੇ ਕੁਝ ਹੋਰਾਂ ਦੀ ਸ਼ੇਅਰਿੰਗ ਲੈ ਕੇ, ਹੋਰਾਂ ਦੀ ਹੈਲਪ ਸਪੋਰਟ ਲੈ ਕੇ ਇਹਨੂੰ ਬੈਲੈਂਸ ਕਰਨਾ ਹੁੰਦਾ ਹੈਗਾ। ਬਿਕੋਜ਼ ਸਵੇਰੇ ਵੀ ਸਾਰਾ ਦੇਖਣਾ ਹੁੰਦਾ, ਉਧਰ ਨੀਚੇ ਵੀ ਬੱਚਿਆਂ ਦੀ, ਕਿਉਂਕਿ ਹੁਣ ਅੱਜ ਕੱਲ੍ਹ ਆਨਲਾਈਨ ਕਲਾਸਿਸ ਲੱਗਦੀਆਂ, ਉਧਰ ਸਾਡੇ ਸਪੈਸ਼ਲ ਬੱਚੇ ਹੈਗੇ ਆ, ਉਹਨਾਂ ਸਪੈਸ਼ਲ ਐਜੂਕੇਸ਼ਨ ਦੇ ਨਾਲ ਸਪੈਸ਼ਲ ਓਲੰਪਿਕਸ ਦੀ ਤਿਆਰੀ, ਤੇ ਉਹ ਸਾਰਾ ਬਾਹਰ ਦਾ ਫਿਰ ਜਿਹੜਾ ਮਿਸ਼ਨ ਮਿਲਾਪ ਦਾ ਹੈਗਾ ਇਹ ਸਾਰਾ ਦੇਖਣਾ। ਅੱਜ ਕੱਲ੍ਹ ਕੁਝ ਸਟਾਫ ਦੀ ਕਮੀ ਹੈਗੀ ਹੈ, ਸਟੋਰਸ ਅਕਾਊਂਟਸ ਸਾਰੇ ਮੇਨਟੇਨ ਕਰਨੇ ਹੈਗੇ ਆ। ਤੇ ਬਾਹਰ ਜਿੰਨਾ ਵੀ ਸਿਵਲ ਦਾ ਪਹਿਲਾਂ ਸਾਡੀ ਫੈਮਿਲੀ 'ਚੋਂ ਸੀਗੇ ਉਹ ਹੈਲਪ ਕਰਦੇ ਸੀਗੇ, ਹੁਣ ਉਹਨਾਂ ਦੀ ਚੜ੍ਹਾਈ ਤੋਂ ਬਾਅਦ ਹੁਣ ਨਾਲ ਆਪ ਹੈਲਪ ਕਰਨੀ ਪੈਂਦੀ ਹੈ, ਸਿਵਲ ਦਾ ਵਰਕ ਦੇਖਣਾ ਵੀ ਕਿੱਦਾਂ ਆਰਕੀਟੈਕਚਰ ਪੁਆਇੰਟ ਆਫ ਵਿਊ ਦੇ ਨਾਲ। ਤੇ ਇਹਨਾਂ ਬਿਕੋਜ਼ ਇਹਨਾਂ ਕੋਲ ਵੀ ਬਹੁਤ ਜ਼ਿਆਦਾ ਕੰਮ ਹੈਗਾ, ਐਡਮਿਨਿਸਟ੍ਰੇਸ਼ਨ ਲੈਵਲ 'ਤੇ ਸਾਰੇ ਨਾਲ ਹੈਲਪ ਸਪੋਰਟ ਕਰਨੀ, ਕੋਈ ਲੈਟਰਸ ਤਿਆਰ ਕਰਨੀਆਂ, ਇਹ ਸਾਰਾ ਪਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ। ਸਾਨੂੰ ਖੁਦ ਨਹੀਂ ਪਤਾ ਵੀ ਅਸੀਂ ਕਿੱਦਾਂ, ਕਿਉਂਕਿ ਉਹ ਸ਼ਕਤੀ ਬਖਸ਼ਦੇ ਹੈ ਤਾਂ ਹੀ ਇਨਸਾਨ ਕਰ ਸਕਦਾ, ਤੇ ਉਹ ਪਰਮਾਤਮਾ ਦੀ ਕਿਰਪਾ ਹੈਗੀ ਹੈ। ਧੰਨਵਾਦ ਹੈ ਕਿ ਉਹ ਸਾਨੂੰ ਚਲਾ ਰਹੇ ਹੈ। ਇੱਕ ਸਾਂਝਾ ਕੁਐਸਚਨ ਹੈ, ਸ਼ੁਰੂ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਸੀਗੀਆਂ? ਸ਼ੁਰੂ ਦੇ ਵਿੱਚ ਸਮੱਸਿਆਵਾਂ ਜਾਂ ਕਦੇ ਮਨ ਡੋਲਿਆ ਵੀ ਸੀਗਾ? ਨਹੀਂ, ਇਹ ਸ਼ਬਦ ਤਾਂ ਮੈਨੂੰ ਲੱਗਦਾ ਮੈਂ ਆਪ ਫੀਲ ਕਰਦਾ ਹੁੰਦਾ, ਮੈਨੂੰ ਕਈਆਂ ਨੇ ਸਵਾਲ ਕੀਤਾ
ਕਈ ਫਾਰਮਾਂ 'ਚ ਕੀਤਾ ਕਿ ਤੁਸੀਂ ਅੱਕੇ ਨਹੀਂ, ਥੱਕੇ ਨਹੀਂ, ਇਹ ਨਹੀਂ ਹੋਇਆ ਹੈ ਨਾ। ਅੱਕਣਾ ਥੱਕਣਾ ਡੋਲਣਾ ਡੋਲਣਾ ਫਰਕ ਹੈ ਨਾ। ਇਹ ਹਾਂ, ਤੇ ਇਸ ਦੇ ਵਿੱਚ ਮਤਲਬ ਜਿਹੜੀ ਫੀਲਿੰਗ ਹੈ ਨਾ, ਡੇਲੀ ਦੀ ਫੀਲਿੰਗ ਹੈ, ਇੱਕ ਵਾਰ ਨਹੀਂ ਕਈ ਵਾਰ ਮੈਸੇਜ ਰਿਸੀਵ ਹੁੰਦਾ ਹੈ ਨਾ। ਜਿਵੇਂ ਕੁਝ ਖਿਆਲ ਨਾ ਆਪਣੇ ਆਪ ਹੀ ਮਨ ਦੇ ਉੱਤੇ ਆਈ ਜਾਂਦੇ ਆ, ਬੰਦੇ ਦੀ ਰੁਚੀ ਦੇ ਮੁਤਾਬਕ, ਇੰਟਰਸਟ ਦੇ ਮੁਤਾਬਕ ਮਨ ਦੇ ਉੱਤੇ ਆਈ ਜਾਂਦੇ ਆ। ਤੇ ਉਹ ਇਹੀ ਹੁੰਦਾ ਵੀ ਲਾਈਫ ਦੇ ਵਿੱਚ ਮਤਲਬ ਇੰਨਾ ਕੁਝ ਕਰਨ ਵਾਲਾ ਪਿਆ, ਮਤਲਬ ਜਿਵੇਂ ਦੇਖ ਰਹੇ ਹਾਂ ਨਾ, ਜਿਵੇਂ ਆਪਾਂ ਮਤਲਬ ਮੈਂ ਫੀਲ ਕਰਦੇ ਹਾਂ ਕਿ ਇੱਕ ਸਾਡਾ ਦੇਸ਼ ਹੈਗਾ, ਇੱਕ ਸਾਡਾ ਸਮਾਜ ਹੈਗਾ ਵੀ ਉਹਦੇ ਵਿੱਚ ਜੇ ਆਪਾਂ ਦੇਖੀਏ ਨਾ ਇੱਕ ਐਗਜ਼ਾਮਪਲ ਦੇ ਤੌਰ ਤੇ ਵੀ ਜਿਵੇਂ ਉਹਦੀਆਂ ਸੜਕਾਂ ਜਿਹੜੀਆਂ ਹੈਗੀਆਂ ਸਾਰੀਆਂ ਰਿਪੇਅਰ ਮੰਗ ਰਹੀਆਂ, ਬੜੀ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ। ਵੀ ਮੈਂ ਇੱਕ ਛੋਟੇ ਜਿਹੇ ਪਿੰਡ ਦੀ ਛੋਟੀ ਜਿਹੀ ਗਲੀ ਦੀ ਰਿਪੇਅਰ ਦੇ ਵਿੱਚ ਲੱਗਿਆ ਹੋਇਆ, ਮਤਲਬ ਇੱਕ ਛੋਟਾ ਜਿਹਾ ਪੱਖ ਹੈ ਇਹ, ਜਿਹਦੇ ਵਿੱਚ ਅਸੀਂ ਕਹੀਏ ਵੀ ਡਿਪਰੈਸ਼ਨ ਵਾਲੇ ਸਾਡੇ ਬਜ਼ੁਰਗ ਹੈਗੇ ਆ ਜਿਨ੍ਹਾਂ ਨੇ ਕਿਤੇ ਸ਼ਾਦੀ ਨਹੀਂ ਕਰਾਈ ਹੈ ਨਾ, ਆਪਣੇ ਘਰ ਦੇ ਰਸਤੇ ਭੁੱਲ ਗਏ, ਵੀ ਉਹਨਾਂ ਨੂੰ ਚੱਕਣ ਲਈ ਵੀ ਕੋਈ ਟੀਮ ਨਾ ਹੋਣ ਕਰਕੇ, ਉਹਨਾਂ ਲਈ ਹੈਲਪਲਾਈਨ ਨਾ ਹੋਣ ਕਰਕੇ ਵੀ ਉਹਨਾਂ ਲਈ ਹੋਮ ਚਾਹੀਦਾ ਹੈ, ਉਹਨਾਂ ਨੂੰ ਰੀਹੈਬਲੀਟੇਸ਼ਨ ਦਾ ਮੌਕਾ ਮਿਲਣਾ ਚਾਹੀਦਾ, ਲੜਕੀਆਂ ਨੂੰ, ਔਰਤਾਂ ਨੂੰ, ਹੈ ਨਾ, ਵੀ ਸੜਕਾਂ 'ਤੇ ਰੁਲਦੀਆਂ ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ। ਵੀ ਇਹ ਤਾਂ ਕੰਮ ਜਿਹੜਾ ਹੈਗਾ ਇਹਦੇ ਨਾਲ ਫਿਰ ਐਜੂਕੇਸ਼ਨ ਦਾ, ਫਿਰ ਵੋਕੇਸ਼ਨਲ ਦਾ ਵੀ ਜਿਹੜਾ ਕੰਮ ਹੋ ਰਿਹਾ ਵੀ ਇਹ ਤਾਂ ਇੱਕ ਬਹੁਤ ਮਤਲਬ ਬਹੁਤ ਇਸ ਤੋਂ ਇਲਾਵਾ ਬਹੁਤ ਕੰਮ ਕਰਨ ਵਾਲਾ ਪਿਆ। ਇਹ ਫੀਲ ਹੁੰਦਾ ਹੈ ਵੀ ਅਜੇ ਸਾਨੂੰ ਬੜੀ ਮਤਲਬ ਕਹਿ ਲਓ ਇਹਦੀ ਪਲੈਨਿੰਗ ਕਰਕੇ ਤੇ ਇਹ ਸਮਾਜ ਦੇ, ਜਿਵੇਂ ਹੁਣ ਪਰਮਾਤਮਾ ਨੇ ਤੁਹਾਨੂੰ ਭੇਜ ਦਿੱਤਾ, ਜੇ ਤੁਹਾਨੂੰ ਲੱਭਣ ਜਾਂਦੇ ਤੁਸੀਂ ਲੱਭਣਾ ਸੀ ਕਿਤੇ ਸਾਨੂੰ, ਤੇ ਹੁਣ ਤੁਹਾਨੂੰ ਭੇਜਿਆ ਵੌਇਸਲੈਸ ਦੀ ਵੌਇਸ ਹੈ ਨਾ, ਵੀ ਉਹ ਨਾਗਰਿਕ ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ, ਉਹ ਲਿਟਲ ਹਿਊਮਨ ਟੱਚ ਦੇ ਨਾਲ, ਥੋੜੀ ਜਿਹੀ ਸਪੋਰਟ ਦੇ ਨਾਲ ਠੀਕ ਹੋ ਕੇ ਦੁਬਾਰੇ ਆਦਰ ਸਤਿਕਾਰ ਦੀ ਜ਼ਿੰਦਗੀ ਜੀਣ ਦੇ ਕੈਪੇਬਲ ਬਣ ਜਾਂਦੇ ਆ। ਜੀ ਤੁਹਾਡਾ ਬਜਟ ਤਾਂ ਕਰੋੜਾਂ ਦਾ ਹੋਊਗਾ ਸਾਲਾਨਾ, ਜੋ ਮੈਂ ਦੇਖਿਆ ਤੁਹਾਡਾ ਇੱਥੇ ਨਾ ਸਾਰਾ ਕੁਝ ਨਾ। ਮੈਂ ਕਦੇ ਇਹ ਵੀ ਨਹੀਂ ਦੇਖਿਆ ਕਿ ਤੁਸੀਂ ਅਪੀਲ ਕੀਤੀ ਹੋਵੇ, ਕਦੇ ਪਰਚੀਆਂ ਕੱਟਣ ਬੰਦੇ ਭੇਜੇ ਗਏ ਹੋਣ, ਜਦੋਂ ਕਿ ਬੜੇ ਲੋਕ ਹੁੰਦੇ ਆ ਘਰਾਂ ਦੀਆਂ ਘੰਟੀਆਂ ਵੀ ਮਾਰਦੇ ਆ, ਉਹ ਟਰੱਕ ਲੈ ਕੇ ਉਹ ਵੀ ਅਨਾਉਂਸ ਵੀ ਕਰਦੇ ਆ ਕਿ ਸਾਨੂੰ ਦਿਓ, ਹੈ ਨਾ। ਤੁਹਾਡਾ ਕਦੇ ਕੁਝ ਇਹ ਨਹੀਂ ਸੁਣਿਆ ਹੈਗਾ। ਤੇ ਫਿਰ ਇਹ ਰੱਬ ਨੇ ਜਿਹੜੇ ਖਜ਼ਾਨੇ ਭਰਪੂਰ ਆ, ਇਹ ਲਾਈਕ ਜਿਵੇਂ ਨਾ ਤੁਸੀਂ ਲਾਈਕ ਪਤਾ ਸਾਨੂੰ ਵੀ ਨਹੀਂ, ਤੁਸੀਂ ਜਿਵੇਂ ਇਹਨਾਂ ਨੂੰ ਸਵਾਲ ਕੀਤਾ ਸੀ ਨਾ ਵੀ ਤੁਸੀਂ ਕਿਵੇਂ ਇਹ ਸਾਰਾ ਕੁਝ ਮੈਨੇਜ ਕਰਦੇ ਹੋ, ਪਤਾ ਸਾਨੂੰ ਵੀ ਨਹੀਂ ਜੇ ਕੋਈ ਪੁੱਛੇ ਵੀ ਕਿੱਦਾਂ ਹੋ ਰਿਹਾ, ਕਿੰਨੇ ਪੈਸੇ। ਹੁਣ ਜਦੋਂ ਆ ਬਿਲਡਿੰਗ ਪਹਿਲੀ ਪਰਲੇ ਪਾਸੇ ਬੀਬੀਆਂ ਵਾਲੀ ਸ਼ੁਰੂ ਕੀਤੀ ਸੀ, ਲੇਡੀਜ਼ ਦੀ ਬਿਲਡਿੰਗ ਸ਼ੁਰੂ ਕੀਤੀ ਸੀ, ਤੇ ਜਦੋਂ ਕੋਈ ਸੱਜਣਾ ਨਾਲ ਗੱਲ ਕੀਤੀ ਕਹਿੰਦੇ ਵੀ ਪੈਸੇ ਤੁਹਾਡੇ ਕੋਲ ਕਿੰਨੇ ਹੈ, ਤੇ ਪੈਸੇ ਤੇ ਮੈਂ ਕਿਹਾ ਵੀ ਇਸ ਵੇਲੇ ਤਾਂ ਅਕਾਊਂਟ ਦੇ ਵਿੱਚ 2 ਲੱਖ ਰੁਪਈਆ ਹੈਗਾ ਵੀ ਜਿਹੜਾ ਆਪਾਂ ਸੰਗਤ ਤੋਂ ਹੈ ਨਾ ਵੀ ਪਹੁੰਚਿਆ ਹੋਇਆ, ਤੇ ਮਹੀਨੇ ਦਾ ਖਰਚਾ ਕਿੰਨਾ ਹੈ। ਉਹ ਕਹਿੰਦੇ ਫਿਰ ਤੁਸੀਂ ਬਿਲਡਿੰਗਾਂ ਦੀ ਬਣਾਉਣੀ, ਸਾਡਾ ਕਿਉਂ ਟਾਈਮ ਵੇਸਟ ਕਰੀ ਜਾਂਦੇ ਆ। ਉਹ ਮੈਂ ਕਿਹਾ ਨਹੀਂ, ਜਦੋਂ ਪਹਿਲੀ ਛੱਤ ਪਾਈ ਸੀ ਨਾ, ਉਹ ਮੈਨੂੰ ਪੁੱਛੀ ਜਾ ਰਹੇ ਸੀ, ਕਹਿੰਦੇ ਵੀ ਸਰੀਆ ਬੰਨੀਏ ਕਿ ਨਾ ਬੰਨੀਏ। ਭਾਈ ਸਾਹਿਬ ਕਹਿੰਦੇ ਮਟੀਰੀਅਲ ਪਹੁੰਚ ਜੂਗਾ। ਇਹ ਤਾਂ ਰੱਬ ਦਾ ਘਰ ਹੈ, ਇਹ ਤਾਂ ਜਿਵੇਂ ਕਹਿੰਦੇ, ਇਹ ਤਾਂ ਕਹਿੰਦੇ ਉਹਦੇ ਖਜ਼ਾਨੇ ਆਪ ਪਰਮਾਤਮਾ। ਮੈਂ ਤਾਂ ਕਹਿੰਦਾ ਤਾਂ ਰੱਬ ਦਾ ਦੂਜਾ ਘਰ ਹੈ, ਮੈਂ ਜਦੋਂ ਸ਼ੁਰੂ 'ਚ ਕਿਹਾ ਸੀਗਾ। ਪਰ ਤੁਸੀਂ ਘਰ ਸ਼ੁਰੂ ਕਰ ਲਓ, ਨੀਹਾਂ ਪੁੱਟ ਲਓ, ਕੁੜੀ ਦਾ ਵਿਆਹ ਧਰ ਲਓ, ਰੱਬ ਆਪੇ ਸਿਰੇ ਚੜਾਉਂਦਾ। ਇਹ ਤਾਂ ਹੈ ਪੁਰਾਣਾ। ਬਸ ਇਹੀ ਹੈ ਵੀ ਮਤਲਬ ਜੋ ਸਾਡੇ ਕੋਲ ਸੰਗਤ ਦਾ ਦਿੱਤਾ ਹੋਇਆ ਉਹ ਅਸੀਂ ਲਗਾ ਦੇਣਾ, ਤੇ ਇਦਾਂ ਲੱਗਦਾ ਵੀ ਉਹ ਵੀ ਉਸ ਇੱਕ ਸਿਸਟਮ ਦੇ ਥਰੂ ਪਰਮਾਤਮਾ ਨੇ ਜਿਵੇਂ ਭੇਜ ਦਿੱਤਾ, ਜੋ ਸਾਡੇ ਕੋਲ ਹੈਗਾ ਸੀ ਉਹ ਲਾ ਦੇਣਾ। ਇਦਾਂ ਮਤਲਬ ਪਰਮਾਤਮਾ ਨਾ ਫਿਰ ਆਪਣੇ ਆਪ ਹੀ ਕੋਈ ਨਾ ਕੋਈ ਸ਼ਖਸੀਅਤਾਂ ਜਿਹੜੀਆਂ ਐਸੀਆਂ ਤੇ ਉਹਨਾਂ ਨੂੰ ਭੇਜ ਦਿੰਦਾ, ਭਾਵੇਂ ਹੁਣ ਵੀ ਕਰੋੜਾਂ ਰੁਪਈਆ, ਮਤਲਬ ਕਰੋੜ ਤੋਂ ਵੀ ਉੱਪਰ ਅਸੀਂ ਦੇਣਾ ਹੈ, ਦੇਣਦਾਰੀ। ਤੇ ਸਾਡਾ ਖਰਚ ਮਹੀਨੇ ਦਾ ਮਤਲਬ 35 ਲੱਖ ਰੁਪਏ ਦਾ ਤਾਂ ਮਹੀਨੇ ਦਾ ਖਰਚ ਹੋਏਗਾ ਹੀ, ਡੇਲੀ ਲੱਖ ਰੁਪਏ ਤੋਂ ਉੱਪਰ ਖਰਚ ਸਾਡਾ ਹੋ ਜਾਂਦਾ ਹੈਗਾ, ਕਿਉਂਕਿ ਖਾਣਾ ਪੀਣਾ, ਤਨਖਾਹਾਂ 10 ਲੱਖ ਦੇ ਕਰੀਬ, 10 ਲੱਖ ਤੋਂ ਉੱਪਰ ਤਨਖਾਹ ਹੀ ਹੋ ਜਾਂਦੀ ਹੈ, ਕਿਉਂਕਿ ਡਾਕਟਰਾਂ ਦੀਆਂ ਤੇ ਸਾਰੀ ਮੈਡੀਸਨ ਕਾਫੀ ਉਹ ਵੀ ਲੱਖਾਂ 'ਚ ਹੈ। ਮੈਂ ਥੋੜ੍ਹਾ ਜਿਹਾ ਕਰਦਾ, ਇੱਥੇ ਕੋਈ ਸੇਵਾ ਦੀ ਭਾਵਨਾ ਬਿਨਾਂ ਪੈਸੇ ਤੋਂ ਵੀ ਕੰਮ ਕਰ ਰਹੇ ਆ ਸੱਜਣ ਕਿ ਸਾਰੇ ਮਤਲਬ ਆਉਂਦੇ ਸੱਜਣ, ਮਤਲਬ ਜਿਹੜਾ ਮੇਨ ਕੰਮ ਹੈ ਨਾ ਵੀ ਸਵੇਰੇ ਉੱਠ ਕੇ ਜਦੋਂ 4:30 ਵਜੇ ਉੱਠ ਕੇ ਨਲਾਉਣਾ ਸਾਰਿਆਂ ਨੂੰ, ਰਾਤ ਨੂੰ ਇਹਨਾਂ ਦੇ ਵਿੱਚ ਰਹਿਣਾ ਤੇ ਸਵੇਰੇ ਉੱਠ ਕੇ ਨਲਾਉਣਾ, ਤੇ ਫਿਰ ਮਤਲਬ 7 ਵਜੇ ਤੱਕ ਇਹਨਾਂ ਨੂੰ ਚਾਹ ਤੇ ਨਾਲ ਜੋ ਵੀ ਰਸ ਬਿਸਕੁਟ, ਫਿਰ 8:30 ਵਜੇ ਤੱਕ ਖਾਣਾ, ਤੇ ਉਸ ਤੋਂ ਬਾਅਦ ਮੈਡੀਸਨ, ਫਿਰ ਹਸਪੀਟਲਾਂ ਦੇ ਵਿੱਚ ਡਿਊਟੀਆਂ ਚੇਂਜ ਕਰਨੀ, ਜਿਹੜੇ ਹਸਪੀਟਲਾਂ 'ਚ ਦਾਖਲ ਹੈ, ਕੋਈ 32 'ਚ, ਕੋਈ PGI 'ਚ, ਕੋਈ 16 'ਚ, ਕੋਈ 6 ਵੀ ਹੈ, ਜਗ੍ਹਾ ਤੇ ਦਾਖਲ ਹੈਗੇ, ਦਿਨ ਦੀਆਂ ਨਾਈਟ ਦੀਆਂ ਡਿਊਟੀ, ਉਹ ਮੈਂ ਸਾਰਾ ਉਹ ਤਾਂ ਪੇਡ ਹੈ। ਹਸਪਤਾਲਾਂ ਵਿੱਚ ਵਾਲੇ ਵੀ ਇਲਾਜ ਫ੍ਰੀ ਨਹੀਂ, ਤੁਹਾਡੇ ਲਈ ਕੋਈ ਸਹੂਲਤ ਨਹੀਂ ਹੈ? ਨਹੀਂ ਤੁਸੀਂ ਉੱਥੇ ਪੂਰਾ ਫ੍ਰੀ ਫੰਡ ਹੁੰਦੇ ਆ ਇੱਦਾਂ ਦਾ ਕੋਈ ਜਿਹੜਾ ਨਾ ਜੀ ਮਤਲਬ ਸਾਡੇ ਸਮਾਜ ਤੁਹਾਨੂੰ ਪਤਾ ਹੀ ਹੈਗਾ ਹੈ ਨਾ। ਹੁਣ PGI ਦੇ ਵਿੱਚ ਤੁਸੀਂ ਕਿਸੇ ਨਾਲ ਗੱਲ ਕਰੋਗੇ, ਉਹਨਾਂ ਕੋਲ ਤਾਂ ਇਹੀ ਹੈ ਵੀ ਬੰਦਿਆਂ ਨੂੰ ਬਚਾਉਣ ਲਈ, ਨਹੀਂ ਉਹਨਾਂ ਕੋਲ ਤਾਂ ਪੂਰਾ ਫ੍ਰੀ ਫੰਡ ਬਹੁਤ ਹੈ ਜੀ। ਪੂਰ ਫ੍ਰੀ ਫੰਡ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜੇ ਸਾਡੇ ਕੋਲ 9 ਬੰਦਿਆਂ ਦੀ ਈਮੇਲ ਆਈ ਹੈ ਨਾ, ਤਾਂ ਉਹਦੇ ਵਿੱਚ ਅਸੀਂ ਮੰਨ ਲਓ 3 ਨੂੰ ਸ਼ਿਫਟ ਕਰ ਲਿਆ, ਤੇ ਉਹਦੇ ਵਿੱਚ ਪਿੱਛੇ 6 ਬੰਦੇ ਰਹਿ ਗਏ ਵੀ ਇਹਨਾਂ ਨੂੰ ਅਸੀਂ ਅੱਜ ਨਹੀਂ ਸ਼ਿਫਟ ਕਰ ਸਕਦੇ, ਕਿਉਂਕਿ ਇਹਨਾਂ ਦੀ ਹਾਲਤ ਸੀਰੀਅਸ ਹੈ, ਇਹ ਉੱਠ ਕੇ ਬੈਠ ਵੀ ਨਹੀਂ ਸਕਦੇ, ਤੇ ਆਹ ਬਿਮਾਰੀ ਵੀ ਇਹਨਾਂ ਨੂੰ ਇਦਾਂ ਦੀ ਹੈਗੀ ਹੈ, ਤੇ ਇਹਨਾਂ ਨੂੰ ਥੋੜ੍ਹਾ ਜਿਹਾ ਇੰਪਰੂਵ ਇੱਥੇ ਦੱਸੋ ਵੀ ਅਸੀਂ ਕੀ ਹੈਲਪ ਕਰ ਸਕਦੇ ਹਾਂ। ਤੇ ਕਹਿੰਦੇ ਚਲੋ ਕੋਈ ਗੱਲ ਨਹੀਂ, ਤੁਸੀਂ 3 ਨੂੰ ਸ਼ਿਫਟ ਕਰ ਲਓ। ਤੇ ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਪਤਾ ਕਰਨਗੇ ਉਹਦੀ ਡੈਥ, ਮੈਂ ਕਿਹਾ ਡੈਥ ਦਾ ਕੀ ਕਾਰਨ ਜਦੋਂ ਪੁੱਛਿਆ ਜਾ ਕੇ, ਕਹਿੰਦੇ ਲੈਕ ਆਫ ਨਿਊਟ੍ਰੀਸ਼ਨ,
ਕਿਉਂਕਿ ਵਿਚਾਰਿਆਂ ਨੂੰ ਕਈ ਵਾਰ ਉੱਥੇ ਉਹ ਵੀ ਪੀਜੀਆਈ ਵੀ ਕੀ ਕਰੇ, ਕਿਉਂਕਿ ਸਾਰਾ ਪੰਜਾਬ, ਹਿਮਾਚਲ, ਬਹੁਤ ਰਾਜਸਥਾਨ ਭਾਰਾ ਕੀ ਜੀ, ਆ, ਉਹ ਸਾਰੇ ਹੀ ਬਹੁਤ ਮਤਲਬ ਭਾਰਾ। ਉੱਥੇ। ਬਹੁਤ ਭਾਰੇ ਆ। ਹੁਣ ਮਰਿੰਡੇ ਦੇ ਵਿੱਚ ਬੰਦਾ, ਇੱਕ ਨੌਜਵਾਨ ਜਿਹੜੇ ਬੱਚੇ ਸੀ, ਉਹਨਾਂ ਨੇ ਜਦੋਂ ਇੱਕ ਨਾਗਰਿਕ ਨੂੰ ਡਿਪਰੈਸ਼ਨ 'ਚ ਗਿਆ ਹੋਇਆ, ਉਹਦੇ ਮੈਗਟਸ ਨਾਲ ਭਰ ਗਿਆ ਲੱਤ ਉਹਦੀ, ਉਹ ਰੋ ਰਿਹਾ ਸੀ, ਮਤਲਬ ਹੈ ਨਾ ਕਰਲਾ ਰਿਹਾ ਸੀ, ਉਹ ਚੱਕ ਕੇ ਹਸਪੀਟਲ 'ਚ ਲੈ ਗਏ। ਹਸਪੀਟਲ ਵਾਲਿਆਂ ਨੇ ਕਿਹਾ ਨਹੀਂ, ਇਹਨੂੰ ਪੀਜੀਆਈ ਲੈ ਜਾਓ। ਉਹ ਨੌਜਵਾਨ ਜਿਹੜੇ ਸੀ ਸਟੂਡੈਂਟ, ਉਹ ਪੀਜੀਆਈ ਲੈ ਕੇ ਗਏ। ਪੀਜੀਆਈ ਵਾਲਿਆਂ ਨੇ ਕਿਹਾ ਵੀ ਇਹਦੇ ਨਾਲ ਮਤਲਬ ਇਹਦਾ ਵਾਰਸ ਕੌਣ ਹੈ? ਕਹਿੰਦੇ ਜੀ ਵਾਰਸ ਦਾ ਸਾਨੂੰ ਪਤਾ ਨਹੀਂ। ਉਹਨਾਂ ਨੇ ਪੁਲਿਸ ਨੂੰ ਬੁਲਾਇਆ, ਪੁਲਿਸ ਕਹਿੰਦੀ ਇੱਦਾਂ ਤੁਸੀਂ ਕਿਵੇਂ ਚੱਕ ਲਿਆ? ਅਖੀਰ ਤੇ ਗੱਲ ਕੀ ਪਹੁੰਚੀ, ਕਹਿੰਦੇ ਜੀ ਤੁਸੀਂ ਆਪਣਾ ਖਹਿੜਾ ਛਡਾਉਣਾ ਹੈ ਰਾਤ ਨੂੰ। ਫਿਰ ਉਹ ਕਹਿੰਦੇ ਵੀ ਤੁਸੀਂ ਆਪਣਾ ਪ੍ਰਭ ਆਸਰਾ ਲੈ ਕੇ ਜਾਓ ਇਹਨੂੰ। ਉਹ ਸਾਡੇ ਕੋਲ ਲੈ ਕੇ ਆਏ, ਅਸੀਂ ਫਟਾਫਟ ਉਹਦਾ ਜਦੋਂ ਦੇਖਿਆ ਵੀ ਸਮੈਲ ਕਾਫੀ ਜਿਹਦੇ ਤੇ ਉਹਦੇ 'ਚ ਟਰਪੰਟੀਨ ਆਇਲ ਪਾਇਆ, ਉਹ 'ਚੋਂ ਮੈਗਟਸ ਬਹੁਤ ਬਾਹਰ ਆਏ, ਬਹੁਤ ਬਾਹਰ ਆਏ, ਤੇ ਉਹਨੂੰ ਵੋਮਿਟ ਵੀ ਕਰਦਾ ਹੈ ਨਾ ਉਹ ਬਾਰ-ਬਾਰ, ਮਤਲਬ ਉਸ ਤਰੀਕੇ ਨਾਲ। ਤੇ ਫਿਰ ਅਸੀਂ ਅਗਲੇ ਦਿਨ ਹੀ ਉਹਨੂੰ ਮਤਲਬ ਹਸਪੀਟਲ ਸ਼ਿਫਟ ਕਰ ਦਿੱਤਾ ਵੀ ਇਹਦੀ ਐਕਸਰੇ ਉਕਸਰੇ ਕਰਾ ਕੇ ਦੇਖੀਏ। ਡਾਕਟਰ ਨੂੰ ਅਸੀਂ ਨਾਲ ਦੀ ਨਾਲ ਸਲਾਹ ਲੈ ਲੈਂਦੇ ਹੁੰਦੇ ਹਾਂ, ਡਾਕਟਰ 24 ਘੰਟੇ ਸਾਡੇ ਨਾਲ ਹੁੰਦੇ ਆ। ਤੇ ਉਹਨੂੰ ਜਦੋਂ ਅਸੀਂ ਸ਼ਿਫਟ ਕੀਤਾ ਤੇ ਹੱਡੀ ਬਿਲਕੁਲ ਨਾਰਮਲ, ਥੋੜੇ ਦਿਨਾਂ ਦੇ ਵਿੱਚ ਹੀ ਉਹ ਬੱਚਾ ਦੂਜਿਆਂ ਦੀ ਸੇਵਾ ਕਰਨ ਲੱਗ ਗਿਆ। ਪਰ ਜੀ ਜਿਹੜੀਆਂ ਲੇਡੀਜ਼ ਨੇ ਨਾ, ਉਹਨਾਂ ਦਾ ਬਿਲਕੁਲ ਜ਼ਿਆਦਾ ਕੋਮਲ ਹੁੰਦਾ ਹੈ ਨਾ। ਮੈਂ ਆਪਣਾ ਮਤਲਬ ਜੇ ਮੈਂ ਕੋਈ ਦੇਖਦਾ ਬੰਦਾ ਸੰਕਟ ਵਿੱਚ ਆ, ਚਾਹੇ ਸਰੀਰਕ ਤੌਰ 'ਤੇ ਚਾਹੇ ਮਾਨਸਿਕ ਤੌਰ 'ਤੇ ਹੈ ਨਾ, ਮੇਰੇ ਆਪ ਕਈ ਵਾਰੀ ਮੈਂ ਘਬਰਾ ਵੀ ਜਾਂਦਾ, ਅੱਖਾਂ ਭਰਨਾ ਪੈਂਦੀਆਂ। ਕਦੇ ਇੱਦਾਂ ਦਾ ਵੀ ਮੌਕਾ ਆਇਆ ਵੀ ਤੁਹਾਡਾ ਕੋਈ ਬਹੁਤ ਇੱਥੇ, ਤੁਹਾਡੇ ਇੱਥੇ ਕੁਦਰਤੀ ਸਾਰੇ ਬੱਚੇ ਆਪਣੇ ਆ, ਬੜੀ ਅਟੈਚਮੈਂਟ ਹੁੰਦੀ ਆ, ਕਦੇ ਕੋਈ ਬੱਚਾ ਜਾਂ ਕੋਈ ਵੀ ਸਵਾਲੇ ਚੱਲ ਵਸਿਆ ਹੋਵੇ ਜਾਂ ਬਹੁਤ ਸੰਕਟ ਵਿੱਚ ਹੀ ਹੋਇਆ ਹੋਵੇ, ਉਹਦਾ ਮਤਲਬ ਬਿਮਾਰੀ ਬਹੁਤ ਪਰੇਸ਼ਾਨ ਹੋਵੇ, ਕਦੇ ਉਹਨੂੰ ਰਾਹਤ ਨਾ ਮਿਲੀ ਹੋਵੇ, ਤੁਹਾਡੇ ਕਦੇ ਇਦਾਂ ਦਾ ਕੋਈ ਤਜਰਬਾ ਹੋਇਆ ਤੇ ਮਨ ਉਸ ਵੇਲੇ ਬਹੁਤ ਜ਼ਿਆਦਾ? ਹਾਂਜੀ ਵੀਰ ਜੀ, ਮਤਲਬ ਸਾਡੇ ਕੋਲ ਬਹੁਤ ਕੇਸਿਸ ਕ੍ਰਿਟੀਕਲ ਹਾਲਤ 'ਚ ਆਉਂਦੇ ਆ। ਮਤਲਬ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਈ ਵਾਰੀ ਉਹਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਇਹ ਸੰਸਾਰ ਵਿੱਚ ਜਿਹੜਾ ਆਇਆ ਉਹਨੇ ਜਾਣਾ, ਜੋ ਹੈ ਸੱਚਨ ਸਭ ਕੋਈ ਆਏ ਵਾਰੀ ਹੈ। ਤੇ ਬਟ ਕਈ ਵਾਰੀ ਕਈਆਂ ਦੇ ਨਾਲ ਕੁਝ ਜ਼ਿਆਦਾ ਅਟੈਚਮੈਂਟ ਹੁੰਦੀ ਹੈ, ਜਿੰਨਾ ਜ਼ਿਆਦਾ ਲੰਬੇ ਸਮੇਂ ਤੱਕ, ਬਿਕੋਜ਼ ਐਜ਼ ਅ ਫੈਮਿਲੀ ਮੈਂਬਰਸ ਹੈਗੇ ਆ, ਤੇ ਅੰਦਰੋਂ ਮਨ ਦੁਖੀ ਹੁੰਦਾ ਹੈ। ਲੇਕਿਨ ਪਰਮਾਤਮਾ ਨੇ ਜਦੋਂ ਗੁਰਬਾਣੀ ਨੂੰ ਅਸੀਂ ਆਧਾਰ ਬਣਾ ਕੇ ਚੱਲ ਰਹੇ ਹਾਂ, ਤਾਂ ਸਾਨੂੰ ਇਹ ਫੀਲ ਹੁੰਦਾ ਹੈ ਕਿ ਵੀ ਨਾ ਹੀ ਅਸੀਂ ਬਹੁਤ ਜ਼ਿਆਦਾ ਖੁਸ਼ ਹੋ ਸਕਦੇ, ਨਾ ਹੀ ਹੈ ਨਾ ਗਮੀ 'ਚ, ਬਿਕੋਜ਼ ਇਹ ਇੱਕ ਸਟ੍ਰੈਸ ਦਾ ਕਾਰਨ ਬਣਦਾ ਹੈਗਾ। ਤੇ ਉਹਨੂੰ ਇੱਕ ਬੈਲੈਂਸ ਬਣਾਉਣ ਵਾਸਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਹੀ ਅਸੀਂ ਗੁਰਬਾਣੀ ਦੇ ਆਧਾਰ ਤੇ ਕੋਸ਼ਿਸ਼ ਕਰਦੇ ਹਾਂ ਵੀ ਚੱਲੀਏ। ਬਟ ਫਿਰ ਵੀ ਕਈਆਂ ਦੇ ਨਾਲ ਅਟੈਚਮੈਂਟ ਅਥਰੂ ਨਾ ਚਾਹੁੰਦੇ ਹੋਏ ਵੀ ਕਈ ਵਾਰੀ ਨਿਕਲਿਆ ਜੀ। ਕਈ ਵਾਰੀ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਆ, ਉਹ ਅਗਰੈਸਿਵ ਵੀ ਹੋ ਜਾਂਦੇ ਆ। ਕਈ ਵਾਰੀ ਉਹ ਆਪਸ ਵਿੱਚ ਹੀ ਲੜ ਭੜ ਸਕਦੇ ਆ, ਕਈ ਵਾਰੀ ਤੁਹਾਡੇ ਡਾਕਟਰਾਂ ਉੱਤੇ, ਤੁਹਾਡੇ ਉੱਤੇ ਉਲਟ ਜਾਂਦੇ ਆ। ਹੱਥ ਸਕਦੇ ਕੋਈ ਇਹੋ ਜਿਹਾ ਤਜਰਬਾ ਵੀ? ਹਾਂ, ਬਹੁਤ। ਇੱਕ ਦਿਨ ਦੇ ਵਿੱਚ ਕਈਆਂ ਦੇ ਮਤਲਬ ਹੁਣ ਲਾਈਕ ਵਾਕਿੰਗ ਏਡ ਨਾਲ ਚੱਲ ਰਹੇ ਹਨ, ਤੇ ਨਾਲ ਨੂੰ ਦੂਜਾ ਡਿਪਰੈਸ਼ਨ ਜਿਹੜਾ ਨੌਜਵਾਨ ਹੈ ਉਹ ਨਿਕਲ ਰਿਹਾ, ਕਿਉਂਕਿ ਸਾਡੇ ਕੋਲ ਡਿਪਰੈਸ਼ਨ ਵਾਲੇ ਕੇਸ ਬਹੁਤ ਹੈ, ਜ਼ਿਆਦਾਤਰ ਇੰਟੈਲੈਕਚੁਅਲ ਡਿਸੇਬਿਲਿਟੀ ਵਾਲੇ ਬਜ਼ੁਰਗ ਹੈ। ਬਜ਼ੁਰਗਾਂ ਦੇ ਵਿੱਚ ਕਈ ਬਜ਼ੁਰਗ ਹੋਏ ਜਿਨ੍ਹਾਂ ਨੇ ਸ਼ਾਦੀ ਨਹੀਂ ਕਰਾਈ, ਕਈ ਘਰ ਦੇ ਰਸਤੇ ਭੁੱਲ ਗਏ ਹਨ ਇੱਦਾਂ ਦੇ। ਤੇ ਉਹ ਸਾਨੂੰ ਬਜ਼ੁਰਗਾਂ ਵਾਸਤੇ ਵੀ ਇੱਕ ਅਲੱਗ ਹੋਮ ਹੈ, ਜੇ ਅਸੀਂ ਨਹੀਂ ਪ੍ਰੋਪਰ ਬਣਾ ਸਕੇ, ਉਹਨਾਂ ਨੂੰ ਵੀ ਵਿੱਚੇ ਰੱਖਣਾ ਪੈਂਦਾ, ਜਿਹੜੇ ਕਿ ਉਹਨਾਂ ਦੇ ਵਿੱਚ ਥੋੜੀ ਏਜ ਵਾਲੇ ਵੀ ਜਿਹੜੇ ਹੈਗੇ, ਜਿਵੇਂ ਕਹ ਲਓ 40 ਸਾਲ ਦੇ ਵੀ ਉੱਥੇ ਹੀ ਹੈ, ਤੇ 60 ਸਾਲ ਦੇ, 70 ਸਾਲ ਦੇ, 80 ਸਾਲ ਦੇ ਵੀ ਉੱਥੇ ਹੀ ਹੈ। ਉਹਨਾਂ ਦੇ ਵੈਸੇ ਕੋਸ਼ਿਸ਼ ਤਾਂ ਕਰਦੇ ਹਾਂ ਅਸੀਂ ਕਮਰਾ ਅਲੱਗ ਥੋੜਾ ਜਿਹਾ ਹੈ ਨਾ, ਉਹਨਾਂ ਦਾ ਏਰੀਆ ਅਲੱਗ, ਪਰ ਫਿਰ ਵੀ ਵਿਹੜਿਆਂ 'ਚ ਇਕੱਠੇ ਤਾਂ ਹੁੰਦੇ ਹੀ ਹੈ। ਉਹਨੇ ਚੱਕ ਕੇ ਅਜੇ ਸਫਾਈ ਕਰਕੇ ਹਟੇ ਸੀ ਇੱਕ ਸੱਜਣ, ਜਿਹੜਾ ਸਫਾਈ ਸਾਡਾ ਸੇਵਾਦਾਰ, ਤੇ ਉਹਨੇ ਚੱਕ ਕੇ ਫਟਾਫਟ ਮਾੜੀ ਜੀ ਗੱਲ ਕੀਤੀ, ਉਹਦਾ ਹੱਥ ਏਦਾਂ ਕੋਣੀ ਲੱਗ ਗਈ, ਉਹਨੇ ਚੱਕ ਕੇ 7 ਜਣੇ ਦੇ ਸਿਰ ਫਾੜ ਦਿੱਤੇ, 11 ਟਾਂਕੇ ਵੀ ਲੱਗੇ। ਇੱਧਰ ਬੀਬੀ ਜਿਹੜੀ ਹੈਗੀ ਸੀ, ਉਹ ਮਿਨਿਸਟਰ ਸਾਹਿਬ ਦੇ ਥਰੂ ਸਾਡੇ ਕੋਲ ਆਈ ਹੋਈ ਹੈ। ਅੱਛਾ ਜੀ। ਤੇ ਉਹਨੇ ਮਤਲਬ ਚਾਹ ਬੈਠੇ ਚਾਹ ਪੀ ਰਹੇ ਸੀ। ਮਤਲਬ ਮਿਨਿਸਟਰ ਆਪਣੇ ਕੋਲ ਦੁੱਕੀ ਨਹੀਂ ਖੜ ਸਕਦਾ, ਤੁਹਾਡੇ ਸਿਰ ਭੇਜਦਾ ਹੈ ਨਾ। ਇੱਕ ਵੀ ਨਾ, ਜੇਕਰ ਹਾਈ ਕੋਰਟ ਦੇ ਵਿੱਚ ਸੁਸਾਈਡ ਕਰਨ ਲੱਗਿਆ ਨਿਊਜ਼ੀਲੈਂਡ ਦਾ ਸਿਟੀਜ਼ਨ ਕੋਈ, ਅੱਛਾ ਜੀ, ਤੇ ਪ੍ਰਭ ਆਸਰਾ ਨੂੰ ਫੋਨ ਆ ਰਹੇ। ਅੱਛਾ ਜੀ। ਮਤਲਬ ਕੋਈ, ਮੈਂ ਤੁਹਾਨੂੰ ਸੈਕਟਰੀ ਦੀ ਗੱਲ ਦੱਸਦਾ ਵੀ ਜਿਹੜੇ ਸਾਡੇ ਪੰਜਾਬ ਸਟੇਟ ਦੇ ਵਿੱਚ ਸੈਕਟਰੀ ਦੀ ਪੋਸਟ ਤੇ ਰਹੇ ਹੈਗੇ ਆ, ਤੇ ਉਹ ਬਾਹਰ ਜਿਹੜੇ ਸੜਕ ਤੇ ਰੁਲ ਰਹੇ ਆ, ਉੱਪਰੋਂ ਮੀਂਹ ਪੈ ਰਿਹਾ, ਤੇ ਮਤਲਬ ਇੱਕ ਕੇਸ ਨਹੀਂ ਜੀ, ਮਤਲਬ ਮੈਨੂੰ ਇੱਕ ਫੋਨ ਕਰ ਰਿਹਾ ਬੰਦਾ, ਕਹਿੰਦਾ ਜੀ ਮੈਂ ਤੀਜਾ ਦਿਨ ਹੋ ਗਿਆ ਅੱਜ ਦੇਖ ਰਿਹਾ ਮੀਂਹ ਪੈ ਰਿਹਾ ਹੈਗਾ ਸੜਕ ਦੇ ਕਿਨਾਰੇ, ਤੇ ਲਾਂਡਰਾ ਤੋਂ ਉਰਲੇ ਪਾਸੇ ਇੱਕ 22 ਸਾਲ ਦੀ ਔਰਤ ਨਾਲ ਬੱਚਾ ਹੈ, ਵੀ 2 ਜਣਿਆਂ ਦੀ ਮੌਤ ਹੋਈ ਗਈ, ਅੱਜ ਮੇਰੇ ਤੋਂ ਦੇਖ ਨਹੀਂ ਹੋ ਰਿਹਾ, ਅੱਗੇ ਨਹੀਂ ਮੇਰੇ ਤੋਂ ਮਤਲਬ ਚੱਲਿਆ ਨਹੀਂ ਜਾ ਰਿਹਾ। ਕਹਿੰਦੇ ਤੁਹਾਡਾ ਫੋਨ ਮੈਨੂੰ ਮਿਲਿਆ, ਕਿ ਮੈਂ ਤੁਹਾਡੇ ਕੋਲ ਲੈ ਕੇ ਆ ਸਕਦਾ? ਮੈਂ ਕਿਹਾ ਵੀ ਤੁਹਾਡੇ ਕੋਲ ਅਸੀਂ ਪਹੁੰਚ ਰਹੇ, ਤੁਸੀਂ ਰੁਕੋ। ਕਹਿੰਦਾ ਨਹੀਂ, ਮੇਰੇ ਕੋਲ ਗੱਡੀ ਹੈ, ਮੈਂ ਲੈ ਆਉਣਾ। ਫਟਾਫਟ ਸਾਡੇ ਕੋਲ ਲੈ ਕੇ ਪਹੁੰਚੇ, ਉਹਦੇ ਹਾਲਾਤ ਦੇਖ ਕੇ ਅਸੀਂ ਉਹਨੂੰ ਤੁਰੰਤ ਉਸੇ ਵੇਲੇ ਸਿਵਲ ਹਸਪੀਟਲ 'ਚ ਸ਼ਿਫਟ ਕਰ ਦਿੱਤਾ। ਉਹ ਬੱਚੇ ਨੇ ਜਨਮ ਲਿਆ, ਬੱਚਾ ਬਿਲਕੁਲ ਨਾਰਮਲ। ਤੇ ਕਈਆਂ ਦੇ 11 ਸਾਲ ਬਾਅਦ ਫਿਰ ਉਹਨਾਂ ਦੇ ਵਾਰਸ ਮਿਲੇ, ਤੇ ਉਹ ਕਹਿੰਦੇ ਅਸੀਂ ਤਾਂ ਅੰਤਿਮ ਰਸਮਾਂ ਜੇ ਹੁਣੇ ਅਦਾ ਕਰਕੇ ਹਟੇ ਸੀ। ਮੈਂ ਤੁਹਾਨੂੰ ਵੀ ਸਵਾਲ ਇਹ ਨਾ ਕਰਨਾ ਕਿਸੇ ਗੱਲ ਦਾ ਮਿਲਦਾ, ਇੱਥੇ ਕਈ
ਸੱਜਣ ਪੂਰੇ ਵੀ ਹੋ ਜਾਂਦੇ ਹੋਣਗੇ ਨਾ। ਹਾਂਜੀ ਫਿਰ ਤੁਸੀਂ ਆਪਣੇ ਲੈਵਲ ਤੇ ਕਰਮੇਸ਼ਨ ਜਾਂ ਜਿਹੜੀ ਆਖਰੀ ਰਸਮਾਂ ਜਾਂ ਭੋਗ ਦੀ ਰਸਮ ਕੋਈ ਇਹੋ ਜਿਹਾ ਕਰਦੇ ਹੋ? ਇਹਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਹੈ ਨਾ ਕਲੀਅਰ ਕਰਾਂ ਥੋੜੀ ਜੀ। ਸਾਡੇ ਕੋਲ ਬੰਦੇ ਨੂੰ ਕਹਿੰਦੇ ਵੀ ਇਹ ਬੰਦਾ ਜੀ ਲਵਾਰਸ ਮਿਲਿਆ, ਧੁੱਪ ਬਹੁਤ ਪੈ ਰਹੀ ਸੀ ਬਾਹਰ, ਜਦੋਂ ਖਰੜ ਤੋਂ ਉਰਲੇ ਪਾਸੇ ਕਹਿੰਦੇ ਸਾਨੂੰ ਦੇਖ ਨਹੀਂ ਹੋਈ ਹਾਲ, ਤਾਂ ਤੁਹਾਡਾ ਪਤਾ ਲੱਗਿਆ ਵੀ ਤੁਸੀਂ ਨਿਆਸਰੇ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਨੂੰ ਸੰਭਾਲਦੇ ਆ। ਮੈਂ ਕਿਹਾ ਹਾਂਜੀ ਅਸੀਂ ਕੋਸ਼ਿਸ਼ ਕਰਦੇ ਹਾਂ। ਤੇ ਕਹਿੰਦੇ ਵੀ ਇਹਦਾ ਕੋਈ ਨਹੀਂ ਹੈਗਾ। ਉਹਨਾਂ ਨੇ ਪੁਲਿਸ ਦੀ ਰਿਪੋਰਟ ਵੀ ਨਾਲ ਰੱਖੀ ਜੀ। ਤੇ ਉਹਨੂੰ ਅਸੀਂ ਮਤਲਬ ਉਹਦਾ ਦਾ ਆਈਡੀ ਪ੍ਰੂਫ ਲੈ ਲਿਆ ਤੇ ਫੋਟੋ ਖਿੱਚ ਲਈ ਤੇ ਫਟਾਫਟ ਉਹਨੂੰ ਅਸੀਂ ਹਸਪੀਟਲ ਸ਼ਿਫਟ ਕਰ ਦਿੱਤਾ। ਤੇ ਉਹਨਾਂ ਨੇ ਪੀਜੀਆਈ ਮਤਲਬ ਉੱਥੇ 32 ਹਸਪੀਟਲ ਸ਼ਿਫਟ ਕਰ ਦਿੱਤਾ, ਲੋਕਲ ਹਸਪੀਟਲ ਨੇ ਸਾਡੇ ਨੇ। ਤੇ ਉਹਨਾਂ ਨੇ ਜਦੋਂ ਟ੍ਰੀਟਮੈਂਟ ਤੋਂ ਬਾਅਦ ਥੋੜਾ ਜਿਹਾ ਇੰਪਰੂਵ ਹੋ ਗਏ ਉਹ, ਤੇ ਉਹਨਾਂ ਨੇ ਡਿਸਚਾਰਜ ਕਰ ਦਿੱਤਾ। ਤੇ ਹੁਣ ਉਹ ਥੋੜੀ ਜਿਹੀ ਗੱਲਬਾਤ ਕਰਨ ਦੀ ਹਾਲਤ ਵਿੱਚ ਆਏ। ਤੇ ਮੈਂ ਕਿਹਾ ਤੁਹਾਨੂੰ ਯਾਦ ਆਇਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਕਹਿੰਦੇ ਹਾਂਜੀ। ਕਹਿੰਦੇ ਨਵੇਂ ਸ਼ਹਿਰ ਦਾ। ਮੈਂ ਕਿਹਾ ਜਿਹੜੇ ਸਾਨੂੰ ਦਾਖਲ ਕਰਵਾ ਕੇ ਗਏ ਸੀ ਲਵਾਰਸ ਕਹਿ ਕੇ, ਉਹਨਾਂ ਦਾ ਐਡਰੈਸ ਹੈ ਉਹਦੇ ਉੱਤੇ ਵੀ ਨਵਾਂ ਸ਼ਹਿਰ ਦਾ ਮਤਲਬ ਇਹ ਐਡਰੈਸ ਦਿੱਤਾ ਹੋਇਆ। ਅੱਛਾ ਜੀ। ਮੈਂ ਕਿਹਾ ਮੈਂ ਤੁਹਾਨੂੰ ਦਿਖਾਵਾਂ, ਤੁਸੀਂ ਪਛਾਣ ਸਕਦੇ? ਕਹਿੰਦਾ ਮੈਨੂੰ ਦਿਖਾਓ। ਤਾਂ ਜੇ ਮੈਂ ਦਿਖਾਇਆ, ਕਹਿੰਦੇ ਤਾਂ ਮੇਰੀ ਫੈਮਿਲੀ ਹੈ ਜਿਹੜੀ ਲਵਾਰਸ ਕਹਿ ਕੇ ਉਹਨੂੰ ਦਾਖਲ ਕਰਾ ਗਈ। ਅੱਛਾ ਜੀ। ਮੈਂ ਕਿਹਾ ਤੁਸੀਂ ਕੀ ਕਰਦੇ ਸੀ? ਕਹਿੰਦਾ ਮੈਂ ਯੂਕੇ ਸੀ ਇਹਨਾਂ ਦਿਨਾਂ 'ਚ, ਮੈਨੂੰ ਨਾ ਕਹਿੰਦਾ ਵੀ ਅਟੈਕ ਆ ਗਿਆ ਉੱਥੇ, ਅੱਛਾ। ਪੈਰਾਲਾਈਸਿਸ ਦਾ। ਫਿਰ ਅਸੀਂ ਪਿੰਡ ਵੀ ਗਏ, ਸਾਰਾ ਕੁਝ ਦੇਖਿਆ, ਬੜੀ ਵੱਡੀ ਕੋਠੀ, ਸਾਰੇ ਸਰਕਾਰੀ ਜੌਬ ਕਰਦੇ। ਤੇ ਉਹਨਾਂ ਦੇ ਫੋਨ ਨੰਬਰ ਲੈ ਕੇ ਆਏ ਅਸੀਂ ਉੱਥੋਂ ਪਿੰਡ ਤੋਂ। ਅਸੀਂ ਫੋਨ ਕੀਤਾ ਵੀ ਤੁਹਾਡਾ ਮੈਂਬਰ ਸਾਡੇ ਕੋਲ ਦਾਖਲ ਹੈ ਇੱਥੇ। ਕਹਿੰਦੇ ਨਹੀਂ ਅਸੀਂ ਨਹੀਂ ਜਾਣਦੇ ਕੌਣ ਹੈ। ਜੀਵਨ ਸਾਥੀ ਕਹਿੰਦਾ। ਭਰਾਵਾਂ ਨੂੰ ਕਿਹਾ, ਕਹਿੰਦੇ ਲੁਧਿਆਣੇ ਤੋਂ। ਮੈਂ ਕਹਿੰਦੇ ਅਸੀਂ ਲੁਧਿਆਣੇ ਤੋਂ ਬੋਲ ਰਹੇ, ਸਾਨੂੰ ਨਹੀਂ ਪਤਾ ਇਹ ਕੌਣ ਹੈ। ਪੁਲਿਸ ਡਿਪਾਰਟਮੈਂਟ 'ਚ ਕੰਮ ਕਰਦੇ ਸੀ ਉਹ। ਅਖੀਰ ਨੂੰ ਜੀ ਜਦੋਂ ਮੈਂ ਉਹ ਕਹਿੰਦਾ ਮੈਨੂੰ ਹੁਣ ਘਰ ਵੀ ਮੈਂ ਘਰ ਜਾਣਾ ਚਾਹੁੰਦਾ, ਵੀ ਮੈਂ ਬਹੁਤ ਕਮਾਈ ਕੀਤੀ ਹੈ। ਤੇ ਪਿੰਡ ਵਾਲੇ ਕਹਿੰਦੇ ਵੀ ਇਹ ਮੁੰਡਾ ਬਹੁਤ ਜ਼ਿਆਦਾ ਮਤਲਬ ਇਹ ਜਿਹੜਾ ਸੱਜਣ ਹੈਗਾ ਇਹਨੇ ਬੜੀ ਕਮਾਈ ਕੀਤੀ ਹੈ, ਬੜਾ ਨੇਕ ਇਨਸਾਨ ਹੈ। ਤੇ ਜਦੋਂ ਉਹ ਆਪਣੇ ਵਤਨਾਂ ਨੂੰ ਆਇਆ ਸੀ ਵੀ ਮੈਨੂੰ ਸਹਾਰਾ ਮਿਲੂਗਾ, ਵੀ ਹੁਣ ਪੈਰਾਲਾਈਸਿਸ ਦਾ ਮੈਨੂੰ ਅਟੈਕ ਆ ਗਿਆ, ਵੀ ਮੈਨੂੰ ਮੇਰਾ ਪਰਿਵਾਰ ਸੰਭਾਲੂਗਾ, ਮੈਂ ਇੰਨੀ ਕਮਾਈ ਕੀਤੀ। ਤੇ ਜਦੋਂ ਅਸੀਂ ਕਿਹਾ ਵੀ ਉਹ ਅਜੇ ਮੰਨਣ ਨੂੰ ਵੀ ਤਿਆਰ ਨਹੀਂ ਹੈਗੇ ਵੀ ਫੈਮਿਲੀ ਦਾ ਮੈਂਬਰ ਹੈ, ਵੀ ਤੁਸੀਂ ਘਬਰਾਓ ਨਾ, ਤੁਸੀਂ ਠੀਕ ਹੋ ਜਾਣਾ। ਤੇ ਉਹਨੂੰ ਫਿਰ ਸਦਮਾ ਜਿਹਾ ਲੱਗਿਆ, ਉਹਦੀ ਹਾਲਤ ਵਿਗੜੀ। ਅਸੀਂ ਫਿਰ ਹਸਪੀਟਲ ਲੈ ਗਏ। ਫਿਰ ਅਸੀਂ ਬਾਰ-ਬਾਰ ਫੋਨ ਕਰਦੇ ਰਹੇ, ਉਹ ਮੰਨਣ ਨੂੰ ਵੀ ਤਿਆਰ ਨਹੀਂ ਸੀ ਕਿ ਅਸੀਂ ਇਹਨੂੰ ਜਾਣਦੇ ਹਾਂ। ਅਖੀਰ ਨੂੰ ਦੀ ਡੈਥ ਹੋ ਗਈ। ਤੇ ਅਸੀਂ ਪੁਲਿਸ ਨੂੰ ਕਿਹਾ ਵੀ ਇਹਦਾ ਹੈ ਨਾ ਪੋਸਟਮਾਰਟਮ ਜਿਹੜਾ ਹੈਗਾ ਸੀ, ਡਾਕਟਰ ਨੂੰ ਕਿਹਾ ਵੀ ਇਹਦਾ ਪੋਸਟਮਾਰਟਮ ਹੋਣਾ ਚਾਹੀਦਾ ਹੈ। ਉਹਨਾਂ ਨੇ ਪੁਲਿਸ ਨੂੰ ਕਿਹਾ ਤੇ ਪੁਲਿਸ ਕਹਿੰਦੀ ਵੀ 72 ਘੰਟੇ ਬੋਡੀ ਰੱਖਣੀ। ਮੈਂ ਕਾਹਦੇ ਵਾਸਤੇ ਰੱਖਣੀ ਹੈ? ਕਹਿੰਦੇ ਵੀ ਇਹਦੇ ਵਾਰਸ ਲੱਭਣੇ ਆ। ਮੈਂ ਕਿਹਾ ਇਹਦੇ ਵਾਰਸ ਇਹ ਐਡਰੈਸ ਹੈਗਾ, ਤੁਸੀਂ ਤਰੀਕੇ ਨਾਲ ਗੱਲ ਕਰ ਲਿਓ। ਵੀ ਮੰਨਣ ਨੂੰ ਤਿਆਰ ਨਹੀਂ ਹੈਗੇ। ਕਹਿੰਦੇ ਇਹ ਕਿਵੇਂ ਹੋ ਸਕਦਾ? ਉਹਨੇ ਗੱਲ ਕੀਤੀ, ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਅਖੀਰਲੇ ਫੋਨ ਤੇ ਉਹਨਾਂ ਨੇ ਕਿਹਾ, ਉਹਦੇ ਸਹੁਰੇ ਨੂੰ ਵੀ ਫੋਨ ਕਰ ਲਿਆ ਹੈ ਨਾ, ਕਹਿੰਦੇ ਵੀ ਇਹ ਸੱਜਣ ਪ੍ਰਭ ਆਸਰਾ 'ਚ ਦਾਖਲ ਸੀ, ਅੱਜ ਇਹਦੀ ਡੈਥ ਹੋ ਗਈ ਹੈਗੀ ਹੈ। ਉਹ ਕਹਿੰਦੇ ਨਹੀਂ ਸਾਨੂੰ ਹਰ ਕੀਮਤ ਤੇ ਡੈੱਡ ਬੋਡੀ ਚਾਹੀਦੀ ਹੈ ਇਹਦੀ। ਅੱਛਾ ਜੀ। ਉਹ ਕਹਿੰਦੇ ਤੁਸੀਂ ਤੇ ਮੰਨਦੇ ਨਹੀਂ ਹੈਗੇ ਵੀ ਇਹਦਾ ਮਤਲਬ ਵੀ ਤੁਸੀਂ ਵਾਰਸ ਹੈਗੇ। ਉਹ ਕਹਿੰਦੇ ਨਹੀਂ, ਇਹਦੀ ਪ੍ਰਾਪਰਟੀ ਇੰਨੀ ਜਗ੍ਹਾ ਪਈ ਹੈ ਤੇ ਇਹਦੇ ਡੈਥ ਸਰਟੀਫਿਕੇਟ ਤੋਂ ਬਿਨਾਂ ਅਸੀਂ ਪ੍ਰਾਪਰਟੀ ਕਿਵੇਂ ਆਪਣੇ ਨਾਲ ਟ੍ਰਾਂਸਫਰ ਕਰ। ਉਸੇ ਫੋਨ ਦੇ ਉੱਤੇ ਮਤਲਬ ਇਹਨਾਂ ਦੀਆਂ ਇੱਕ ਨਹੀਂ ਕੇਸ ਇੱਦਾਂ ਦਾ, ਇੱਦਾਂ ਦੇ ਕਈ ਕੇਸ ਹੋਏ ਸਾਡੇ ਨਾਲ। ਲੁਧਿਆਣੇ ਤੋਂ ਵੀ ਹੋਇਆ ਕੇਸ ਸੀ, ਚਮਕੌਰ ਸਾਹਿਬ ਤੋਂ ਵੀ ਹੈ ਨਾ। ਇਹਨਾਂ ਦੀਆਂ ਪ੍ਰਾਪਰਟੀਆਂ ਦੇ ਵਾਰਸ ਹੈਗੇ ਹੈ, ਪਰ ਇਹਨਾਂ ਦਾ ਵਾਰਸ ਜਿਹੜਾ ਹੈਗਾ ਉਹ ਨਹੀਂ। ਚੰਡੀਗੜ੍ਹ ਦੇ ਵਿੱਚ ਹੋਟਲ ਉਹਨਾਂ ਦਾ ਏਡਾ ਵੱਡਾ ਹੋਟਲ, ਇੰਨਾ ਮਸ਼ਹੂਰ, ਤੇ ਉਹਦੇ ਬ੍ਰਦਰ ਨੂੰ ਮਤਲਬ ਅਖੀਰ ਨੂੰ ਅਲਵਿਦਾ ਕਹਿ ਕੇ ਆਪਣੇ ਪਰਿਵਾਰ ਨੂੰ ਮਿਲਣ ਲਈ ਤਰਸਦਾ ਹੀ ਮਰ ਗਿਆ। ਤੁਸੀਂ ਹੋਟਲ ਦਾ ਨਾਮ ਲਿਆ, ਮੈਨੂੰ ਗੱਲ ਕਲੀਅਰ ਹੋ ਗਈ ਕਿਉਂਕਿ ਮੈਂ ਆਪ ਨਵੇਂ ਸ਼ਹਿਰ ਆਇਆ। ਤੇ ਇਸ ਕਰਕੇ ਮਤਲਬ ਇੱਕ ਹੋਰ ਤੁਹਾਨੂੰ ਥੋੜੀ ਦਿੱਕਤ ਨਾਲ ਸਮਝ ਕੁਐਸਚਨ ਆ। ਤੁਸੀਂ ਬਹੁਤ ਵੱਡਾ ਸਟਾਫ ਰੱਖਿਆ ਹੋਇਆ, ਬੀਬੀਆਂ, ਮੁੰਡੇ, ਬਜ਼ੁਰਗ ਸਾਰੇ, ਹੈ ਨਾ। ਇਹ 'ਚ ਕਿਵੇਂ ਸ਼ਾਨ ਨਾਲ ਲਾਉਂਦੇ ਹੋ ਕਿਸੇ ਦੀ ਰੂਹ ਉੱਤੇ ਵੀ ਜਦੋਂ ਤੁਸੀਂ ਕਿਸੇ ਨੂੰ ਅਪਲਾਈ ਕਰਦੇ ਹੋ, ਜਾਂ ਕਈ ਵਾਰ ਤੁਹਾਨੂੰ ਇੱਦਾਂ ਦੀ ਆਫਰ ਵੀ ਹੁੰਦੀ ਹੁੰਦੀ ਵੀ ਅਸੀਂ ਦਿਨ ਵੇਲੇ ਆ ਕੇ ਸੇਵਾ ਕਰਨਾ ਚਾਹੁੰਦੇ ਹਾਂ, ਜਾਂ ਹੈ ਨਾ, ਵੀ ਤੁਹਾਡਾ ਇਹ ਸ਼ਾਨ ਨਾਲ ਕਿਵੇਂ ਹੁੰਦਾ ਵੀ ਤੁਸੀਂ ਪਛਾਣ ਲਓ ਕਿ ਕੱਲ੍ਹ ਨੂੰ ਉੱਥੇ ਕੋਈ ਸਮੱਸਿਆ ਕ੍ਰੀਏਟ ਨਾ ਕਰੇ? ਹਾਂਜੀ, ਇਹਦੇ ਵਿੱਚ ਮਤਲਬ ਕਹਿ ਲਓ ਵੀ ਜਿਹੜਾ ਦੁਨੀਆ ਨੂੰ ਚਲਾ ਰਿਹਾ ਨਾ, ਜੇ ਕਈ ਵਾਰ ਮੈਂ ਸੋਚਦਾ ਹੁੰਦਾ, ਮੈਂ ਕਿਹਾ ਧਰਤੀ ਕਿੱਦਾਂ ਖੜੀ, ਇਹਨੂੰ ਪਿੱਲਰ ਤਾਂ ਕੋਈ ਹੈ ਨਹੀਂ, ਅਸੀਂ ਪਿੱਲਰ ਡਿਜ਼ਾਈਨ ਕਰਾਉਂਦੇ ਰਹਿੰਦੇ ਬਾਰ-ਬਾਰ। ਹੁਣ ਵੀ ਸਾਡਾ ਇਹਨੂੰ ਕੰਬਾਈਨ ਕਰਨਾ ਬਿਲਡਿੰਗ ਨੂੰ, ਅਸੀਂ ਇਹਨੂੰ ਹੁਣ ਇਹਦੇ ਪਿੱਲਰ ਡਿਜ਼ਾਈਨ ਕਰਾਉਣ ਦੇ ਕਰਕੇ ਕਾਫੀ ਕੰਮ ਵਿੱਚ ਰੁਕਿਆ ਹੋਇਆ। ਉਹ ਮੈਂ ਕਿਹਾ ਬਿਨਾਂ ਪਿੱਲਰਾਂ ਤੋਂ ਜਿਹਨੇ ਧਰਤੀ ਖੜਾਈ ਹੋਈ ਹੈ ਤੇ ਜਿਹਨੇ ਬਿਨਾਂ ਖਿੱਚਣ ਤੋਂ ਆਕਾਸ਼ ਲਮਕਾਇਆ ਹੋਇਆ ਹੈ, ਵੀ ਇਹ ਸੁਪਰੀਮ ਪਾਵਰ ਹੈ ਨਾ। ਵੀ ਮੈਨੂੰ ਨਹੀਂ ਪਤਾ, ਮੈਂ ਬੋਡੀ ਮੰਗੀ ਰਹੀ ਸੀ, ਮੈਨੂੰ ਬੋਡੀ ਮਿਲੀ ਹੈ, ਤੇ ਕਿੱਦਾਂ ਸਿਸਟਮ ਪੈਰ ਤੇ ਕੀੜੀ ਚੜ੍ਹਦੀ ਹੈ ਤੇ ਮੇਰੇ ਬ੍ਰੇਨ ਨੂੰ ਮੈਸੇਜ ਰਿਸੀਵ ਹੁੰਦਾ ਤੇ ਹੱਥ ਉੱਤੇ ਪਹੁੰਚਦਾ, ਵੀ ਐਡਾ ਵੱਡਾ ਸਿਸਟਮ ਚੱਲ ਰਿਹਾ। ਅਸੀਂ ਉਹਦੇ ਉੱਤੇ ਮਾਣ ਕਰਕੇ ਚੱਲ ਰਹੇ ਹਾਂ, ਆਸ ਰੱਖ ਕੇ ਚੱਲ ਰਹੇ ਹਾਂ। ਇਹਦੇ 'ਚ ਵੱਡਾ ਰਿਸਕ ਜਿਹੜਾ ਤੁਸੀਂ ਕਹਿੰਦੇ, ਅਸੀਂ ਵੱਡਾ ਰਿਸਕ ਲੈ ਕੇ ਚੱਲ ਰਹੇ ਹਾਂ। ਅਸੀਂ ਜ਼ਿੰਮੇਵਾਰੀਆਂ ਉਸ ਦੀ ਕਿਰਪਾ ਨਾਲ ਆਪਣੇ ਸਿਰ ਤੇ ਲੈ ਕੇ ਚੱਲ ਰਹੇ ਹਾਂ। ਕੁਛ ਹੋਊਗਾ ਤੇ ਕੋਈ ਗੱਲ ਨਹੀਂ, ਪਰ ਇਹਦੇ ਨਾਲ ਜਾਨਾਂ ਤਾਂ ਬਹੁਤ ਬਚ ਰਹੀਆਂ ਨੇ। ਹੁਣ ਇੰਨੇ 100 ਲੋਕ ਹੈ ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਮਿਲਿਆ, ਜਿਹੜੇ ਆਦਰ ਸਤਿਕਾਰ ਨਾਲ ਜ਼ਿੰਦਗੀ ਜੀਣ ਦੇ ਕੈਪੇਬਲ ਹੋਏ, ਬੱਚਿਆਂ ਨੂੰ ਐਜੂਕੇਸ਼ਨ ਦਾ, ਬੱਚਿਆਂ ਨੂੰ ਵੋਕੇਸ਼ਨਲ ਦਾ, ਤੇ ਦੁਬਾਰੇ ਬੜੇ ਚਿਰਾਂ ਤੋਂ ਵਿਛੜੇ ਆਪਣੇ ਪਰਿਵਾਰਾਂ ਨੂੰ 1000 ਨਹੀਂ 1200 ਦੇ ਲਗਭਗ ਨਾਗਰਿਕ ਮਿਲ ਗਏ। ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਕੋਈ ਵੀ ਬੰਦਾ ਵਿੱਚ ਜੇਕਰ ਕੋਈ ਇੱਦਾਂ ਦਾ ਆ ਸਕਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਸਵਾਲ ਕਰਕੇ ਨਾ ਬੰਦੇ ਦੀ, ਵੀ ਕਾਹਦੇ ਲਈ ਕਰਨਾ, ਤੇਰੀ ਜ਼ਿੰਦਗੀ ਦਾ ਏਮ ਕੀ ਹੈ, ਤੇ ਤੂੰ ਇਹ ਚੀਜ਼ ਕਿਉਂ ਜੁਆਇਨ ਕਰਦਾ, ਇੰਨੀਆਂ ਅੱਛੀਆਂ ਹੋਰ ਫਰਮਾਂ ਮਤਲਬ ਹੋਰ ਚੰਡੀਗੜ੍ਹ ਮੋਹਾਲੀ ਦੇ ਵਿੱਚ ਇੰਨਾ ਕੁਛ ਹੈ। ਬਹੁਤ ਸਾਰੇ ਸਵਾਲ ਐਸੇ ਹੁੰਦੇ ਹੈ ਜਿਹਦੇ ਨਾਲ ਕੁਛ % ਥੋੜ੍ਹੀ ਜਿਹੀ ਜਜਮੈਂਟ ਹੋ ਜਾਂਦੀ ਹੈ ਇਨਸਾਨ ਦੀ, ਵੀ ਇਸ ਦੀ ਜਿਹੜੀ ਸੋਚ ਹੈ ਉਹ ਕੈਸੀ ਹੈ, ਇਹਦੀ ਸ਼ਖਸੀਅਤ ਕੈਸੀ ਹੈ।
ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ, ਪਰ ਫਿਰ ਵੀ ਅਸੀਂ ਮੰਨ ਕੇ ਚੱਲਦੇ ਹਾਂ ਕਿ ਕਿਸੇ ਵੇਲੇ ਕੋਈ ਵੀ ਚੀਜ਼ ਮਤਲਬ ਹੋ ਸਕਦੀ ਹੈ ਨਾ, ਕਿਉਂਕਿ ਸਾਡੇ ਉੱਤੇ ਕੇਸ ਵੀ ਪਏ ਹੋਏ, ਇਹਨਾਂ ਬਿਲਡਿੰਗਾਂ ਦੀਆਂ ਫੀਸਾਂ ਵੀ ਬੜੀਆਂ ਮੰਗੀਆਂ ਜਾ ਰਹੀਆਂ ਸਾਡੇ ਕੋਲੋਂ। ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀਗੀ ਸੋਨ ਬੱਕਰਿਆਂ ਦੀ, ਹੈ ਨਾ, ਸੋਨੇ ਚੜ ਰਹੇ ਆ। ਹਾਂ ਬਿਲਕੁਲ। ਆਪਾਂ ਇਹਨੂੰ ਇੱਕ ਧਰਮ ਨਾਲ ਨਾ ਜੋੜੀਏ, ਹਾਂ, ਕੋਈ ਸਾਰੇ ਧਰਮਾਂ 'ਚ ਚੜਾਵਾ ਬਹੁਤ ਆ, ਸਭ ਦੀ ਉਹ ਗੱਲ ਕਰ ਰਹੇ ਸੀ ਆਪਾਂ। ਬਹੁਤ ਚੜਾਵਾ ਹੈ ਜੀ, ਹੈ ਨਾ। ਤੁਹਾਡੇ ਮਨ 'ਚ ਇਦਾਂ ਦਾ ਖਿਆਲ ਕਦੇ ਨਹੀਂ ਆਇਆ ਵੀ ਇਹ ਜਿਹੜੇ ਅਰਬਾਂ ਦੇ ਬਜਟ ਵਾਲੇ ਆ ਉਹ ਇਸ ਪਾਸੇ ਨੂੰ ਤੁਰ ਨਹੀਂ ਰਹੇ? ਤੁਹਾਡੇ ਮਨ 'ਚ ਇਦਾਂ ਦਾ ਕਦੇ ਨਹੀਂ ਆਉਂਦਾ ਖਿਆਲ? ਆਉਂਦਾ ਤੇ ਹੈਗਾ, ਅੱਛਾ ਜੀ। ਪਰ ਜਿਹੜਾ ਨਾ ਜਿਵੇਂ ਤੁਸੀਂ ਸਵਾਲ ਇਹਨਾਂ ਨੂੰ ਕੀਤਾ ਸੀ ਵੀ ਤੁਸੀਂ ਲਾਈਕ ਡਿਸਟਰਬ ਹੁੰਦੇ ਕਦੇ, ਉਹ ਜਿਹੜੀ ਡਿਸਟਰਬੈਂਸ ਹੈ ਨਾ, ਉਹ ਡਿਸਟਰਬੈਂਸ ਮੇਰੀ ਫੀਲਿੰਗ ਹੈ ਇਹ ਵੀ ਡਿਸਟਰਬੈਂਸ ਹੈਗੀ ਹੈ ਲੈਕ ਆਫ ਨੌਲੇਜ। ਅਦਰਵਾਈਜ਼ ਸਭ ਕੁਝ ਹੋ ਰਿਹਾ। ਜੀਸਸ ਸੂਲੀ ਤੇ ਚੜ ਕੇ ਕਹਿ ਰਹੇ ਹੈ, ਹੇ ਈਸ਼ਵਰ ਇਹਨਾਂ ਦਾ ਭਲਾ ਕਰੀ। ਮੁਹੰਮਦ ਸਾਹਿਬ ਦਾ ਡਾਇਲੌਗ, ਕ੍ਰਿਸ਼ਨ ਜੀ ਦਾ ਡਾਇਲੌਗ ਤੁਸੀਂ ਸੁਣ ਲਓ, ਕੋਈ ਵੀ ਕਿਸੇ 'ਚ ਵੀ ਬੇਚੈਨੀ ਪਰੇਸ਼ਾਨੀ ਨਹੀਂ। ਗੁਰੂ ਨਾਨਕ ਦੇਵ ਜੀ ਉਹ ਸੱਚ ਜੇਲ੍ਹਾਂ ਵਿੱਚ ਵੀ ਗਾ ਰਹੇ ਆ, ਤੱਤੀਆਂ ਤਵੀਆਂ ਤੇ ਵੀ, ਭਾਵੇਂ ਸਾਈਂ ਮੀਆਂ ਮੀਰ ਜੀ ਨੂੰ ਕੁਝ ਫੀਲ ਹੋ ਰਿਹਾ ਵੀ ਕਿਉਂ ਹੋ ਰਿਹਾ ਹੈ, ਵੀ ਐਸੇ ਲਾਈਕ ਜਿਹੜੇ ਕਿ ਦੁਨੀਆ ਦੇ ਕਲਿਆਣ ਦੇ ਲਈ ਹੈ ਨਾ, ਇਕੁਐਲਿਟੀ ਜਿਹੜੀ ਹੈ, ਇੰਨੀ ਸਮਦ੍ਰਿਸ਼ਟੀ ਨਾਲ ਕੰਮ ਕਰਨ ਵਾਲੇ, ਤੇ ਜਿਨ੍ਹਾਂ ਦੇ ਪਵਿੱਤਰ ਗ੍ਰੰਥ ਦੇ ਵਿੱਚ ਹਰ ਇੱਕ ਉਹ ਪਰਮ ਸੱਚ ਦੇ ਅਨੁਭਵੀ ਦੀ ਬਾਣੀ ਹੈਗੀ ਹੈ, ਮਾਨਵਤਾ ਦੇ ਕਲਿਆਣ ਲਈ ਗੁਰਬਾਣੀ ਜਿਹੜੇ ਇਕੱਤਰ ਕਰਕੇ ਲਿਖ ਕੇ ਸਾਨੂੰ ਦੇ ਰਹੇ ਹੈ, ਵੀ ਇਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ ਜਹਾਂਗੀਰ ਨੇ। ਉਹਨਾਂ ਨੂੰ ਗੁੱਸਾ ਆ ਰਿਹਾ ਹੈ, ਪਰ ਉਹ ਜਿਹੜਾ ਹੈਗਾ ਉਹਨਾਂ ਨੇ ਮਤਲਬ ਚਾਂਦਨੀ ਚੌਂਕ ਦੇ ਵਿੱਚ ਦੇਖ ਲਓ। ਮੇਰਾ ਕਹਿਣ ਤੋਂ ਭਾਵ ਵੀ ਜਦੋਂ ਅਸੀਂ ਇਸ ਸ੍ਰਿਸ਼ਟੀ ਦਾ ਜਿਹੜਾ ਇੱਕ ਲਾਅ ਹੈਗਾ, ਪ੍ਰਾਕਿਰਤਿਕ ਨਿਯਮ ਹੈਗਾ, ਜਿਹਨੂੰ ਅਸੀਂ ਨਾਮ ਦੇ ਨਾਮ ਨਾਲ ਵੀ ਹੈ ਨਾ, ਆਪਾਂ ਕੁਛ ਨਾ ਕੁਛ ਜੋੜਦੇ ਹਾਂ, ਦੇਖਦੇ ਹਾਂ ਉਸ ਐਂਗਲ ਤੋਂ ਵੀ, ਤੇ ਉਸ ਦੇ ਵਿੱਚ ਜਦੋਂ ਅਸੀਂ ਉਸ ਨੂੰ ਧਿਆਨ 'ਚ ਹੈ ਨਾ, ਜਿੰਨੀ ਨਾਮ ਤੇ ਆਇਆ, ਜਿਨ੍ਹਾਂ ਨੇ ਵੀ ਨਾਮ ਦੇ ਵਿੱਚ ਧਿਆਨ ਪਾਇਆ, ਵਿਲ ਆਫ ਕ੍ਰੀਏਟਰ ਹੈ ਨਾ, ਜਿਹੜਾ ਯੂਨੀਵਰਸ ਦਾ ਲਾਅ ਹੈਗਾ, ਉਹ ਸਾਨੂੰ ਬੜਾ ਕਲੀਅਰਲੀ ਇਹ ਗੱਲ ਦਾ ਅਹਿਸਾਸ ਕਰਵਾਉਂਦਾ ਹੈ ਕਿ ਇਹ ਚੀਜ਼ ਐਦਾਂ ਹੀ ਹੋਣੀ ਸੀ, ਤੇ এনवायरमेंट ਨੇ ਇਹਨੂੰ ਸ਼ੇਪ ਦਿੱਤੀ, ਜੈਸਾ ਇਹਦਾ ਐਟੀਟਿਊਡ ਹੈਗਾ ਉਸ ਤਰ੍ਹਾਂ ਦਾ ਇਹਨੂੰ ਮੀਨਿੰਗ ਦੇਣਾ ਹੈਗਾ ਸਿਚੁਏਸ਼ਨ ਨੂੰ, ਉਸ ਤਰ੍ਹਾਂ ਦਾ ਇਹਨੇ ਐਕਸ਼ਨ ਲੈਣਾ, ਤੇ ਕੌਨਸੀਕੁਐਂਸ ਵੈਸੇ ਹੀ ਹੋਣੇ ਆ। ਜਦੋਂ ਵੀ ਐਸੇ ਕੋਈ ਸਾਡੇ ਸਾਹਮਣੇ ਕੋਈ ਮਾੜਾ ਮੋਟਾ ਖਿਆਲ ਆਉਂਦਾ ਵੀ ਹੈਗਾ ਨਾ, ਤਾਂ ਉਸ ਵੇਲੇ ਜਿਹੜਾ ਇੱਕ ਸੰਵਿਧਾਨ ਹੈ ਨਾ ਸ੍ਰਿਸ਼ਟੀ ਦਾ, ਉਹਦੀ ਜਿੰਨੀ ਕੁ ਵੀ ਸੋਝੀ ਹੋਈ ਹੈ, ਡੀਪਲੀ ਫੀਲ ਹੋਇਆ, ਉਹ ਸਾਨੂੰ ਸੇਮ ਟਾਈਮ ਹੀ ਮਤਲਬ ਜਿਹੜਾ ਹੈਗਾ ਸਟ੍ਰੈਸ ਜਿਹੜਾ ਹੈਗਾ ਉਹ ਮਤਲਬ ਰਿਲੀਜ਼ ਕਰ ਦਿੰਦਾ, ਜੇ ਮਾੜਾ ਮੋਟਾ ਕ੍ਰੀਏਟ ਹੋਣ ਵੀ ਲੱਗਦਾ ਹੈਗਾ। ਇਸ ਕਰਕੇ ਮਤਲਬ ਕਹਿ ਲਓ, ਜਿਹਨੂੰ ਕਹਿ ਲਓ ਆਪਾਂ ਸੱਚ ਦਾ ਅਨੁਭਵ, ਸੱਚ ਦੀ ਸੋਝੀ ਜਿੰਨੀ ਕੁ ਵੀ ਹੈ ਥੋੜ੍ਹੀ ਬਹੁਤੀ, ਉਹੀ ਇੱਕ ਬੈਕਬੋਨ ਹੈਗੀ ਇਸ ਮਿਸ਼ਨ ਦੀ। ਅਦਰਵਾਈਜ਼ ਮੈਨੂੰ ਲੱਗਦਾ ਵੀ ਇਹ ਖਿਆਲ ਜਿਹੜੇ ਹੈਗੇ ਆ ਨਾ, ਜਿਸ ਤਰ੍ਹਾਂ ਦੇ ਸਾਡੇ ਸਾਹਮਣੇ ਆ ਰਹੇ ਆ ਹੁਣ, ਇਸ ਬਿਲਡਿੰਗ ਦਾ ਕਹਿੰਦੇ ਵੀ ਸਾਨੂੰ 82 ਲੱਖ ਰੁਪਏ ਜਮ੍ਹਾਂ ਕਰਾਓ। ਮੈਂ ਕਿਹਾ ਜੀ ਇਹ ਤਾਂ ਇਨਫਰਾਸਟ੍ਰਕਚਰ ਜਿਹੜਾ ਕ੍ਰੀਏਟ ਕਰ ਰਹੇ ਆ, ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਨੇ ਸੋਸ਼ਲ ਸਿਕਿਉਰਿਟੀ ਦੇਣੀ ਸੀ, ਵੀ ਇਹ ਤਾਂ ਹੁਣ ਜੇ ਸਰਕਾਰ ਨੂੰ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਵੀ ਅੱਗੇ ਆਓ, ਵੀ ਤਾਂ ਕਿ ਬਿਨਾਂ ਸ਼ਰਤ ਜਿਹੜੀ ਹੈ ਨਾ ਹੈਲਪਲਾਈਨ ਜਿਹੜੀ ਹੈਗੀ ਹੈ, ਉਹ ਹੈਲਪਲਾਈਨ ਜਿਹੜੀ ਕੋਈ ਡੈਜ਼ਿਗਨੇਟਿਡ ਟੀਮ ਐਸੀ ਹੋਣੀ ਚਾਹੀਦੀ ਹੈ। ਹੁਣ ਸਿਸਮਾ ਰੋਡ ਤੇ ਲੜਕੀ ਪਈ, ਤੇ ਰਾਤ ਨੂੰ ਫੋਨ ਮੈਨੂੰ ਵੀ ਆ ਰਹੇ ਹੈ, ਕਹਿੰਦੇ ਅਸੀਂ ਪੁਲਿਸ ਨੂੰ ਵੀ ਫੋਨ ਕਰਿਆ, ਫਲਾਣੇ ਨੂੰ 181 ਨੰਬਰ ਤੇ ਕੀਤਾ, 112 ਤੇ ਫੋਨ ਕੀਤਾ, ਉਹ ਕਹਿੰਦੇ ਸਾਡੇ ਕੋਲ ਲੇਡੀ ਪੁਲਿਸ ਨਹੀਂ ਹੈਗੀ। ਮੈਂ ਕਿਹਾ ਵੀ ਸੋਸ਼ਲ ਸਿਕਿਉਰਿਟੀ। ਫਿਰ ਜਦੋਂ ਮੈਂ ਉੱਥੇ ਗਿਆ ਤੇ ਫੋਰਟਿਸ ਦੀ ਨਰਸ ਨੇ ਸਾਨੂੰ ਫੋਨ ਕੀਤਾ, ਤੇ ਜਦੋਂ ਜਾ ਕੇ ਮੈਂ ਵੀ ਫੋਨ ਕੀਤਾ, ਉਹਦੇ ਕੋਲ ਬੱਚਾ ਵੀ ਤੇ ਲਾਗ ਡੌਗੀ ਫਿਰ ਰਹੇ, ਤੇ ਉਹ ਨਰਸ ਕਹਿ ਰਹੀ ਹੈ ਵੀ ਮੈਨੂੰ ਬੜਾ ਇਸ ਗੱਲ ਦਾ ਫੀਲ ਹੋ ਰਿਹਾ ਵੀ ਕਿਸੇ ਵੇਲੇ ਵੀ ਡੌਗੀ ਜਿਹੜਾ ਹੈਗਾ ਨੁਕਸਾਨ ਕਰ ਸਕਦਾ, ਤੇ ਕਿਸੇ ਵੀ 2 ਲੱਤਾਂ ਵਾਲਾ ਡੌਗੀ ਹੋਰ ਵੀ ਖਤਰਨਾਕ ਹੈ ਨਾ। ਤੇ ਉਹਦੇ ਵਿੱਚ ਮਤਲਬ ਅਸੀਂ ਫੋਨ ਕੀਤਾ ਮਤਲਬ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਨੂੰ, ਕਹਿੰਦੇ ਅਸੀਂ ਬੱਚੇ ਨੂੰ ਨਹੀਂ ਸੰਭਾਲ ਸਕਦੇ, ਕਿਉਂਕਿ ਇਸਤਰੀ ਨੂੰ ਤਾਂ ਅਸੀਂ ਕੋਸ਼ਿਸ਼ ਕਰ ਸਕਦੇ ਹਾਂ। ਜਦੋਂ ਅਸੀਂ ਚਾਈਲਡ ਪ੍ਰੋਟੈਕਸ਼ਨ ਆਫਿਸਰ ਨਾਲ ਗੱਲ ਕੀਤੀ, ਉਹ ਕਹਿੰਦੇ ਜਿਹੜੀ ਲੇਡੀ ਨੂੰ ਥੋੜਾ ਜਿਹਾ ਚਾਈਲਡ ਜਿਹੜਾ CCI ਦੇ ਵਿੱਚ ਤਾਂ ਬੱਚਾ ਹੀ ਰਹਿ ਸਕਦਾ, ਬੱਚੇ ਨਾਲ ਬੱਚਾ ਬਹੁਤ ਛੋਟਾ, ਮਾਂ ਨੂੰ ਕਿਵੇਂ ਅਲੱਗ ਕਰ ਸਕਦੇ, ਕਹਿੰਦੇ ਇਹਦਾ ਨਹੀਂ ਸਾਨੂੰ ਪਤਾ। ਕਹਿਣ ਤੋਂ ਭਾਵ ਸਾਡੇ ਅੱਜ ਸਮਾਜ ਦੇ ਵਿੱਚ ਉਹ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕੀਤਾ। ਜਦੋਂ ਅਸੀਂ ਕ੍ਰੀਏਟ ਕਰਦੇ ਹਾਂ, ਸੰਗਤ ਦਾ ਸਹਿਯੋਗ ਲੈ ਕੇ ਪਲਾਟ ਲੈਂਦੇ ਹਾਂ, ਉਹ ਕਹਿੰਦੇ ਫਿਰ ਜੇ ਤੁਸੀਂ ਪੈਸੇ ਦੇ ਸਕਦੇ ਹੋ ਭੱਠੇ ਵਾਲੇ ਨੂੰ, ਤੇ ਸੀਮੈਂਟ ਵਾਲੇ ਨੂੰ, ਤੇ ਮਿਸਤਰੀ ਨੂੰ, ਵੀ ਸਾਨੂੰ ਨਹੀਂ ਪੈਸੇ ਦੇ ਸਕਦੇ। ਉਹ ਮੈਂ ਕਿਹਾ ਭੱਠੇ ਵਾਲੇ ਦੀ ਥੋੜਾ ਡਿਊਟੀ ਹੈਗੀ ਨਾਗਰਿਕ ਨੂੰ ਸੰਭਾਲਣਾ, ਹੁਣ ਸਰਕਾਰ ਨੇ ਨਾਗਰਿਕ ਨੂੰ ਸੰਭਾਲਣਾ, ਤੇ ਇਸ ਕਰਕੇ ਮੈਂ ਤੁਹਾਡੇ ਥਰੂ ਅੱਜ ਫਿਰ ਸਰਕਾਰ ਨੂੰ ਬੇਨਤੀ ਕਰਦਾ ਹੈ ਵੀ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਹੈਗੀਆਂ, ਸੋਸ਼ਲ ਵਰਕਰ ਹੈਗੀਆਂ, ਕੁਝ ਹੋਰ ਵੀ ਧਾਰਮਿਕ ਸ਼ਖਸੀਅਤਾਂ ਹੈਗੀਆਂ ਜਿਹੜੀਆਂ ਦਿਲੋਂ ਮੁਹੱਬਤ ਕਰਦੀਆਂ ਸਮਾਜ ਨੂੰ, ਵੀ ਉਹਨਾਂ ਨੂੰ ਨਾਲ ਲੈ ਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਨਾਗਰਿਕ ਜਿਹੜਾ ਹੈਗਾ ਉਹ ਆਪਣੇ ਦੇਸ਼ ਦੇ ਵਿੱਚ ਲਵਾਰਸ ਨਾ ਹੋਵੇ, ਤੇ ਉਹਨੂੰ ਸੇਮ ਟਾਈਮ ਹੀ ਕੋਈ ਐਸੀ ਸਾਡੀ ਡੈਜ਼ਿਗਨੇਟਿਡ ਟੀਮ ਚਾਹੀਦੀ ਹੈ, ਜ਼ਿਲ੍ਹਾ ਪੱਧਰ ਤੇ ਹੈਲਪਲਾਈਨ ਹੋਣੀ ਚਾਹੀਦੀ ਹੈ, ਤੇ ਕੋਆਰਡੀਨੇਸ਼ਨ ਟੀਮ ਚਾਹੀਦੀ ਹੈ ਜਿਹਦੇ ਵਿੱਚ ਮੈਜਿਸਟ੍ਰੇਟ ਦੇ ਆਰਡਰ ਹੋਣ, ਮੈਜਿਸਟ੍ਰੇਟ ਵੀ 24 ਘੰਟੇ ਉਸ ਪੈਨਲ ਦੇ ਵਿੱਚ ਵਰਕ ਕਰ ਰਿਹਾ ਹੋਵੇ, ਤੇ ਪੁਲਿਸ ਆਪਣੀ ਡਿਊਟੀ ਕਰੇ, ਤੇ ਹਸਪੀਟਲ ਨੂੰ ਲਵਾਰਸ ਨਾ ਕਹੇ। ਹਸਪੀਟਲ ਨੂੰ ਲਵਾਰਸ ਕਹਿ ਕੇ ਜਿਹੜਾ ਹੈਗਾ ਉਹ ਉਸ ਨੂੰ ਮਤਲਬ ਕਹਿੰਦਾ ਪੁਲਿਸ ਨੂੰ ਕਿ ਇਹਨੂੰ ਲੈ ਜਾਓ। ਹੁਣ ਪੁਲਿਸ ਕਿੱਥੇ ਲੈ ਕੇ ਜਾਏਗੀ, ਉਹਨੇ ਕਿਹੜਾ ਕ੍ਰਾਈਮ ਕੀਤਾ ਕੋਈ। ਬਾਰ-ਬਾਰ ਅਸੀਂ ਬੇਨਤੀ ਕਰਦੇ ਹਾਂ ਵੀ ਹਸਪੀਟਲ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਨੂੰ ਕਹੇ, ਮਤਲਬ ਐਜ਼ ਪਰ ਜਿਹੜਾ ਐਕਟ ਹੈਗਾ, ਪਰਸਨ ਵਿਦ ਡਿਸੇਬਿਲਿਟੀ ਐਕਟ ਹੈਗਾ, ਜਾਂ ਉਹਨੂੰ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈਗੀ। ਦੂਜਾ ਮੈਂ ਕਿਹਾ ਜੇ ਇਲਨੈਸ ਡਾਇਗਨੋਜ਼ ਹੋਈ ਹੈ ਤਾਂ ਜਿਹੜਾ ਮੈਂਟਲ ਹੈਲਥ ਐਕਟ ਹੈਗਾ ਉਸ ਦੇ ਆਧਾਰ ਤੇ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਉਹ ਅਪਰੋਚ ਕਰੇ, ਈਮੇਲ ਕਰੇ,
ਤੇ ਐਜ਼ ਪਰ ਲਾਅ ਦੀ ਹੈਲਪ ਹੋਣੀ ਚਾਹੀਦੀ ਹੈ। ਪੁਲਿਸ ਦੇ ਗੱਲ ਪਾ ਦਿੰਦੇ, ਪੁਲਿਸ ਫਿਰ ਆਪਣੀ ਹੱਦ ਚੋਂ ਕੱਢ ਕੇ ਅਗਲੀ ਹੱਦ 'ਚ ਵੀ ਰੱਖਣ ਲਈ ਮਜਬੂਰ ਹੋ ਜਾਂਦੀ ਹੈ। ਇੱਕ ਨਿੱਜੀ ਸਵਾਲ ਤੁਹਾਡੇ ਤੁਹਾਡੇ ਵਾਲਾ। ਹਾਂਜੀ ਮੈਂ 40-41 ਸਾਲ ਜਰਨਲਿਸਟ ਰਿਹਾ। ਹਾਂਜੀ ਬੜੇ ਲੋਕਾਂ ਨਾਲ ਵਾਹ ਵਾਸਤਾ ਪਿਆ, ਦਫ਼ਤਰਾਂ 'ਚ ਬੜੇ ਸੰਤ ਬਾਬੇ ਆਲ ਟੀਕਾ ਲਿਖਾਉਣ ਆਉਂਦੇ ਆ, ਮੇਰੇ ਬਾਰੇ ਆਹ ਲਿਖ ਦਿਓ, ਆਹ ਕਰ ਦਿਓ। ਤੁਸੀਂ ਜਿਹੜੀ ਸਾਰੀ ਸੇਵਾ ਆ ਇਹ ਲੋਕ ਕੇ ਕਰ ਰਹੇ ਹੋ ਨਾ, ਕਿਸੇ ਨੂੰ ਨਹੀਂ ਪਤਾ ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਹੈਗੇ ਆ। ਇਹ ਤੁਹਾਡੇ ਮਨ 'ਚ ਕਦੇ ਇੱਦਾਂ ਦੀ ਹੋਈ ਹੈ ਕਿ ਮੈਂ ਵੀ 108 ਸੰਤ ਬਾਬਾ ਸ਼ਮਸ਼ੇਰ ਸਿੰਘ ਜੀ 108 ਨਹੀਂ, ਜੇ ਇੱਕ ਵੀ ਲੱਗ ਜਾਵੇ ਨਾ, ਇੱਕ ਵੀ 108 ਤਾਂ ਬਹੁਤ ਦੂਰ ਦੀ ਗੱਲ ਹੈ। ਜਿਸ ਦਿਨ ਸੰਤ ਇਸ ਧਰਤੀ ਤੇ, ਠੀਕ ਹੈ, ਉਸ ਦਿਨ ਇਹਨੂੰ ਠੱਲ ਪੈ ਜਾਊਗੀ। ਇਹ ਜਿਹੜੀ ਇੰਨਾ ਬੈਲੈਂਸ ਵਿਗੜ ਗਿਆ ਨਾ ਵੀ ਬੰਦਾ ਇੱਕ ਪਾਸੇ ਇਲਾਜ ਵੀ ਨਾ ਮਰ ਰਿਹਾ। ਹੁਣ ਇਲਾਜ ਤੋਂ ਮੁੱਢਲੀ ਲੋੜ ਹੋਰ ਕੀ ਹੋਊਗੀ? ਜਿਹੜਾ ਇਲਾਜ ਵੀ ਨਹੀਂ ਨਾਗਰਿਕ ਆਪਣੇ ਦੇਸ਼ ਦੇ ਵਿੱਚ ਮਰ ਗਿਆ, ਕਿਉਂ? ਕਹਿੰਦੇ ਵੀ ਦੇ ਨਾਲ ਨਹੀਂ ਕੋਈ ਹੈਗਾ, ਮਖੋ ਆਪਣੇ ਦੇਸ਼ ਦਾ ਨਾਗਰਿਕ ਹੈਗਾ। ਤੇ ਇਸ ਤੋਂ ਮਤਲਬ ਵੱਡੀ ਹੋਰ ਬੇਸਿਕ ਨੀਡ ਕੀ ਹੋ ਸਕਦੀ ਹੈਗੀ ਹੈ? ਮਤਲਬ ਸਾਨੂੰ ਤੇ ਸੰਤ ਚਾਹੀਦੇ ਹੈ, ਇੱਕ ਵੀ ਸੰਤ ਮਿਲ ਜਾਵੇ ਸਾਨੂੰ ਸਾਡੇ ਦੇਸ਼ ਦੇ ਵਿੱਚ ਤੇ ਸਾਡੇ ਦੇਸ਼ ਦੀ ਸ਼ਾਂਤੀ ਆ ਜਾਣੀ ਹੈ। ਤੁਸੀਂ ਬੈਲੈਂਸ ਦੀ ਗੱਲ ਕੀਤੀ ਹੁਣੇ, ਬੈਲੈਂਸ ਬਣ ਜਾਵੇ। ਤੁਸੀਂ ਬੈਲੈਂਸ ਦੀ ਗੱਲ ਕੀਤੀ, ਇਹ ਤੁਸੀਂ ਸਾਰਾ ਬੈਲੈਂਸ ਕਿਵੇਂ ਬਣਾਉਂਦੇ ਹੋ? ਤੁਸੀਂ ਆਪਣੀ ਜਿਹੜੀ ਆ ਸਾਰਾ ਕੁਝ ਐਡਾ ਵੱਡਾ ਚਲਾ ਰਹੇ ਹੋ, ਸਾਰਾ ਕੁਝ ਹੈ ਨਾ, ਰੱਬ ਦਾ ਦੂਜਾ ਘਰ, ਤੇ ਜੋ ਤੁਹਾਡੇ ਮੈਨੂੰ ਨਜ਼ਰ ਆ ਰਿਹਾ ਹੈ ਨਾ, ਤੁਸੀਂ ਰੱਬ ਦੀ ਭਜਨ ਬੰਦਗੀ ਵੀ ਕਰਦੇ ਹੋਵੋਗੇ, ਸਾਰਾ ਕੁਝ ਦੁੱਖ ਸੁੱਖ ਵੇਲੇ ਜਾਣਾ ਪੈਂਦਾ ਰਿਸ਼ਤੇਦਾਰਾਂ ਦੇ, ਇਹ ਫਿਰ ਕਿਵੇਂ ਸਾਰਾ ਤੁਸੀਂ ਕਿਵੇਂ? ਚਲੋ ਮੈਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ, ਹੋ ਸਕਦਾ ਹੋਰ ਦੇ ਵੀ ਮਨ 'ਚ ਸਵਾਲ ਹੋਊਗਾ। ਬੈਲੈਂਸ ਬਣਾਉਣ ਵਾਲਾ ਮੇਰੀ ਜ਼ਿੰਦਗੀ ਦੇ ਵਿੱਚ ਸਵਾਲ ਹੀ ਨਹੀਂ ਹੈਗਾ। ਬੈਲੈਂਸ ਤਾਂ ਬਣਾਉਂਗਾ ਜੇ ਕੋਈ ਦੂਜਾ ਹੋਊਗਾ। ਅੱਛਾ ਜੀ। ਜਿਹੜਾ ਨਾ ਮਤਲਬ ਦੂਜਾਪਣ ਹੈ, ਜਿੰਨੀ ਦੇਰ ਤੱਕ ਦੂਜਾ ਹੈ ਉਨੀ ਦੇਰ ਤੱਕ ਮਨ ਦੇ ਵਿੱਚ ਸਟ੍ਰੈਸ ਵੀ ਆਊਗਾ ਵੀ ਯਾਰ ਮੈਂ ਦੂਜੇ ਲਈ ਇੰਨਾ ਟਾਈਮ ਕਿਵੇਂ ਦੇਵਾਂ। ਜੇ ਉਹ ਦੂਜਾ ਲੱਗੇਗਾ ਮੈਨੂੰ, ਤੇ ਫਿਰ ਉਹਦੇ ਲਈ ਮੈਂ ਉਹ ਚੀਜ਼ ਨਹੀਂ ਕਰ ਸਕਦਾ ਜਿਹੜੀ ਚੀਜ਼ ਉਹਨੂੰ ਚਾਹੀਦੀ ਹੈ। ਫਿਰ ਉਹਦੇ ਲਈ ਮੈਂ ਅੱਕੂੰਗਾ ਵੀ, ਥੱਕਾਂਗਾ ਵੀ, ਮੈਂ ਫੀਲ ਵੀ ਕਰਾਂਗਾ ਵੀ ਮੈਂ ਉਹਦੇ ਲਈ ਇੰਨਾ ਕਿਵੇਂ ਕਰਾਂ। ਪਰ ਤੁਸੀਂ ਜਿਵੇਂ ਕਹਿੰਦੇ ਹੋ ਦਿਨੇ ਆ ਤੁਸੀਂ ਚੱਲ ਚੱਲਿਆ, ਤੁਸੀਂ ਕਹਿੰਦੇ ਮੈਨੂੰ ਰਾਤ ਨੂੰ ਫੋਨ ਸੀਸਮਾ ਤੋਂ ਆ ਗਿਆ, ਇੱਕ ਰਾਤ ਮੈਨੂੰ 32 ਚੋਂ ਫੋਨ ਆ ਗਿਆ, ਫਿਰ ਤੁਸੀਂ ਦੂਜਾ ਤਾਂ ਕੋਈ ਨਹੀਂ ਹੈ, ਦੂਜੇ ਦਾ ਕੰਮ ਨਹੀਂ। ਹੁਣ ਮੰਨ ਲਓ ਇੱਕ ਪਾਸੇ ਨੀਂਦ ਵੀ ਪੂਰੀ ਕਰਨੀ ਹੁੰਦੀ ਆ, ਸਿਹਤ ਦਾ ਧਿਆਨ ਵੀ ਰੱਖਣਾ ਹੁੰਦਾ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਪਰ ਮੇਰਾ ਕਹਿਣ ਦਾ ਭਾਵ ਵੀ ਰਿਸ਼ਤੇਦਾਰ ਸਾਡਾ ਕੋਈ ਐਸਾ ਨਹੀਂ। ਹੁਣ ਸਾਡੇ ਰਿਸ਼ਤੇਦਾਰੀ 'ਚ ਜੇ ਕਿਸੇ ਦੀ ਡੈਥ ਵੀ ਹੋਈ ਹੈ, ਉੱਥੇ ਕਈ ਵਾਰ ਨਹੀਂ ਜਾਇਆ ਜਾਂਦਾ, ਨਹੀਂ ਜਾਂਦੇ, ਉਹਨੂੰ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ। ਜੇ ਕੋਈ ਲੋੜਵੰਦ ਹੋਵੇ, ਮੰਨ ਲਓ ਉਹਨੂੰ ਐਂਬੂਲੈਂਸ ਚਾਹੀਦੀ ਹੈਗੀ ਹੈ, ਕੋਈ ਐਂਬੂਲੈਂਸ ਨਹੀਂ ਮਿਲ ਰਹੀ, ਫਿਰ ਅਸੀਂ ਜਾਵਾਂਗੇ, ਭਾਵੇਂ ਅੱਧੀ ਰਾਤ ਹੈ, ਭਾਵੇਂ ਕੁਛ ਵੀ ਹੈ। ਅਦਰਵਾਈਜ਼ ਮਤਲਬ ਕੋਈ ਐਸਾ ਨਹੀਂ ਹੈ ਕਿ ਉਹ ਤੇ ਇਹ ਮਤਲਬ ਜੀ ਕਿ ਜਿਵੇਂ ਕਹਿੰਦੇ ਨਾ ਇੱਕ ਪਰਿਵਾਰ, ਜੇ ਹੁਣ ਗੁਰੂ ਨਾਨਕ ਦੇਵ ਨੂੰ ਦੇਖੀਏ ਵੀ ਬੈਲੈਂਸ ਕਿੱਦਾਂ ਬਣਾਇਆ, ਉਹ ਕਹਿੰਦੇ ਦੂਜਾ ਕਿਹੜਾ ਮਤਲਬ ਪਰਿਵਾਰ ਔਰ ਸਮਾਜ ਨੂੰ ਇੰਨਾ ਤੁਸੀਂ ਜੇਕਰ ਅਲੱਗ-ਅਲੱਗ ਕਰ ਦੋਗੇ ਤੇ ਫਿਰ ਤੇ ਤੁਸੀਂ ਕਰ ਹੀ ਕੁਛ ਨਹੀਂ ਸਕਦੇ। ਭਾਜੀ ਇੱਥੇ ਤੁਹਾਨੂੰ ਕਿੰਨੀਆਂ ਐਂਬੂਲੈਂਸਾਂ ਤੇ ਕਿੰਨਾ ਅੰਨ ਪੱਕਦਾ ਰੋਜ਼ ਦਾ? ਰੋਜ਼ ਦਾ ਸਾਡੇ ਕੋਲ ਲਗਭਗ 700 ਬੰਦੇ ਦਾ ਲੰਗਰ ਤੇ ਬਣਦਾ ਹੀ ਹੈ ਨਾ। ਤੇ ਇੱਕ ਬ੍ਰਾਂਚ ਤੇ ਹੈਗੀ ਜਿਵੇਂ ਤੁਸੀਂ ਝੰਜੇੜੀਕਤਾ ਹੈਗੀ ਹੈ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਹੈ ਨਾ, ਖਰੜ ਕੁਰਾਲੀ ਹਾਈਵੇ ਤੇ। ਇੱਕ ਹੈਗੀ ਹੈ ਲਾਂਡਰਾਂ ਤੋਂ ਸਰਹੰਦ ਰੋਡ ਤੇ, ਇੱਕ ਹੈਗੀ ਹੈ ਰਾਏਕੋਟ ਦੇ ਲਾਗੇ ਫਿਰ ਰਾਈ। ਉਹ ਕੈਨੇਡਾ ਦੇ ਸਾਡੇ ਸੱਜਣ ਜਿਹੜੇ ਸੀ, ਉਹਨਾਂ ਨੇ ਜਦੋਂ ਦੇਖਿਆ ਇੱਥੇ ਆ ਕੇ, ਉਹ ਕਹਿੰਦੇ ਸਾਡੇ ਏਰੀਆ 'ਚ ਵੀ ਖੋਲੋ, ਉੱਥੇ ਵੀ ਐਂਬੂਲੈਂਸ ਦਿਨ ਰਾਤ ਕੰਮ ਕਰ ਰਹੀ ਹੈ, ਦਿਨ ਰਾਤ ਚੱਲ ਰਹੀ ਹੈਗੀ ਹੈ। ਤੇ ਉੱਥੇ ਵੀ ਕੁਝ ਮੈਂਬਰ ਜਿਹੜੇ ਸ਼ੈੱਡ ਪਾ ਕੇ ਹੀ ਰੱਖੇ ਹੋਏ ਆ, ਤੇ 7 ਐਂਬੂਲੈਂਸਾਂ ਸਾਡੀਆਂ ਦਿਨ ਰਾਤ ਜਿਹੜੀਆਂ ਹੈਗੀਆਂ। ਹਸਪੀਟਲ ਦੇ ਵਿੱਚ ਜਦੋਂ ਸ਼ਿਫਟ ਕਰਨ ਵਾਸਤੇ ਬਾਰ-ਬਾਰ ਸਾਨੂੰ ਹਸਪੀਟਲ 'ਚ ਵੀ ਜਾਣਾ ਪੈਂਦਾ, ਜਿਹੜੇ COVID-19 ਦੇ ਟੈਸਟ ਕਰਨੇ ਹੈ, ਸਸਪੈਕਟਡ ਕੇਸਾਂ ਨੂੰ ਚੱਕਣਾ ਹੈਗਾ, ਤੇ ਉਹ ਪ੍ਰਸ਼ਾਸਨ ਦੇ ਨਾਲ, DC ਸਾਹਿਬ ਦੇ ਨਾਲ ਤੇ SDM ਸਾਹਿਬ ਦੇ ਨਾਲ ਤੇ ਪੁਲਿਸ ਦੇ ਨਾਲ ਇਸ ਤਰ੍ਹਾਂ ਕੋਵਿਡ ਦੇ ਵਿੱਚ ਕਾਫੀ ਲੰਮੇ ਸਮੇਂ ਜਿਹੜੀਆਂ ਚੱਲਦੀਆਂ ਰਹੀਆਂ। ਤੇ ਹੁਣ ਜਦੋਂ ਵੀ ਉਹ ਬੁਲਾਉਂਦੇ ਆ ਤੇ ਵੀ ਇਹ ਟੈਸਟ ਕਰਨ ਜਾਣਾ ਹੈਗਾ, ਉਹਨਾਂ ਦੇ ਇੱਦਾਂ ਕਰਨਾ, ਉਸੇ ਵੇਲੇ ਹਾਜ਼ਰ ਕਰਦੇ ਆ। ਜਿਵੇਂ ਹੁਣ ਆ ਪਿੱਛੇ ਉਧਰ ਅਜੇ ਟੈਸਟਾਂ ਵਾਸਤੇ ਗਈ ਹੋਈ ਸੀ, COVID-19 ਦੇ ਟੈਸਟ ਕਰਨੇ ਸੀ, ਉਧਰ ਜਿਹੜਾ ਕੁਛ ਜਿਹੜੇ ਗੈਂਗਸਟਰ ਸੀ ਜਿਹੜੇ, ਉਹਨਾਂ ਨਾਲ ਕੋਈ ਪੁਲਿਸ ਦੀ ਝੜਪ ਹੋਈ, ਫਟਾਫਟ ਉਧਰ ਐਂਬੂਲੈਂਸ ਗਈ ਫਿਰ। ਤੇ ਇਸ ਤਰੀਕੇ ਨਾਲ ਕਈ ਵਾਰ ਸਾਡੇ ਅੰਦਰੋਂ ਐਂਬੂਲੈਂਸ ਫਟਾਫਟ ਫਿਰ ਹਸਪੀਟਲ, ਫਿਰ ਪ੍ਰਾਈਵੇਟ ਹਸਪੀਟਲ। ਤੁਸੀਂ ਗੈਂਗਸਟਰ ਨੂੰ ਵੀ ਇਲਾਜ ਕਰ ਲੈਂਦੇ ਹੋ? ਕਰਦੇ ਹੋ? ਸਾਡੇ ਲਈ ਕੋਈ ਗੈਂਗਸਟਰ ਨਹੀਂ ਹੈਗਾ। ਸਾਡੇ ਕੋਲ ਤਾਂ ਕਹਿੰਦੇ ਇਹ 14 ਕੇਸਾਂ 'ਚ ਪੁਲਿਸ ਨੂੰ ਚਾਹੀਦਾ। ਹੁਣ ਸਾਡੇ ਕੋਲ ਆ ਕੇ ਬੰਦੇ ਕਹਿੰਦੇ ਪੁਲਿਸ ਨੂੰ ਚਾਹੀਦਾ ਇਹ ਬੰਦਾ। ਉਹ ਮੈਂ ਕਿਹਾ ਵੀ ਇਹ ਤਾਂ ਸੜਕ ਤੇ ਪਿਆ ਤੜਫ ਰਿਹਾ ਸੀ, ਇਸ ਵੇਲੇ ਥੋੜਾ, ਇਸ ਵੇਲੇ ਤੇ ਇਹਨੂੰ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਵੀ ਇਸ ਵੇਲੇ ਤੇ ਇਹਨੂੰ ਇਲਾਜ ਦੀ ਲੋੜ ਹੈ। ਤੁਸੀਂ ਬੰਦੇ 'ਚ ਰੱਬ ਦੇਖਦੇ ਹੋ? ਭਾਈ ਕਨ੍ਹਈਆ ਜੀ ਨੂੰ ਕਹਿੰਦੇ ਦੁਸ਼ਮਣਾਂ ਦੇ ਨਾਲ ਮਿਲੇ ਹੋਏ ਆ। ਭਾਈ ਕਨ੍ਹਈਆ ਜੀ ਕਹਿੰਦੇ ਦੁਸ਼ਮਣਾਂ ਦੇ ਨਾਲ ਮੈਂ ਤਾਂ ਮਹਾਰਾਜ ਵੀ ਤੁਹਾਨੂੰ ਪਾਣੀ ਪਿਲਾ ਰਿਹਾ, ਮੈਨੂੰ ਤੇ ਉਹ ਏਕ ਮੂਰਤ ਅਨੇਕ ਦਰਸ਼ਨ ਜੋ ਤੁਸੀਂ ਦਿਖਾਇਆ। ਪਰ ਜਿਸ ਦੇ ਵੇਲੇ ਉਹ ਠੀਕ ਹੋ ਕੇ ਕੋਈ ਗਲਤ ਕੰਮ ਕਰੂਗਾ, ਅਸੀਂ ਗਲਤ ਦਾ ਵਿਰੋਧ ਕਰਦੇ ਹਾਂ। ਅਸੀਂ ਮਤਲਬ ਹਰ ਚੀਜ਼ ਦਾ ਜਿਹੜਾ ਕੋਈ ਸੰਵਿਧਾਨ ਤੋਂ ਉਲਟ ਚੱਲਦਾ ਹੈ, ਸੰਵਿਧਾਨ ਦੀ ਅਸੀਂ ਰਿਸਪੈਕਟ ਕਰਦੇ ਹਾਂ, ਪਰ ਅਸੀਂ ਇਨਸਾਨੀਅਤ ਨੂੰ ਸੰਵਿਧਾਨ ਤੋਂ ਕੁਰਬਾਨ ਨਹੀਂ ਕਰਦੇ। ਅਸੀਂ ਇਹ ਫੀਲ ਕਰਦੇ ਹਾਂ। ਜਦੋਂ ਅਸੀਂ ਇੰਟਰ ਕੀਤੇ ਸੀ ਨਾ,
ਤੁਸੀਂ ਕਹਿ ਰਹੇ ਸੀ ਮੈਂ ਹਸਪੀਟਲ ਤੋਂ ਆਇਆ ਕਿ ਨਵੀਂ ਥਾਂ ਤੋਂ, ਥੋੜਾ ਦੱਸੋਗੇ ਵੀ ਤੁਸੀਂ ਕੋਈ ਨਵਾਂ ਹਸਪੀਟਲ ਬਣਾ ਰਹੇ ਹੋ? ਥੋੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਉੱਥੇ ਜਨਰਲ ਜਿਹੜੀ ਹੈ ਹਸਪੀਟਲ, ਜਿਸ ਦੇ ਵਿੱਚ ਗਰੀਬ ਲੋਕ ਜਿਹੜੇ ਹੈ ਜਿਨ੍ਹਾਂ ਦੀ ਵੱਡੇ ਪੱਧਰ ਤੇ ਲੁੱਟ ਖਸੁੱਟ ਹੁੰਦੀ ਹੈ। ਮੈਂ ਬਹੁਤ ਨੇੜਿਓਂ ਹੋ ਕੇ 20 ਸਾਲ ਤੋਂ ਦੇਖਦਾ ਆ ਰਿਹਾ ਵੀ ਉਹਦੇ ਵਿੱਚ ਜਿਹੜੇ ਅੱਛੇ ਬੰਦੇ ਹੈਗੇ ਆ, ਅੱਛੇ ਡਾਕਟਰ ਹੈਗੇ ਆ, ਉਹਨਾਂ ਨੂੰ ਸਲੂਟ ਹੈ, ਉਹਨਾਂ ਨੂੰ ਨਹੀਂ ਅਸੀਂ ਕਹਿ ਰਹੇ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਗਰੀਬ ਲੋਕ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਚੱਪਲ ਵੀ ਗੱਠ ਕੇ ਪਾਈ ਹੁੰਦੀ ਹੈ ਨਾ, ਉਹ ਕਹਿੰਦੇ ਸੀ ਵੀ 2 ਰੁਪਏ ਦੀ ਪਰਚੀ ਬਣਾ ਕੇ ਸਾਨੂੰ ਇੱਥੋਂ ਦਵਾਈ ਮਿਲ ਜੇਗੀ ਤੇ ਅਸੀਂ ਠੀਕ ਹੋ ਜਾਾਂਗੇ। ਉਹਨਾਂ ਦੇ ਜਿਹੜੇ ਟੈਸਟ ਕਰਵਾਏ ਜਾਂਦੇ ਸੀ, ਉਹਨਾਂ ਨੂੰ ਜਿਹੜੀ ਮੈਡੀਸਨ ਲਿਖੀ ਜਾਂਦੀ ਸੀ, ਉਹਨਾਂ 'ਚ ਇੰਨਾ ਕਮਿਸ਼ਨ ਵਾਲੀ ਮੈਡੀਸਨ, ਤੇ ਇਹ ਮਤਲਬ ਇੰਨਾ ਕੁਛ ਅਸੀਂ ਇਹਨੂੰ ਨੇੜਿਓਂ ਹੋ ਕੇ ਦੇਖ ਰਹੇ ਹਾਂ। ਤੇ ਉਹਦੇ ਵਿੱਚ ਉਹ ਵਿਚਾਰੇ ਇਲਾਜ ਤੋਂ ਬਿਨਾਂ ਹੀ, ਹੁਣ ਜਦੋਂ ਬੱਚਾ ਜਿਹੜਾ ਰੋਪੜ ਤੋਂ ਮੇਰੇ ਕੋਲ ਫੋਨ ਆਇਆ, ਕਹਿੰਦੇ ਜੀ ਇੱਕ ਬੱਚਾ ਹੈਗਾ, ਉਹਨੂੰ ਨਾ ਉਹਨਾਂ ਨੇ ਡਿਸਚਾਰਜ ਕਰ ਦਿੱਤਾ, ਉਹਦੀ ਕਿਡਨੀ ਖਰਾਬ ਹੋ ਗਈ, ਬਾਪ ਪਹਿਲਾਂ ਹੀ ਉਹਦਾ ਫਾਦਰ ਜਿਹੜਾ ਹੈਗਾ ਵੀ ਮੰਜੇ ਤੇ ਪਿਆ ਹੈਗਾ, ਵਿਧਵਾ, ਮਤਲਬ ਇੱਕ ਕਿਸਮ ਦੀ ਉਹ ਇਨਕਮ ਦਾ ਕੋਈ ਸਾਧਨ ਨਹੀਂ ਹੈਗਾ, ਵੀ 4000 ਮੈਡੀਕਲ ਸਟੋਰ ਵਾਲੇ ਦਾ ਦੇਣਾ ਸੀ, ਤੇ ਹਸਪੀਟਲ ਵਾਲਿਆਂ ਨੇ ਦਵਾਈ ਫੇਰ ਲਿਖ ਦਿੱਤੀ। ਪਹਿਲਾਂ ਤਾਂ ਮੰਗ ਕੇ ਦਿੰਦੀ ਰਹੀ, ਕਹਿੰਦੀ ਹੁਣ ਉਹਨਾਂ ਨੂੰ ਹਸਪੀਟਲ ਵਾਲਿਆਂ ਨੇ ਕਿਹਾ ਜੀ ਦਵਾਈ ਨਹੀਂ ਦੇ ਸਕਦੇ ਤੁਸੀਂ, ਇਹਨੂੰ ਆਪਣੇ ਬੱਚੇ ਨੂੰ ਲੈ ਜਾਓ। ਉਹ ਹੁਣ ਵਿਚਾਰੀ ਘਰ ਕਹਿੰਦੇ ਵੀ ਆਪਣੇ ਬੱਚਾ 16 ਸਾਲ ਦਾ ਬੱਚਾ ਹੈਗਾ ਉਹਦਾ, ਪਰ ਉਹ ਦਵਾਈ ਤੋਂ ਬਿਨਾਂ ਇਸ ਵੇਲੇ ਬੜੀ ਬੇਬਸ ਤੇ ਲਾਚਾਰ, ਉਹ ਫਟਾਫਟ ਬੱਚੇ ਨੂੰ ਸਾਡੇ ਕੋਲ ਲੈ ਕੇ ਆਏ, ਅਸੀਂ ਉਹਨੂੰ 32 ਹਸਪੀਟਲ ਸ਼ਿਫਟ ਕਰ ਦਿੱਤਾ। ਥੋੜੇ ਦਿਨਾਂ ਦੇ ਟ੍ਰੀਟਮੈਂਟ ਤੋਂ ਬਾਅਦ ਬੱਚਾ ਠੀਕ ਹੋ ਗਿਆ। ਐਸੇ ਅਸੀਂ ਚਾਹੁੰਦੇ ਸੀ ਵੀ ਜਿਹੜੇ ਗਰੀਬ ਲੋਕ ਹੈ, ਜਿਹੜੇ ਵਿਚਾਰੇ 2 ਟਾਈਮ ਦੀ ਰੋਟੀ ਲਈ ਸੰਘਰਸ਼ ਕਰ ਰਹੇ ਹੈਗੇ, ਜਿਨ੍ਹਾਂ ਦੇ ਸਿਰ ਤੇ ਕੋਈ ਕਮਾਉਣ ਵਾਲਾ ਨਹੀਂ ਹੈਗਾ, ਜਿਹੜਾ ਕਮਾਉਣ ਵਾਲਾ ਸੀ ਉਹ ਬਿਮਾਰ ਪੈ ਗਿਆ, ਕੋਈ ਐਕਸੀਡੈਂਟ ਹੋ ਗਿਆ, ਕਿਸੇ ਨੂੰ ਇਲੈਕਟ੍ਰਿਸਿਟੀ ਨਾਲ ਇੱਕਦਮ ਬੁਰੀ ਹਾਲਤ ਹੋ ਗਈ ਹੈ ਨਾ, ਵੀ ਪੜ੍ਹਾਈ ਤੋਂ ਵੀ ਬੱਚਿਆਂ ਨੂੰ ਹਟਾ ਲਿਆ, ਵੀ 2 ਟਾਈਮ ਦੀ ਰੋਟੀ ਨਹੀਂ ਨਸੀਬ ਹੋ ਰਹੀ, ਵੀ ਉਹਨਾਂ ਲੋਕਾਂ ਦਾ ਉੱਥੇ ਟ੍ਰੀਟਮੈਂਟ ਜਾਂ ਉਹਨਾਂ ਨੂੰ ਮੌਕਾ ਮਿਲ ਸੀਗਾ। ਕਿੱਥੇ ਹੈ ਜੀ? ਇਹ ਨਾਲ ਹੀ ਚਨਾਲੋਂ ਦੇ ਵਿੱਚ। ਚਨਾਲੋਂ ਦੇ? ਹਾਂ, ਉੱਥੇ ਸੀ। ਕਿੱਡਾ ਵੱਡਾ ਹਸਪਤਾਲ ਤੇ? ਉਹਦੇ 'ਚ ਅਸੀਂ ਮਤਲਬ ਮਹਿਸੂਸ ਕਰ ਰਹੇ ਹਾਂ ਡਾਕਟਰਾਂ ਦੀ ਸਲਾਹ ਨਾਲ ਹੀ ਉੱਥੇ ਇੱਕ ਬਣੀ ਬਣਾਈ ਬਿਲਡਿੰਗ ਨੂੰ ਹੁਣ ਲੈ ਕੇ ਡਿਵੈਲਪ ਕਰ ਰਹੇ ਹਾਂ ਹਸਪੀਟਲ ਦੇ ਵਿੱਚ, ਅਸੀਂ ਡਾਕਟਰ ਦੀ ਸਲਾਹ ਲੈ ਕੇ, ਤੇ ਉਹਦੇ ਵਿੱਚ ਮਤਲਬ ਉੱਥੇ ਵੀ ਮਤਲਬ ਕਹ ਲਓ ਕੋਸ਼ਿਸ਼ ਹੈ ਸਾਡੀ ਵੀ ਮਤਲਬ ਜਿਹੜੀ ਐਮਰਜੈਂਸੀ ਹੈਗੀ ਹੈ, ਕੋਈ ਰੋਡ ਐਕਸੀਡੈਂਟ ਹੈ ਜਾਂ ਇੱਥੋਂ ਵਾਲੇ ਹੈ, ਤਾਂ ਗਰੀਬ ਜਨਤਾ ਜਿਹੜੀ ਹੈਗੀ ਹੈ ਉਹਨਾਂ ਦੇ ਤੁਰੰਤ ਤੇ ਗੈਨੀ ਦਾ ਜਿਹੜਾ ਹੈਗਾ ਉੱਥੇ ਜਿਹੜੇ ਬੱਚੇ, ਹੁਣ ਤੁਹਾਨੂੰ ਪਤਾ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਹੈ ਨਾ, ਭਾਵੇਂ ਉੱਥੇ ਕਹਿ ਲਓ ਵੀ ਆਪਰੇਸ਼ਨ ਦੀ ਲੋੜ ਵੀ ਨਹੀਂ ਹੁੰਦੀ ਹੈ ਨਾ, ਤੇ ਹਸਪਤਾਲਾਂ ਦੇ ਵਿੱਚ ਬਹੁਤ ਵੱਡਾ ਮਤਲਬ ਇੱਕ ਗਰੀਬ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਕਿਸਮ ਦਾ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਦੀ ਇਸ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ। ਇਹ ਸਾਰੀਆਂ ਸਹੂਲਤਾਂ ਲਈ ਅਸੀਂ 40 ਕੁ ਬੈੱਡ ਦਾ ਉੱਥੇ ਮੰਨ ਕੇ ਚੱਲੇ ਆ, ਡਾਕਟਰ ਕਹਿੰਦੇ ਵੀ 40 ਕੁ ਬੈੱਡ ਦਾ ਅਸੀਂ ਇਹਦੇ ਵਿੱਚ ਹਸਪੀਟਲ ਇੰਡੋਰ। ਉੱਥੇ ਸਿਰਫ ਤੁਹਾਡੇ ਜਿਹੜੇ ਪ੍ਰਭ ਅਸਰਾ ਦੇ ਨਹੀਂ, ਆਮ ਲੋਕ, ਗਰੀਬ ਲੋਕ ਜਿਹੜੇ ਲੋੜਵੰਦ ਲੋਕ ਹੈ, ਉਹਨਾਂ ਲਈ ਸਾਡੇ ਸਪੈਸ਼ਲ ਜਿਹੜੇ ਅਸੀਂ ਕੋਸ਼ਿਸ਼, ਸਾਡੇ ਸੈਕਟਰੀਸ਼ ਡਾਇਗਨੋਸਟਿਕ ਸੈਂਟਰ, ਉਹਨਾਂ ਦਾ ਲੋੜ ਅਨੁਸਾਰ ਜਿਹੜੇ ਵੀ ਟੈਸਟ ਹੈ, ਸਾਡੇ ਡਾਕਟਰ ਜਿਹੜੇ ਬੜੇ ਮਤਲਬ ਜਿਹੜੇ ਸਪੈਸ਼ਲਿਸਟ ਡਾਕਟਰ ਹੈਗੇ, ਗੈਨਾਕੋਲੋਜਿਸਟ ਹੈਗੇ, ਮੈਡੀਸਨ ਦੇ ਸਪੈਸ਼ਲਿਸਟ ਹੈਗੇ, ਤੇ ਸਾਰਿਆਂ ਨੂੰ ਅਸੀਂ ਉੱਥੇ ਮਤਲਬ ਹਫ਼ਤੇ ਦੇ ਵਿੱਚ ਮਤਲਬ ਸਵੇਰ ਤੋਂ ਲੈ ਕੇ ਹੈ ਨਾ, ਜਿਵੇਂ ਉਹਨਾਂ ਦੀ ਇੱਕ OPD ਦਾ ਟਾਈਮ ਹੈਗਾ ਤੇ ਇੱਕ ਡਾਕਟਰ 24 ਘੰਟੇ ਹੋਏਗਾ, ਤੇ ਉਹਦੇ ਵਿੱਚ ਤਾਂ ਕਿ ਜਿਹੜਾ ਲੋੜਵੰਦ ਹੈ ਉਹਦੀ ਹੈਲਪ ਹੋ ਸਕੇ। ਇਸ ਤੋਂ ਇਲਾਵਾ ਸਵਾਲ ਹੈ, ਬਸ ਹੁਣ ਬਹੁਤਾ ਹੋਰ ਨਹੀਂ ਕਰਦਾ, ਇੱਕ ਤਾਂ ਦੱਸੋ ਮੈਨੂੰ ਵੀ ਤੁਹਾਡੀ ਹੋਰ ਯੋਜਨਾ ਕੀ ਹੈ ਭਵਿੱਖ ਦੀ। ਦੂਜਾ ਕੁਐਸਚਨ ਇਹ ਵੀ ਜਿਹੜਾ ਤੁਸੀਂ ਐਡਾ ਵੱਡਾ ਕਾਰਜ ਆਰੰਭਿਆ, ਹਾਂਜੀ, ਤੁਹਾਡੇ ਮਨ 'ਚ ਕਦੇ ਖਿਆਲ ਆਉਂਦਾ ਵੀ ਚਲੋ ਸਭ ਨੇ ਜਾਣਾ ਹੀ ਹੈ ਨਾ, ਹਾਂਜੀ, ਜਦੋਂ ਕਦੇ ਅਸੀਂ ਜੋੜਾ ਹੈ ਨਾ, ਤਾਂ ਫਿਰ ਇਹਦੇ ਲਈ ਤਿਆਰੀ ਚੱਲ ਰਹੀ ਹੈ ਪੂਰੀ। ਇੱਕ ਮਤਲਬ ਤੇ ਨਾਲ ਦੀ ਨਾਲ ਆਸ ਵੀ ਹੈ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਵੀ ਕੁਦਰਤ ਜ਼ਰੂਰ ਭੇਜੇਗੀ, ਤੇ ਨਾਲ ਦੀ ਨਾਲ ਅਸੀਂ ਆਪਣੇ ਬੱਚਿਆਂ ਚੋਂ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੇ ਸਾਡੇ ਕੋਲ ਬੱਚੇ ਆ ਰਹੇ ਹੈ ਨਾ, ਅਲੱਗ-ਅਲੱਗ ਜਗ੍ਹਾ ਤੋਂ ਸਾਡੇ ਕੋਲ ਪਹੁੰਚ ਰਹੇ ਹੈ, ਤੇ ਇਹਨਾਂ ਦੇ ਵਿੱਚੋਂ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਮਾਜ ਚੋਂ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਨਾਲ ਦੀ ਨਾਲ ਸਾਨੂੰ ਪੂਰੀ ਆਸ ਹੈ ਉਸ ਮਾਲਕ ਤੇ, ਹੈ ਨਾ, ਆਸਾ ਕਰੀਏ ਰਾਮ ਕੀ ਅਵਰ ਆਸ ਨਿਰਾਸ, ਤੇ ਉਸ ਦੀ ਆਸ ਨਾਲ ਹੀ ਅਸੀਂ ਹੈ ਨਾ, ਤੇ ਵੀ ਸਾਨੂੰ ਜ਼ਰੂਰ ਮਤਲਬ ਪਰਮਾਤਮਾ ਜਿਹੜਾ ਹੈਗਾ ਇਸ ਘਰ ਨੂੰ ਸੰਭਾਲਣ ਦੇ ਲਈ ਅਸੀਂ ਮਹਿਸੂਸ ਕਰਦੇ ਹਾਂ ਕਿ ਹਰ ਜ਼ਿਲ੍ਹੇ ਦੇ ਵਿੱਚ, ਹਰ ਸਟੇਟ ਦੇ ਵਿੱਚ, ਹਰ ਸਟੇਟ ਦੇ ਹਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮਤਲਬ ਸੈਂਟਰ ਹੋਣੇ ਚਾਹੀਦੇ ਆ, ਜਿਹੜੇ ਕਿ ਗਰੀਬ ਲੋਕਾਂ ਦੇ ਲਈ, ਜਿਹੜੇ ਕਿ ਇਲਾਜ ਤੋਂ ਬਿਨਾਂ, ਸੰਭਾਲ ਤੋਂ ਬਿਨਾਂ ਰੁਲਦੇ ਆ, ਸੀਰੀਅਸ ਹੁੰਦੇ ਆ, ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਆ, ਜਾਂ ਅਖੀਰ ਨੂੰ ਮੌਤ ਦੇ ਮੂੰਹ 'ਚ ਪੈ ਜਾਂਦੇ ਆ। ਰੇਪ ਤੋਂ ਪੀੜਤ 13 ਸਾਲ ਦੀ, 10 ਸਾਲ ਦੀ ਲੜਕੀ, 80 ਸਾਲ ਦੀ ਔਰਤ ਵੀ ਰੇਪ ਤੋਂ ਪੀੜਤ ਆ ਰਹੀ ਹੈ, ਉਹਦੇ ਥੋੜੀ ਦੇਰ ਬਾਅਦ ਲੁਧਿਆਣੇ ਤੋਂ ਵਾਰਸ ਮਿਲ ਰਹੇ ਹੈ। ਇਹ 6 ਸਾਲ ਦੀ ਵੀ ਆਈ ਹੈ ਜੀ ਰੇਪ ਤੋਂ ਪੀੜਤ ਲੜਕੀਆਂ, ਔਰਤਾਂ, ਬਜ਼ੁਰਗ ਔਰਤਾਂ ਰੇਪ ਤੋਂ ਪੀੜਤ ਇੰਨੀਆਂ, ਇੱਕ ਮਹੀਨੇ 'ਚ 6 ਵੀ, ਇੱਕ ਮਹੀਨੇ 6 ਕੇਸ ਵੀ ਸਾਡੇ ਕੋਲ ਰੇਪ ਤੋਂ ਪੀੜਤ ਆ ਰਹੇ ਆ। ਅਸੀਂ ਮਹਿਸੂਸ ਕਰਦੇ ਹਾਂ ਵੀ ਇਹਨਾਂ ਗਰੀਬਾਂ ਦੇ ਲਈ, ਇਹਨਾਂ ਲੋੜਵੰਦਾਂ ਦੇ ਲਈ, ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲ ਰਿਹਾ, ਵੀ ਇਹਨਾਂ ਦੇ ਲਈ ਮਤਲਬ ਇੱਕ ਪੈਰਲਲ ਐਸਾ ਸਿਸਟਮ ਹੋਣਾ ਚਾਹੀਦਾ, ਜ਼ਿਲ੍ਹਾ ਪੱਧਰ ਤੇ, ਤਹਿਸੀਲ ਪੱਧਰ ਤੇ, ਹੈਲਪਲਾਈਨ ਤੇ, ਹਰ ਇੱਕ ਮਤਲਬ ਕੇਅਰਿੰਗ ਸਿਟੀ ਡਿਵੈਲਪ ਕਰਨਾ ਚਾਹੁੰਦੇ, ਜਿਵੇਂ ਨਾ ਮੋਹਾਲੀ ਵੀ ਬਜ਼ੁਰਗਾਂ ਲਈ ਆਹ ਹੈਗਾ, ਬਜ਼ੁਰਗਾਂ ਲਈ ਫਿਰ ਇਹ ਮਤਲਬ ਇਹਨਾਂ ਦਾ ਅਲੱਗ ਥੋੜਾ ਜਿਹਾ ਜਿਹੜਾ ਗਰਾਊਂਡ ਵੀ ਅਲੱਗ ਹੋਵੇ, ਵੋਕੇਸ਼ਨਲ ਟ੍ਰੇਨਿੰਗ ਸੈਂਟਰ ਜਿਹੜੇ ਇਹਨਾਂ ਦੇ ਹੋਣਗੇ, ਐਜੂਕੇਸ਼ਨ ਦਾ ਪ੍ਰੋਪਰ ਸਿਸਟਮ, ਜਿਹੜੇ ਬਲਾਈਂਡ ਬੱਚੇ ਹੈ, ਡੈਫ ਐਂਡ ਡੰਬ ਬੱਚੇ ਹੈ, ਤੇ ਹਰ ਤਰ੍ਹਾਂ ਦਾ ਮਤਲਬ ਇੱਕ ਇਹਨਾਂ ਦੀ ਜੋ ਜੀਵਨ ਦੇ ਵਿੱਚ, ਜੀਵਨ ਦੇ ਵਿਕਾਸ ਦੇ ਲਈ ਜੋ ਕੇਅਰ ਚਾਹੀਦੀ ਹੈ, ਜੋ ਐਜੂਕੇਸ਼ਨ ਚਾਹੀਦੀ ਹੈ, ਸਪੈਸ਼ਲ ਐਜੂਕੇਸ਼ਨ ਚਾਹੀਦੀ ਹੈ। ਹੁਣ ਇਹ ਬਾਰ-ਬਾਰ ਕਹਿੰਦੇ ਵੀ ਅਸੀਂ ਆਪਣੇ ਬੱਚਿਆਂ ਲਈ ਇੱਕ ਸਪੈਸ਼ਲ ਹੈ ਤਾਂ ਹੈ ਇੱਥੇ ਸਪੈਸ਼ਲ ਐਜੂਕੇਟਰ, ਵੀ ਇੱਕ ਅਸੀਂ ਸਕੂਲ ਹੀ ਸਪੈਸ਼ਲ ਬੱਚਿਆਂ ਲਈ ਬਣਾਉਣਾ ਹੈਗਾ, ਜਿਹਦੇ ਵਿੱਚ ਉਹਨਾਂ ਨੂੰ ਆਪਣੇ ਆਪ ਦੀ ਸੰਭਾਲ,
ਤੇ ਉਹਨਾਂ ਨੂੰ ਉਹਨਾਂ ਦੇ IQ ਦੇ ਮੁਤਾਬਕ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈਗੀ ਹੈ। ਹੁਣ ਵੀ ਦਿੰਦੇ ਆ, ਪਰ ਹੁਣ ਉਸ ਪੱਧਰ ਦਾ ਨਹੀਂ ਹੈਗਾ ਜਿਸ ਪੱਧਰ ਦਾ ਇਹ ਮਹਿਸੂਸ ਕਰਦੇ ਆ। ਅਸੀਂ ਚਾਹੁੰਦੇ ਹਾਂ ਵੀ ਇਹਨੂੰ ਮਤਲਬ ਨਾਗਰਿਕ ਨੂੰ ਮਤਲਬ ਉਹਦੀ ਲੋੜੀਂਦੀ ਜੋ ਵੀ ਉਹਦੀ ਕਹਿ ਲਓ ਵੀ ਇੱਕ ਵਿਕਾਸ ਦੇ ਨਾਲ ਸੰਬੰਧਿਤ ਹੈ, ਐਜੂਕੇਸ਼ਨ ਤੇ ਹੈਲਥ, ਉਹ ਇੱਕ ਲੋੜਵੰਦ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ। ਸਾਡਾ ਇਹਨੂੰ ਭਾਵੇਂ ਸੇਖਚਲੀ ਵਾਲਾ ਕਹਿ ਲਓ ਸੁਪਨਾ, ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਇਹਨੂੰ ਇਸ ਦੇਸ਼ ਦੇ ਵਿੱਚ ਹਰ ਸਟੇਟ ਦੇ ਹਰ ਜ਼ਿਲ੍ਹੇ ਦੇ ਵਿੱਚ ਐਸਾ ਸਿਸਟਮ ਅਸੀਂ ਬਣਾਉਣਾ ਚਾਹੁੰਦੇ ਹਾਂ, ਐਸਾ ਵੱਡਾ ਹਸਪੀਟਲ ਜਿਹੜਾ ਮਲਟੀ ਸਪੈਸ਼ਲਿਟੀ ਡਿਵੈਲਪ ਕਰਨਾ ਚਾਹੁੰਦੇ ਹਾਂ। ਇੱਥੇ ਆਸ ਹੈ ਸਾਨੂੰ ਪਰਮਾਤਮਾ ਦੀ ਮਾਲਕ ਦੀ ਕਿਰਪਾ ਦੇ ਨਾਲ, ਤੇ ਤੁਹਾਡੇ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਇਹਨਾਂ ਦੀ ਆਵਾਜ਼ ਪਹੁੰਚਾ ਰਹੀਆਂ ਹੈ, ਤੇ ਬਹੁਤ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵੀ ਜਿਹੜੇ ਹੁਣ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੈ, ਤੇ ਜਿਨ੍ਹਾਂ ਦਾ ਅੱਜ ਤੱਕ ਸਹਿਯੋਗ ਹੈ ਸਾਨੂੰ, ਜਿਨ੍ਹਾਂ ਦੇ ਕਰਕੇ ਸਾਡਾ ਰੋਜ਼ ਦਾ ਮਤਲਬ 1 ਲੱਖ ਨਹੀਂ, ਮਤਲਬ ਜਿਹੜਾ ਖਰਚਾ ਹੈਗਾ ਪਤਾ ਨਹੀਂ ਕਿੰਨਾ, ਫਿਰ ਨਾਲ ਬਿਲਡਿੰਗਾਂ ਤੇ ਵੀ ਹੋ ਰਿਹਾ। ਹੁਣ 3 ਜਗ੍ਹਾ ਬਿਲਡਿੰਗਾਂ ਇਸ ਵੇਲੇ ਚੱਲ ਰਹੀਆਂ ਹੈਗੀਆਂ, 4ਥੀ ਜਗ੍ਹਾ ਸ਼ੁਰੂ ਕਰ ਰਹੇ ਹੈਗੇ। ਪਰ ਮੈਂ ਤੁਹਾਨੂੰ ਦੱਸਾਂ, ਦੇਣਾ ਅਜੇ ਵੀ ਅਸੀਂ ਜਿਹੜਾ ਪੈਸੇ ਦੇਣੇ ਹੈ ਉਹ ਅਸੀਂ 1.5 ਕਰੋੜ ਤੋਂ ਲਗਭਗ ਪੈਸੇ ਦੇਣੇ ਵੀ ਹੈਗੇ ਆ। ਤੇ ਸਾਨੂੰ ਆਸ ਹੈ ਵੀ ਜਿਹੜੇ ਪਰਮਾਤਮਾ ਦੇ ਸਮਾਜ ਦਾ ਦਰਦ ਰੱਖਣ ਵਾਲੇ ਸੱਜਣ ਹੈਗੇ ਆ, ਤੇ ਉਹਨਾਂ ਦੀ ਅਸੀਂ ਸਾਰੇ ਸਹਿਯੋਗ ਨਾਲ ਘਾਟਾ ਨਹੀਂ ਹੈ ਲੋਕਾਂ ਦਾ। ਹਾਂ, ਵੀ ਇਸ ਕਰਕੇ ਅਸੀਂ ਇੱਕ ਦਿਨ ਇਹਨਾਂ ਲਈ ਐਸਾ ਕੇਅਰਿੰਗ ਸਿਟੀ ਵੀ ਡਿਵੈਲਪ ਕਰਾਂਗੇ, ਤੇ ਸਬ ਸੈਂਟਰ ਜਿਹੜੇ ਹੋਣਗੇ ਜ਼ਿਲ੍ਹਾ ਪੱਧਰ ਤੇ ਉਹ ਵੀ ਹੋਣਗੇ, ਤੇ ਇਹਨਾਂ ਦੀਆਂ ਜ਼ਿਲ੍ਹਾ ਪੱਧਰ ਤੇ ਜਾਂ ਮਤਲਬ ਤਹਿਸੀਲ ਪੱਧਰ ਤੇ ਐਂਬੂਲੈਂਸਾਂ ਵੀ ਹੋਣਗੀਆਂ। ਅਸੀਂ ਉਸ ਪੂਰੀ ਕੋਸ਼ਿਸ਼ ਹੈ ਸਾਡੀ ਵੀ ਮਤਲਬ ਜ਼ਿੰਦਗੀ ਦੇ ਅਖੀਰਲੇ ਪਲ ਤੱਕ ਅਸੀਂ ਯਤਨਸ਼ੀਲ ਰਹਿਣਾ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਇਹੀ ਸਾਡੀ ਮੰਜ਼ਿਲ ਹੈ। ਕਹਿੰਦੇ ਨੇ ਕਿਸੇ ਦੀ ਖੁਸ਼ਾਮਦ ਕਰਨਾ ਪਾਪ ਹੈ, ਪਰ ਪ੍ਰਸ਼ੰਸਾ ਨਾ ਕਰਨਾ ਉਹ ਤੋਂ ਵੀ ਵੱਡਾ ਪਾਪ। ਸ਼ੋਅ ਤੁਣਕਾ ਰਾਹੀਂ ਤੁਹਾਨੂੰ ਅਸੀਂ ਯਤਨ ਕੀਤਾ ਦੋ ਰੱਬ ਦੀਆਂ ਪਵਿੱਤਰ ਰੂਹਾਂ ਨਾਲ ਮਿਲਾਉਣ ਦਾ। ਆਸ ਕਰਦੇ ਹਾਂ ਤੁਹਾਨੂੰ ਜਿਹੜਾ ਸਾਡਾ ਸ਼ੋਅ ਆ ਇਹ ਪਸੰਦ ਆਵੇਗਾ। ਸਾਨੂੰ ਸਾਡਾ ਇਹ ਸ਼ੋਅ ਕਿਹੋ ਜਿਹਾ ਲੱਗਾ, ਭਾਈ ਸਾਹਿਬ ਨਾਲ ਜਿਹੜੀ ਗੱਲਬਾਤ ਕਰਨ ਦਾ ਜਿਹੜਾ ਤੁਹਾਨੂੰ ਕਿੰਨਾ ਕੁ ਆਨੰਦ ਆਇਆ, ਸਾਡੇ ਨਾਲ ਜਿਹੜਾ ਤੁਸੀਂ ਆਪਣੇ ਵਿਚਾਰ ਆ ਜ਼ਰੂਰ ਸਾਂਝੇ ਕਰੋ। ਤੁਸੀਂ ਦੇਖਦੇ ਰਹੋ ਘੈਂਟ ਪੰਜਾਬ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ।